फतेह, वाहिगुरु जी की फतेह, वाहिगुरु जी की फतेह। बड़ी बड़े किया बड़ियाइयां किस कहना जाए। सो करता कादर करीम ते जिया रिज़्क संभाहे। साई कार कमावनी त्रिसोटी तने पाए। नानके की वाहेरी होर दूजी नाही जाए। सो करे जित सैर जाए, सो करे जित सैर जाए। सुत श्लोक पवन गुरु पानी पिता, माता तरत महत। दिवस रात दोए दाई दाया, खेलै सगल जगत। चंगियाइयां बुरियाइयां वाचै धर्म दूत। करमी आपो अपनी के नेड़े के दूर। जिनी नाम ते आया गए मसकत का, नानक ते मुख उजले। केती छुट्टी नाल जिनी नाम ते आया गए मसकत काल। नानक ते मुख उजले, केती छुट्टी नाल। वाहिगुरु जी का खालसा, वाहिगुरु जी की फतेह। वाहिगुरु साहिब जियो। गुरु गरीब नवाज, बेलावल महला चौथा। आब हो संत मिलहो मेरे भाई, मिल हर हर कथा करहो। हर हर नाम बोहित है कल युग, केवट गुर शब्द तरहो। मेरे मन हर गुण हर उचरहो, मस्तक लिखत लिखे गुण गाए। मिला संगत पार पर हो रहाओ। काया नगर मह राम रस उत्तमा, क्यों पाइय उपदेश जन करहो। सतगुर सेव सफल हर दर्शन, मिल अमृत हर रस पीहो। हर हर नाम अमृत हर मीठा, हर संत हो चाख दिखो। गुरमत हर रस मीठा लागा, तिन बिसरे सब बिख रस हो। हा राम नाम रस राम रसायन, हर सेव हो संत जन हो। चार पदार्थ चारे पाए, गुरमत नानक हर भजो। चार पदार्थ चारे पाए, गुरमत नानक हर भजो। परम सत्कारयोग गुरु दी साजी नवाजी सरबत साध संगत जीओ, आप मढ़भागी हो।
जो ਅੰਮ੍ਰਿਤ ਵੇਲੇ ਤੋਂ ਲੈ ਕਰ ਆਪ ਗੁਰੂ ਦਰਬਾਰ ਦੇ ਨਾਲ ਜੁੜਨਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਫਰਮਾਨ ਅੰਮ੍ਰਿਤਮਈ ਬਾਣੀਆਂ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਆ। ਆਓ ਉਪਰੰਤ ਹਰ ਰੋਜ਼ ਦੀ ਤਰ੍ਹਾਂ ਜੋ ਸਤਿਗੁਰੂ ਪਾਤਸ਼ਾਹ ਜੀ ਦਾ ਫਰਮਾਨ ਆਉਣਾ ਕਰਦਾ ਉਸ ਦੀ ਵਿਚਾਰ ਦੇ ਨਾਲ ਜੁੜਨਾ ਕਰਦੇ ਹਾਂ। ਆਓ ਜੋ ਮੇਰੇ ਪਾਤਸ਼ਾਹ ਜੀ ਨੇ ਅੱਜ ਸਮੱਤ ਬਖਸ਼ਣਾ ਕੀਤੀ ਹੈ, ਜੋ ਅੱਜ ਦਾ ਫਰਮਾਨ ਹੈ, ਉਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਕਥਾ ਦੀ ਆਰੰਭਤਾ ਨੂੰ ਲੈ ਕਰ ਮਨ ਦੀ ਇਕਾਗਰਤਾ ਦੇ ਬਾਬਤ ਗੁਰੂ ਦਰਬਾਰ ਦੀਆਂ ਲਵਾਈਏ ਹਾਜ਼ਰੀਆਂ। ਸਾਰੇ ਜਾਣੇ ਹਾਜ਼ਰਾ ਹਜੂਰ ਜਹਰਾ ਜਹੂਰ ਕਲਯੁਗ ਕੀ ਓਟ ਬਾਣੀ ਕੇ ਮੋਹਿਤ ਚਾਬਰ ਤਖਤ ਛਤਰ ਦੇ ਮਾਲਕ ਸ਼ਬਦ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਝੁਕਾਉਂਦੇ ਹੋਏ ਦੋਨੋਂ ਹੱਥ ਜੋੜ ਕਰ ਕਰੋ ਰਸਨਾ ਨੂੰ ਪਵਿੱਤਰ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਫਰਮਾਨ ਹੈ ਬਿਲਾਵਲ ਰਾਗ ਦੇ ਅੰਦਰ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 799 ਔਰ 800 ਅੰਗ ਦੇ ਉੱਪਰ ਇਹ ਸ਼ਬਦ ਸੁਭਾਈਮਾਨ ਹੈ ਔਰ ਇਸ ਸ਼ਬਦ ਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪਾਂ ਨੂੰ ਸਮੱਤ ਬਖਸ਼ਣਾ ਕਰਦੇ ਹੈ ਵੀ ਭਾਈ ਐ ਗੁਰਸਿੱਖਾ ਤੂੰ ਹਮੇਸ਼ਾ ਤੌਰ ਤੇ ਆਪਣੇ ਮਨ ਦੇ ਅੰਦਰ ਉਸ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਨਾ ਕਰ। ਜੋ ਰਹਾਉ ਦਾ ਬੰਦ ਹੈ, ਰਹਾਉ ਦੇ ਬੰਦੇ ਰਾਹੀਂ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਆ ਵੀ ਮੇਰੇ ਮਨ ਹਰ ਗੁਣ ਹਰ ਉਚਰ ਹੋ। ਤੇ ਐ ਮੇਰੇ ਮਨ ਐ ਪ੍ਰਾਨੀ ਤੂੰ ਉਸ ਹਰੀ ਪਰਮਾਤਮਾ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਤੂੰ ਆਪਣੀ ਰਸਨਾ ਦੇ ਨਾਲ ਉਚਰਨਾ ਕਰ, ਭਾਵ ਗਾਉਣਾ ਕਰ, ਸਿਫਤ ਸਲਾਹ ਉਸ ਪਰਮਾਤਮਾ ਦੀ ਕਰ। ਤੇ ਫਿਰ ਇਹ ਹੈ ਕਿਸ ਤਰ੍ਹਾਂ? ਕਹਿਣ ਲੱਗੇ ਇਹ ਤੇਰੇ ਭਾਗਾਂ ਦੇ ਵਿੱਚ, ਇਹ ਤੇਰੇ ਕਰਮਾਂ ਦੇ ਵਿੱਚ ਆਇਆ ਹੈ। ਤੈਨੂੰ ਮਨੁੱਖਾ ਜੀਵਨ ਮਿਲਿਆ ਮਾਨਸ। ਜਦੋਂ ਆਪਾਂ ਵੇਖਣਾ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਆ ਵੀ 184 ਜੌਨ ਅਪਾਈ ਮਾਨਸ ਕੋ ਪ੍ਰਭ ਦੀ ਵਡਾਈ। 84 ਲੱਖ ਜੌਨ ਦੇ ਵਿੱਚੋਂ ਇੱਕ ਮਨੁੱਖ ਹੈ ਜਿਸ ਨੂੰ ਮਨ ਕਰਕੇ ਸੋਝੀ ਹੈ, ਗਿਆਨ ਹੈ। ਸਾਰਿਆਂ ਦੇ ਉੱਪਰ ਤੇਰੀ ਸਰਦਾਰੀ ਹੈ। ਸਾਰਿਆਂ ਦੇ ਨਾਲੋਂ ਤੈਨੂੰ ਜਿਹੜੀ ਤੇਰੀ ਜੂਨ ਹੈ, ਜਿਹੜਾ ਤੇਰਾ ਇਹ ਮਨੁੱਖਾ ਸਰੀਰ ਹੈ, ਇਹਨੂੰ ਸਾਰਿਆਂ ਦੇ ਨਾਲੋਂ ਉੱਤਮ ਮੰਨਿਆ ਹੋਇਆ, ਸ੍ਰੇਸ਼ਟ ਮੰਨਿਆ ਹੋਇਆ ਕਿ ਸਾਰਿਆਂ ਦੇ ਨਾਲੋਂ ਸ੍ਰੇਸ਼ਟ ਹੈ। ਇਸ ਕਰਕੇ ਤੂੰ ਆਪਣੀ ਰਸਨਾ ਦੇ ਨਾਲ ਉਸ ਪਰਮਾਤਮਾ ਦੀ ਸਿਫਤ ਸਲਾਹ, ਉਸ ਦੀ ਵਡਿਆਈ ਕਰ, ਉਸ ਦਾ ਸ਼ੁਕਰਾਨਾ ਕਰ। ਮੇਰੇ ਮਨ ਹਰ ਗੁਣ ਹਰ ਉਚਰੋ ਤੇ ਸਦਾ ਵਾਸਤੇ। ਤੇ ਪ੍ਰਾਪਤੀ ਕਿਸ ਤਰ੍ਹਾਂ ਹੈ? ਇਸ ਰਹਾਉ ਦੇ ਬੰਦ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਹੈ ਮਸਤਕ ਲਿਖਤਾ ਲਿਖੇ ਗੁਣ ਗਾਏ। ਤੇ ਹੈ ਭਾਈ ਜੇ ਤੂੰ ਚੰਗੇ ਰਸਤੇ ਤੇ ਚੱਲਿਆ, ਜੇ ਤੂੰ ਇਸ ਰਸਤੇ ਨੂੰ ਅਪਣਾਉਣਾ ਕਰ ਲਿਆ ਤੇ ਤਾਂ ਤੇਰੇ ਇਹ ਕਹਿਣ ਲੱਗੇ ਕਰਮਾਂ ਦੇ ਵਿੱਚ, ਤੇਰੇ ਮਸਤਕ ਦੇ ਵਿੱਚ ਇਹ ਲੇਖ ਨੇ। ਇਹ ਸਮਾਂ ਤੇਰੇ ਲਈ ਤਾਂ ਹੈ। ਆਹ ਸਮਾਂ ਖਿਮਾ ਕਰਨੀ ਆਪਾਂ ਹੁਣ ਵੇਖਣਾ ਕਰਦੇ ਹਾਂ। ਆਪਾਂ ਹਰ ਰੋਜ਼ ਗੁਰੂ ਦੀ ਸੰਗਤ ਦੇ ਵਿੱਚ, ਗੁਰੂ ਦਰਬਾਰ ਦੇ ਵਿੱਚ ਆਉਣਾ ਕਰਦੇ ਹਾਂ। ਕਿੰਨੇ ਕੁ ਆਉਨੇ ਆ? ਇਹ ਸਤਿਗੁਰੂ ਪਾਤਸ਼ਾਹ ਆਪਾਂ ਨੂੰ ਉਦਮ ਉਪਰਾਲਾ ਬਖਸ਼ਣਾ ਕਰਦਾ ਹੈ। ਉਹਦਾ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਹੈ ਤਾਂ ਅੰਮ੍ਰਿਤ ਵੇਲੇ ਜਾਗਣਾ ਕਰਦੇ ਹਾਂ। ਤਾਂ ਕਹਿਣ ਲੱਗੇ ਉਸ ਦੀ ਕਿਰਪਾ ਦਾ ਸਦਕਾ ਹੀ ਆਪਾਂ ਗੁਰੂ ਦੇ ਦਰ ਤੇ, ਗੁਰੂ ਕੀ ਸੰਗਤ ਦੇ ਵਿੱਚ ਆਉਣਾ ਕਰਦੇ ਹਾਂ। ਨਹੀਂ ਤਾਂ ਫਿਰ ਤੁਹਾਨੂੰ ਪਤਾ ਹੈ ਖਿਮਾ ਕਰਨੀ ਵੀ ਰਜਾਈਆਂ ਦੇ ਵਿੱਚ, ਏਸੀਆਂ ਦੇ ਵਿੱਚ, ਕੂਲਰਾਂ ਦੇ ਉੱਪਰ ਹਜੇ ਬਹੁਤ ਕਹਿਣ ਲੱਗੇ ਮੂਹਰੇ ਪਏ ਆ, ਉਸੇ ਤਰ੍ਹਾਂ ਮੰਜਿਆਂ ਦੇ ਉੱਪਰ ਪਏ ਆ। ਪਰ ਕੁਝ ਕੁ ਗਿਣਤੀ ਦੇ ਜਿਨ੍ਹਾਂ ਤੇ ਮੇਰੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਤੇ ਉਹ ਗੁਰੂ ਕੀ ਸੰਗਤ ਦੇ ਵਿੱਚ ਆਉਣਾ ਕਰਦੇ ਆ। ਪਾਤਸ਼ਾਹ ਕਹਿਣ ਲੱਗੇ ਮਸਤਕ ਲਿਖਤ ਲਿਖੇ
ਗੁਣ ਗਾਏ। हे ਭਾਈ, ਤੇ ਫਿਰ ਜਦੋਂ ਤੂੰ ਇਹ ਉਦਮ ਉਪਰਾਲਾ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ, ਤੇ ਮਾਲਕ ਨੇ ਤੇਰੇ ਮਸਤਕ ਦੇ ਵਿੱਚ ਇਹ ਲੇਖ ਲਿਖਣਾ ਕਰ ਦਿੱਤੇ, ਚੰਗੇ ਗੁਣ ਭਰਨਾ ਕਰ ਦਿੱਤੇ, ਤੇ ਤਾਂ ਤੂੰ ਅੱਜ ਚੱਲ ਕੇ ਆਉਣਾ ਕਰਦਾ ਹੈ। ਇਸ ਕਰਕੇ ਤੂੰ ਸਿਫਤ ਸਲਾਹ ਕਰ। ਕਹਿਣ ਲੱਗੇ ਕਿਸ ਤਰ੍ਹਾਂ ਸਿਫਤ ਸਲਾਹ ਕਰ? ਮਿਲ ਸੰਗਤ ਪਾਰ ਪਰੋ। ਕਹਿਣ ਲੱਗੇ ਆ ਸੰਗਤ ਨੂੰ ਵਡਿਆਈ ਮੇਰੇ ਪਾਤਸ਼ਾਹ ਨੇ ਦਿੱਤੀ ਹੈ ਨਾ, ਇਸ ਸੰਗਤ ਦੇ ਵਿੱਚ ਬੈਠਣਾ ਕਰਕੇ, ਇਸ ਸੰਗਤ ਦੇ ਵਿੱਚ ਮਿਲਣਾ ਕਰਕੇ, ਮਿਲ ਸੰਗਤ ਪਾਰ ਪਰੋ। ਜਦੋਂ ਆਪਾਂ ਇਸ ਸੰਗਤ ਦੇ ਵਿੱਚ ਆਉਣਾ ਕਰਦੇ ਹਾਂ, ਸੰਗਤ ਦੇ ਵਿੱਚ ਬੈਠਣਾ ਕਰਦੇ ਹਾਂ, ਤੇ ਭਾਵ ਆਪਣਾ ਵਿੱਚੋਂ ਆਪਾਂ ਮੈਂ ਖਤਮ ਹੋ ਜਾਂਦਾ ਹੈ। ਇੱਥੇ ਕੋਈ ਦਵੈਤ ਭਾਵਨਾ ਨਹੀਂ ਹੈ। ਇੱਥੇ ਕਿਸੇ ਗਰੀਬ ਦੇ ਲਈ ਵੱਖਰੀ ਜਗ੍ਹਾ ਨਹੀਂ ਬਣੀ ਵੀ ਤੂੰ ਉਧਰਲੇ ਪਾਸੇ ਬੈਠਣਾ ਹੈ। ਇੱਥੇ ਕੋਈ ਅਮੀਰ ਦੇ ਲਈ ਕਹਿਣ ਲੱਗੇ ਵੱਖਰੀ ਜਗ੍ਹਾ ਨਹੀਂ ਬਣੀ ਹੋਈ ਵੀ ਤੇਰੇ ਲਈ ਆਹ ਕੁਰਸੀਆਂ ਲੱਗੀਆਂ ਸੋਹਣੀਆਂ ਤੂੰ ਇੱਥੇ ਬੈਠਣਾ ਨਹੀਂ। ਇੱਥੇ ਸਾਰਿਆਂ ਦੇ ਕਹਿਣ ਲੱਗੇ ਇੱਕੋ ਜਗ੍ਹਾ ਬਣੀ ਹੈ, ਇੱਕੋ ਜਗ੍ਹਾ ਤੇ ਆ ਕੇ ਨਤਮਸਤਕ ਹੋਣਾ ਹੈ, ਤੇ ਸਾਰਿਆਂ ਨੇ ਇਕੱਠੇ ਬੈਠ ਕੇ ਗੁਰੂ ਪਾਤਸ਼ਾਹ ਜੀ ਦੇ ਗੁਣਾਂ ਨੂੰ ਸੁਣਨਾ ਤੇ ਗੁਣਾਂ ਨੂੰ ਗਾਉਣਾ। ਤੇ ਜਿਹੜਾ ਕਹਿਣ ਲੱਗੇ ਆਪਾਂ ਭਾਵ ਹੈ ਮੈਂ ਮੇਰੀ ਹੈ ਵਿੱਚ, ਉਹ ਇੱਥੇ ਆ ਕੇ ਖਤਮ ਹੋਣਾ ਕਰ ਜਾਂਦੀ ਹੈ, ਤੇ ਇੱਥੋਂ ਨਜ਼ਰ ਪੈਣਾ ਕਰ ਜਾਂਦੀ ਹੈ। ਇੱਥੋਂ ਦਿਮਾਗ ਦੇ ਅੰਦਰ ਇੱਕ ਗੱਲ ਪੈ ਜਾਂਦੀ ਹੈ ਵੀ ਏਕ ਪਿਤਾ ਏਕ ਸਿਕੇ ਹਮਵਾਰਕ ਤੂੰ ਮੇਰਾ ਗੁਰਹਾਈ। ਇੱਥੋਂ ਸਾਨੂੰ ਸਮਝ ਪੈ ਜਾਂਦੀ ਹੈ ਵੀ ਕੋਈ ਵੱਖਰਾ ਪਣ ਨਹੀਂ ਹੈ, ਤੇ ਇੱਕੋ ਹੀ ਹੈ। ਤੇ ਪਰ ਫਿਰ ਕਹਿਣ ਲੱਗੇ ਸੰਗਤ ਪਾਰ ਪਰੋ। ਫਿਰ ਜਿਹੜਾ ਆ ਸੰਸਾਰ ਸਮੁੰਦਰ ਹੈ, ਕਹਿਣ ਲੱਗੇ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਤੂੰ ਸੰਗਤ ਦੇ ਰਾਹੀਂ ਤੇ ਤਰਨਾ ਕਰ ਜਾਵੇਂਗਾ, ਤਾਂ ਜਿਹੜੀ ਤੇਰੀ ਆਤਮਾ ਇਹ ਪਰਮਾਤਮਾ ਦੇ ਵਿੱਚ ਲੀਨ ਹੋਣਾ ਕਰ ਜਾਵੇਗੀ। ਸੰਸਾਰ ਸਮੁੰਦਰ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਲਹਿਰਾਂ। ਕਹਿਣ ਲੱਗੇ ਇਸ ਸੰਸਾਰ ਸਮੁੰਦਰ ਦੇ ਅੰਦਰ ਕਿਤੇ ਕਾਮ ਦੀ ਲਹਿਰ, ਕਿਤੇ ਕ੍ਰੋਧ ਦੀ ਲਹਿਰ, ਕਿਤੇ ਆਸਾ ਦੀ ਤ੍ਰਿਸ਼, ਕਿਤੇ ਕਹਿਣ ਲੱਗੇ ਮੋਹ ਦੀ ਲਹਿਰ, ਅਨੇਕ ਪ੍ਰਕਾਰ ਦੀਆਂ ਲਹਿਰਾਂ ਆਉਂਦੀਆਂ ਨੇ, ਤੇ ਉਸ ਲਹਿਰ ਦੇ ਵਿੱਚ ਜੀਵ ਫਸਣਾ ਕਰ ਜਾਂਦਾ। ਤੇ ਜਦੋਂ ਉਸ ਦੇ ਵਿੱਚ ਫਸ ਗਿਆ ਤਾਂ ਫਿਰ ਸੰਸਾਰ ਸਮੁੰਦਰ ਦੇ ਅੰਦਰ ਡੁੱਬਣਾ ਕਰ ਜਾਂਦਾ। ਤੇ ਪਰ ਮੇਰੇ ਪਾਤਸ਼ਾਹ ਕਹਿਣ ਲੱਗੇ ਜਦੋਂ ਤੂੰ ਇਸ ਸੰਗਤ ਦੇ ਵਿੱਚ ਆਉਣਾ ਕਰ ਗਿਆ ਨਾ, ਤੇ ਫਿਰ ਕਦੇ ਵਾਸਤੇ ਡੁੱਬਣਾ ਨਹੀਂ ਕਰਦਾ, ਤੇ ਫਿਰ ਤੂੰ ਆਪਣਾ ਜੀਵਨ ਹੈ ਜਿਹੜਾ ਉਸ ਨੂੰ ਸਫਲ ਕਰ ਲੈਣਾ। ਕਿਸ ਤਰ੍ਹਾਂ? ਤੇ ਪਾਤਸ਼ਾਹ ਕਹਿਣ ਲੱਗੇ ਆ ਇਕੱਤਰਤਾ ਬਣਾਉਣਾ ਕਰ। ਆਰੰਭਤਾ ਕਰਦੇ ਆ, ਪਹਿਲਾ ਜਿਹੜਾ ਬੰਦਾ ਹੈ, ਆਬਹੋ ਸੰਤ ਮਿਲਹੁ ਮੇਰੇ ਭਾਈ, ਮਿਲ ਹਰ ਹਰ ਕਥਾ ਕਰਹੁ। ਤੇ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਵੀ ਸਤਿਗੁਰੂ ਪਾਤਸ਼ਾਹ ਜੀ ਆਪਾਂ ਨੂੰ ਵਡਿਆਈ ਕੀ ਦਿੰਦੇ ਆ, ਤੇ ਆਪਾਂ ਨੂੰ ਵਡਿਆਈ ਅੱਜ ਦਾ ਜਿਹੜਾ ਬੰਦਾ ਹੈ, ਅੱਜ ਦਾ ਜਿਹੜਾ ਸ਼ਬਦ ਹੈ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਆ, ਆਬਹੋ ਸੰਤ ਮਿਲਹੁ ਮੇਰੇ ਭਾਈ। ਸਤਿਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਸਾਰੀ ਸੰਗਤ ਨੂੰ ਸੰਤ ਜਨ ਕਿਹਾ। ਆਵੋ ਸੰਤ ਹੋ। ਜਿੱਥੇ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਆ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਤੇ ਇੱਥੇ ਗੁਰੂ ਰਾਮਦਾਸ ਮਹਾਰਾਜ ਫਰਮਾਨ ਕਰਦੇ ਆ ਵੀ ਆਵੋ ਸੰਤ ਮਿਲੋ ਮੇਰੇ ਭਾਈ। ਤੇ ਹੈ ਕੋਈ ਐਸਾ ਗੁਰੂ ਜਿਹੜਾ ਕਹਿੰਦਾ ਹੋਵੇ ਤੂੰ ਮੇਰਾ ਭਰਾ ਹੈ? ਕਹਿਣ ਲੱਗੇ ਕੋਈ ਐਸਾ ਗੁਰੂ ਨਾਨਕ ਦੇ ਦਰ ਤੋਂ ਬਿਨਾ ਕੋਈ ਐਸਾ ਗੁਰੂ ਨਹੀਂ ਮਿਲਣਾ ਸੰਸਾਰ ਦੇ ਅੰਦਰ ਜਿਹੜਾ ਆਪਣਾ ਭਰਾ ਕਹਿੰਦਾ ਹੋਵੇ। ਗੁਰੂ ਰਾਮਦਾਸ ਆਪਾਂ ਨੂੰ ਸਾਰਿਆਂ ਨੂੰ ਆਪਣੇ ਭਰਾ, ਭੈਣਾਂ ਨੂੰ ਭੈਣ ਸ਼ਬਦ ਹੈ ਵੀ ਸਾਰੇ ਜਾਣੇ ਐ ਮੇਰੇ ਭਾਈ, ਆਪਾਂ ਮਿਲ ਕੇ ਬੈਠਣਾ ਕਰੀਏ। ਤੇ ਹੁਣ ਆਪਾਂ ਸਾਰੇ ਜਾਣੇ ਮਿਲ ਕੇ ਬੈਠਣਾ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਨਤਮਸਤਕ ਹੋ ਕੇ। ਹੁਣ ਫਿਰ ਜਿਸ ਵੇਲੇ ਬੈਠਣਾ ਕਰਦੇ ਆ, ਕਹਿਣ ਲੱਗੇ ਹੇ ਭਾਈ ਹੁਣ ਤਾਂ ਕਰਨਾ ਕੀ ਹੈ, ਤੂੰ ਆ ਕੇ ਬੈਠਣਾ ਕਰ ਗਿਆ ਐ ਮੇਰੇ ਭਰਾ ਗੁਰੂ ਰਾਮਦਾਸ ਮਹਾਰਾਜ। ਕਹਿਣ ਲੱਗੇ ਹੁਣ ਆਪਾਂ ਸਾਰੇ ਜਾਣਿਆਂ ਨੇ ਰਲ ਕੇ ਇਹ ਕੰਮ ਕਰਨਾ ਹੈ, ਮਿਲ ਹਰ ਹਰ ਕਥਾ ਕਰਹੁ। ਤੇ ਸਾਰੇ ਜਾਣੇ ਮਿਲ ਕੇ ਇੱਕ ਮਨ ਇੱਕ ਚਿੱਤ ਹੋ ਕੇ ਆਪਾਂ ਆਰੰਭਤਾ ਕੀਤੀ ਹੈ ਨਾ। ਆਰੰਭਤਾ ਦੇ ਵਿੱਚ ਆਪਾਂ ਇਹ ਕਿਹਾ ਵੀ ਮਨ ਦੀ ਇਕਾਗਰਤਾ ਤੇ ਕਥਾ ਦੀ ਆਰੰਭਤਾ। ਤੇ ਮਿਲ ਹਰ ਹਰ ਕਥਾ ਕਰੋ, ਮਿਲ ਭਾਵ ਮਿਲ ਕੇ ਸਾਰੇ ਜਾਣੇ ਬੈਠਣਾ ਕਰੀਏ। ਮਨ ਦੇ ਵਿੱਚੋਂ ਦਵੈਤ ਭਾਵਨਾਵਾਂ, ਈਰਖਾ, ਉਹ ਸਾਰਾ ਕੁਝ ਸਾਡੇ ਮਨ ਦੇ ਵਿੱਚੋਂ ਖਤਮ। ਭਾਵ ਉਹ ਨਹੀਂ ਹੋਣਾ ਚਾਹੀਦਾ ਵੀ ਮੇਰੇ ਲਵੇ ਆ ਬੈਠਾ ਤੇ ਮੈਂ ਇਹ ਇਸ ਤਰ੍ਹਾਂ ਦਾ, ਇਹਦਾ ਜੀਵਨ ਇਸ ਤਰ੍ਹਾਂ ਦਾ, ਕਹਿਣ ਲੱਗੇ ਨਹੀਂ।
ਅਸੀਂ ਕਿਸੇ ਦੇ ਲਈ ਇੱਥੇ ਸਾਨੂੰ ਇੱਕ ਪਤਾ ਹੋਣਾ ਚਾਹੀਦਾ, ਇੱਥੇ ਸਾਨੂੰ ਇੱਕ ਯਾਦ ਹੋਣੀ ਚਾਹੀਦੀ ਹੈ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੈ ਸੋਏ। ਤੇ ਆਪਣੇ ਆਪ ਨੂੰ ਚੰਗਾ ਨਾ ਸਮਝ ਤੇ ਦੂਸਰੇ ਨੂੰ ਮਾੜਾ ਨਾ ਕਹੇ, ਕਹਿਣ ਲੱਗੇ ਤੂੰ ਆਪਣੇ ਨੂੰ ਕਹੇ। ਤੇ ਪਾਤਸ਼ਾਹ ਕਹਿਣ ਲੱਗੇ ਸਾਰੇ ਜਾਣੇ ਮਿਲ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੀਏ। ਹੁਣ ਆਪਾਂ ਉਸ ਨਿਰੰਕਾਰ ਦੇ ਗੁਣਾਂ ਨੂੰ ਸਾਰੇ ਜਾਣੇ ਮਿਲ ਕੇ ਗਾ ਰਹੇ ਹਾਂ, ਸੁਣ ਰਹੇ ਹਾਂ, ਮਨ ਦੀ ਇਕਾਗਰਤਾ ਬਣੀ ਹੈ। ਇਹਨੂੰ ਕਹਿੰਦੇ ਹੈ ਵੀ ਹਰ ਹਰ ਕਥਾ ਕਰੋ। ਉਸ ਹਰੀ ਪਰਮਾਤਮਾ ਦੇ ਜਿਹੜੇ ਮਨ ਨੂੰ ਹਰਿਆ ਭਰਿਆ ਕਰਨ ਵਾਲੇ ਨੇ, ਤੇ ਉਸ ਗੁਣਾਂ ਨੂੰ ਗਾਉਣਾ ਕਰ ਜਿਹੜਾ ਤੇਰਾ ਕਹਿਣ ਲੱਗੇ ਜੀਵਨ ਤਬਦੀਲ ਕਰ ਦਿੰਦੇ ਆ। ਐਸੇ ਬਚਨ ਨੇ। ਤਬਦੀਲੀ ਕਿਸ ਤਰ੍ਹਾਂ ਜੀਵਨ ਦੇ ਅੰਦਰ ਤਬਦੀਲੀ ਆਉਣਾ ਕਰ ਜਾਂਦੀ ਹੈ, ਸ਼ਬਦ ਦੇ ਨਾਲ ਤਬਦੀਲੀ ਆਉਂਦੀ ਹੈ। ਜਦੋਂ ਕਿਸੇ ਕਹਿਣ ਲੱਗੇ ਗੁਰੂ ਦੇ ਪਿਆਰੇ ਨੇ, ਰੱਬ ਦੀ ਬੰਦਗੀ ਕਰਨ ਵਾਲੇ ਨੇ ਤੈਨੂੰ ਚੰਗੇ ਸ਼ਬਦ ਕਹੇ ਤੇ ਤੂੰ ਮਾੜਾ ਕੰਮ ਛੱਡ ਕੇ ਚੰਗੇ ਗੁਣਾਂ ਨੂੰ ਅਪਣਾਉਣਾ ਕਰਕੇ ਉਸ ਰਸਤੇ ਤੇ ਚੱਲ ਪੈਣਾ। ਪਰ ਜੀ ਕਹਿਣ ਲੱਗੇ ਕੋਈ ਐਸਾ ਮਨੁੱਖ ਮਿਲਣਾ ਕਰ ਜਾਵੇ, ਚੋਰ ਮਿਲਣਾ ਕਰ ਜਾਵੇ, ਕੋਈ ਯਾਰ ਮਿਲਣਾ ਕਰ ਜਾਵੇ, ਪਰ ਉਸ ਵੇਲੇ ਉਸ ਮਨੁੱਖ ਨੇ ਕਿਹਾ ਤੂੰ ਤਾਂ ਭੁਲੇਖੇ ਦੇ ਅੰਦਰ ਫਿਰਦਾ ਹੈ, ਤੂੰ ਆ ਮੇਰੇ ਨਾਲ ਚੱਲ। ਆ ਕਹਿਣ ਲੱਗੇ 2 ਮਿੰਟਾਂ ਦਾ ਕੰਮ ਹੈ ਤੇ ਆਪਾਂ ਆ ਕੰਮ ਕਰਕੇ ਚੋਰੀ ਕਰਕੇ ਚੰਗਾ ਚੋਖਾ ਖਾਣਾ ਕਰਾਂਗੇ ਤੇ ਚੰਗਾ ਚੋਖਾ ਪਹਿਨਣਾ ਕਰਾਂਗੇ। ਜਦੋਂ ਇਹ ਗੱਲਾਂ ਮਨੁੱਖ ਦੇ ਕੰਨਾਂ ਦੇ ਵਿੱਚ ਪੈ ਗਈਆਂ ਤੇ ਪਤਾ ਹੈ ਨਹੀਂ, ਤੇ ਉਸ ਵੇਲੇ ਉਹਨੇ ਕਹਿਣਾ ਵੀ ਚੱਲ ਚੱਲੀਏ, ਫਿਰ ਤੇਰੇ ਨਾਲ ਚੱਲਣਾ ਕਰਦੇ ਆ। ਤੇ ਇਧਰਲੇ ਪਾਸਿਓਂ ਆਉਂਦੇ ਤਾਂ ਕਹਿਣ ਲੱਗੇ ਪਾਸਾ ਬਟਣਾ ਕਰ ਗਿਆ, ਤੇ ਪਰ ਉਧਰਲੇ ਪਾਸੇ ਨੂੰ ਤੁਰਨਾ ਕਰ ਗਿਆ। ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਕੀ ਕਹਿੰਦੇ ਆ ਇਹਨਾਂ ਦੇ ਲਈ, ਜਿਹੜੇ ਇਸ ਰਸਤੇ ਤੇ ਚੱਲਣਾ ਕਰਦੇ ਆ, ਉਹਨੂੰ ਮੇਰੇ ਪਾਤਸ਼ਾਹ ਬਾਣੀ ਅੰਦਰ ਫਰਮਾਨ ਕਰਦੇ ਆ ਵੀ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਕਹਿਣ ਲੱਗੇ ਇਧਰਲੇ ਪਾਸੇ ਜਿੱਥੋਂ ਚੰਗੀ ਸਿੱਖਿਆ ਮਿਲਣੀ ਸੀ, ਇਸ ਪਾਸਿਓਂ ਪਾਸਾ ਵਟ ਲਿਆ ਤੇ ਮਾੜੇ ਕੰਮ ਨੂੰ ਕਹਿਣ ਲੱਗੇ ਉਧਰ ਨੂੰ ਚੱਲ ਪਿਆ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਤੇ ਇਧਰਲੇ ਪਾਸਿਓਂ ਕਹਿਣ ਲੱਗੇ ਆਪਣੇ ਜੀਵਨ ਨੂੰ ਸਵਾਉਣਾ ਕਰ ਦਿੱਤਾ। ਤੇ ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ। ਤੇ ਜਿਹੜਾ ਅੱਜ ਦਾ ਸਮਾਂ ਹੈ, ਇਹ ਸਮਾਂ ਕਹਿਣ ਲੱਗੇ ਕਲਯੁਗ ਦਾ ਹੈ। ਇਸ ਕਲਯੁਗ ਦੇ ਅੰਦਰ ਤੇ ਆ ਨਾਮ ਰੂਪੀ ਜਹਾਜ਼ ਹੈ। ਕਹਿਣ ਲੱਗੇ ਜੇ ਤੂੰ ਆਪਣੇ ਜੀਵਨ ਦੇ ਅੰਦਰ ਅਪਣਾਉਣਾ ਕਰ ਲਵੇਂਗਾ, ਆਤਮਾ ਨੂੰ ਇਸ ਨਾਮ ਰੂਪੀ ਜਹਾਜ਼ ਤੇ ਚੜਾਉਣਾ ਕਰ ਲਵੇਂਗਾ, ਤਾਂ ਸੰਸਾਰ ਸਮੁੰਦਰ ਪਾਰ ਹੋ ਜਾਵੇਗਾ। ਅਗਲੀ ਪੰਕਤੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਆ ਵੀ ਹਰ ਹਰ ਨਾਮ ਬੋਹਿਤ ਹੈ ਕਲ ਯੁਗ। ਤੇ ਭਾਈ ਜਿਹੜਾ ਆ ਸਮਾਂ ਚੱਲਦਾ ਹੈ ਨਾ, ਕਲਾਂ ਦਾ ਯੁੱਗ, ਕਲ ਯੁੱਗ, ਤੇ ਇਸ ਦੇ ਵਿੱਚ ਸਦਾ ਵਾਸਤੇ ਹਰੀ ਪਰਮੇਸ਼ਰ ਦੇ ਵੱਲੋਂ, ਉਸ ਪਰਮਾਤਮਾ ਦੇ ਵੱਲੋਂ ਕਹਿਣ ਲੱਗੇ ਆ ਤੇਰੇ ਲਈ ਇੱਕ ਨਾਮ ਰੂਪੀ ਜਹਾਜ਼ ਬਣਾ ਕੇ ਭੇਜਿਆ ਪਾਤਸ਼ਾਹ ਨੇ, ਗੁਰੂ ਨਾਨਕ ਮਹਾਰਾਜ ਨੇ। ਛੜਦੀ ਬਲਦੀ ਲੁਕਾਈ ਨੂੰ, ਜਿਸ ਵੇਲੇ ਲੁਕਾਈ ਇੱਥੇ ਰੋਂਦੀ ਸੀ, ਧਾਹਾਂ ਮਾਰਨਾ ਕਰਦੀ ਸੀ, ਜਿਸ ਵੇਲੇ ਆ ਧਰਤੀ ਦੀਆਂ ਪਕਾਰਾਂ ਸਨ, ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਹੋਇਆ। ਹਰ ਹਰ ਨਾਮ ਬੋਹਿਤ ਹੈ ਕਲ ਯੁਗ। ਆਪਾਂ ਵੇਖਣਾ ਕਰਦੇ ਆ। ਕਹਿਣ ਲੱਗੇ ਫਿਰ ਇਸ ਕਲ ਯੁਗ ਦੇ ਅੰਦਰ ਨਾਮ ਰੂਪੀ ਜਹਾਜ਼ ਹੈ ਤੇਰੀ ਆਤਮਾ ਦੇ ਲਈ ਬਣ ਕੇ ਆਇਆ। ਤੇ ਆਪਾਂ ਬਾਣੀ ਪੜ੍ਹਦੇ ਆ ਸਤਿਗੁਰੂ ਪਾਤਸ਼ਾਹ ਜੀ ਦੀ। ਇਸ ਬਾਣੀ ਦੇ ਅੰਦਰ ਆਪਾਂ ਨੂੰ ਮੇਰੇ ਪਾਤਸ਼ਾਹ ਸੋਝੀ ਦੇਣਾ ਕਰਦੇ ਨੇ। ਕੀ ਸੋਝੀ ਦਿੰਦੇ ਆ? ਕਹਿਣ ਲੱਗੇ ਐ ਮਨੁੱਖ, ਇਹ ਜਿਹੜਾ ਨਾਮ ਹੈ, ਇਹ ਜਿਹੜਾ ਸ਼ਬਦ ਹੈ, ਕਹਿਣ ਲੱਗੇ ਇਹ ਧੁਰ ਦਰਗਾਹ ਦੇ ਵਿੱਚੋਂ ਆਇਆ। ਸ਼ਬਦ ਪੜ੍ਹਦੇ ਹਾਂ ਆਪਾਂ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਕਹਿਣ ਲੱਗੇ ਇਹ ਧੁਰ ਦਰਗਾਹ ਦੇ ਵਿੱਚੋਂ ਆਈ ਹੈ, ਤੇ ਇਹਦੇ ਨਾਲ ਆਮ ਮਨੁੱਖਾਂ ਦਾ ਕਹਿਣ ਲੱਗੇ ਕੋਈ ਸੰਬੰਧ ਨਹੀਂ। ਸੰਸਾਰਕ ਬੋਲ ਨਹੀਂ ਹਨ, ਇਹ ਸੰਸਾਰਕ ਲਿਖਤ ਨਹੀਂ ਹੈ, ਇਹ ਕਿਸੇ ਦੀ ਕਵਿਤਾ ਨਹੀਂ ਲਿਖੀ ਹੋਈ, ਇਹ ਕਿਸੇ ਦੇ ਗੀਤ ਨਹੀਂ ਲਿਖੇ ਹੋਏ। ਬਾਬਾ ਕਬੀਰ ਜੀ ਕਹਿਣ ਲੱਗੇ ਲੋਕ ਜਾਣਾ ਇਹ ਗੀਤ ਹੈ। ਕਹਿਣ ਲੱਗੇ ਸੰਸਾਰ ਦੇ ਲੋਕ ਇਹ ਵੀ ਸਮਝੀ ਬੈਠੇ ਨੇ ਕਿਤੇ ਇਹ ਵੀ ਆਮ ਗੀਤ ਨੇ। ਕਹਿਣ ਲੱਗਿਆ ਨਹੀਂ ਐ ਮਨੁੱਖ, ਐ ਪ੍ਰਾਨੀ, ਇਹ ਗੀਤ ਨਹੀਂ ਹੈ। ਲੋਕ ਜਾਣਾ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਕਹਿਣ ਲੱਗੇ ਉਸ ਪ੍ਰਮਾਤਮਾ ਦੀ, ਬ੍ਰਹਮ ਦੀ ਵਿਚਾਰ ਹੈ, ਇਹ ਗੀਤ ਨਹੀਂ ਹੈ, ਇਹ ਕਵਿਤਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਹ ਜੀਵਨ ਨੂੰ ਤਬਦੀਲ ਕਰਦੀ ਹੈ, ਮਨ ਦੇ ਅੰਦਰ ਗਿਆਨ ਦੇਣਾ ਕਰਦੀ ਹੈ। ਕਹਿਣ ਲੱਗੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ
मिटाई। कहन लगे ਜਿਹੜੀਆਂ तेरे मन के अंदर चिंतावां सन, चिंता दे विच फसिया होए है ते हमेशा वास्ते तेरे मन दीयां चिंता नूं दूर करदा है। जैसी मैं आवे खसम की बाणी ते तैसरा करी ज्ञान वे लालो। कहन लगे ये खसम दी बाणी है, मैं कोई अपने वल्लों नहीं कह रहा। सतगुरु गुरु नानक पातशाह कहन लगे ऐ लालो ते मैं जिहड़ी गल कह रहा, कहन लगे ये आकाश बाणी है, ये उस परमात्मा दे बोल ने ते ये अगे होण वाला है। इसे करके पातशाह कहन लगे हर हर नाम बोहित है कल युग। कहन लगे फिर ऐ प्राणी तू सदा वास्ते अपने जीवन दे अंदर परमेश्वर दे नाम नूं बसाउणा कर लै ते अपनी आत्मा नूं इस नाम रूपी जहाज दे उपर चढ़ाउणा कर लै। की है खेवट गोरा शब्द तरह ते सदा वास्ते फिर आ शब्द दे नाल संसार समुंदर दे विचों तरिया जाना। कहन लगे होर कोई तरन दा वसीला नहीं है। ते इसे करके पातशाह कहन लगे काया नगर मह राम रस ऊतम क्यों पाईए उपदेश जन करहो। कहन लगे सारियां दे नालों उत्तम ये जिहड़ा शब्द है सारियां दे नालों उत्तम है। काया नगर मह राम रस उत्तम। कहन लगे आ गुरु पातशाह जी का जिहड़ा नाम है ना, जिहड़ा आ रस है, कहन लगे ज्ञान ये सारियां नालों उत्तम है। पहला बेनती की है ना भी जिहड़ियां संसार दीयां गल्लां ने वो सानू भरमा लैंदियां ने, असीं भरमना कर जाने आ, उस दे नाल लगना कर जाने आ। जिस तरह पहला गल कीती है भी किसी ने चोरी की गल कर लई, पर उहदे नाल मनुख चलिया जांदा है, क्योंकि हमेशा वास्ते जिहड़ी जहर है वो बड़ा छेती काम करदी है ते पर जिहड़ा रस है वो बहुत समा काम करन नूं लाउंदा है। संसारक तौर पर आपां शरीर की एक गल कर लीए, उदाहरण ले लीए छोटी जी ते शरीर नूं कहण लगे रस देण दे लई, शरीर नूं तंदरुस्त बनाउण दे लई आपां रस पीना करिए। मन लो कहण लगे इस तरह मेवे खाना करिए, काजू बादाम खाना करिए, पर वो तकरीबन 6-7 दिन लंघण तो बाद वो ताकत देना करदे है। रस पीना कर लईए वो तकरीबन 24 या 48 घंटे लंघण तो बाद कहण लगे उस रस की जिहड़ी एनर्जी है, जिहड़ी ताकत है, जिहड़े उहदे विच गुण ने, जिहड़े उहदे विच विटामिन ने, वो सानू कहण लगे तकरीबन 24 या 48 घंटिया तो बाद शरीर नूं मिलना करदे, ताकत मिलना करदी है। पर जिहड़ी कहण लगे जहर है, जिहड़ी विख है, आपां वेखना करदे आ कोई मनुख माड़े कर्मां वाला भागां वाला कोई ऐसा कहण लगे कोई जहर पीना कर लवे, कोई गोली खाना कर लवे एट ए टाइम ते मिनट 2-4 नहीं लंघण लगदे, उस वेले कहण लगे मनुख मूँह दे विचों झग ते इस धरती ते डिगना कर जाता है। जहर खाण दे नाल पीण दे नाल कहण लगे मिनट 2-4 लगना करदे आ, उस वेले असर कर जाती है, क्यों जहर है ते पर रस है जिहड़ा विटामिन है, कहण लगे वो शरीर नूं कुछ समा लंघण तो बाद, कुछ दिन लंघण तो बाद ते फिर ताकत देना करदा है। इसे तरह ऐ मनुख, ऐ मेरे मन, ऐ प्राणी, आ गुरु पातशाह जी का जिहड़ा शब्द है, कहण लगे इस तरह समझना कर लै भी तेरे मन नूं ताकत देण वास्ते विटामिन है। तू हुण कहण लगे रस पीना करदा है, पातशाह जी ने राम रस वरतिया शब्द, राम रस उत्तम। कहण लगे सारियां दे नालों जिहड़ा परमेश्वर दा रस है, भाव नाम है, ये सारे रसां दे नालों उपर रस है। पर जिहड़ियां संसारक गल्लां ने, जिहड़े गंदे गीत ने, जिहड़ियां ऐसियां गल्लां ने, वो मनुख नूं उसे वक्त भरमा लैंदियां ने, उधर नूं चलिया जांदा। पर इधरले रस्ते ते चलना कहण लगे बड़ा औखा। पर ना, सतगुरु गुरु रामदास महाराज कहण लगे क्यों पाईए उपदेश जन करहो। हे भाई तू फिर ये दस, इस रस नूं छड्डना करके, इस गुणा नूं छड्डना करके कहण लगे आ तू औगण वाले क्यों अपनाउणा कर लेने। पर दूसरे बंद, इसे बंद दे अंदर दूसरी पंक्ति है, सतगुरु पातशाह कहण लगे सतगुर सेव सफल हर दर्शन मिल अमृत हर हर रस पीहो। पर जदों दर्शनां दी गल आउंदी है ना, कि उस दर्शनां दे विच असीं बड़ा फस जाते हैं। पर दर्शनां दी गल आउंदी है ते असीं जिस तरह कहण लगी आम मनुख ने सानू भरमाउणा कर लिया, गल ऐसी कह दी ते उसे मगर असीं लगना कर जाते हैं। इसे तरह एक घटना आउंदी है, सतगुरु गुरु अर्जन देव महाराज का सिख है जिहदा नाम है भाई तरलोका।
ਤੇ ਸਤਿਗੁਰੂ ਪਾਤਸ਼ਾਹ ਦੀ ਗੋਦ ਦੇ ਵਿੱਚ ਰਹਿੰਦਿਆਂ ਹੋਇਆਂ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਵਾਰਿਆ ਤੇ ਆਪਣੇ ਜੀਵਨ ਨੂੰ ਸਵਾਰ ਕੇ ਆਪਣੇ ਨਗਰ ਘਰ ਦੇ ਵਿੱਚ ਚਲਿਆ ਗਿਆ। ਸਤਿਗੁਰੂ ਪਾਤਸ਼ਾਹ ਜੀ ਨੇ ਭੇਜਣਾ ਕਰ ਦਿੱਤਾ। ਭਾਈ ਮੰਝ ਨੂੰ ਆਪਣੇ ਪਿੰਡ ਭੇਜਿਆ। ਭਾਈ ਬਹਿਲੋ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਪਿੰਡ ਭੇਜਿਆ। ਕਹਿਣ ਲੱਗੇ ਜਾ ਭਾਈ ਬਹਿਲੋ, ਤੇ ਹੁਣ ਤੂੰ ਆਪਣੇ ਘਰ ਚਲਿਆ ਜਾ, ਉੱਥੇ ਜਾ ਕੇ ਤੇ ਪ੍ਰਚਾਰ ਕਰਨਾ। ਭਾਈ ਮੰਝ ਨੂੰ ਭੇਜਿਆ ਗਿਆ, ਜਾ ਤੇਰੀ ਇੱਥੇ ਡਿਊਟੀ ਲੱਗਣਾ ਕਰ ਗਈ ਹੈ। ਪਰ ਕਦੋਂ ਭੇਜਿਆ? ਕਹਿਣ ਲੱਗੇ ਜਦੋਂ ਉਸ ਦਾ ਜੀਵਨ ਸਫਲ ਹੋਣਾ ਕਰ ਗਿਆ, ਜਦੋਂ ਉਸ ਨੂੰ ਸਿੱਖਿਆ ਮਿਲਣਾ ਕਰ ਗਈ। ਤੇ ਪਰ ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਹੈ ਭਾਈ ਤਰਲੋਕਾ ਗੜ੍ਹ ਸ਼ੰਕਰ ਦੇ ਰਹਿਣ ਵਾਲਾ। ਤੇ ਉਸ ਵੇਲੇ ਉਸ ਦੀ ਸੇਵਾ ਜਿਹੜੀ ਉਹ ਸਫਲ ਹੋ ਗਈ ਹੈ, ਉਸ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਹੁਣ ਉਪਦੇਸ਼ ਤੇ ਸ਼ੁਰੂ ਹੋ ਗਿਆ। ਤੇ ਪਰ ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਤਰਲੋਕਿਆ ਤੇਰੀ ਸੇਵਾ ਜਿਹੜੀ ਉਹ ਸਫਲ ਹੈ, ਹੁਣ ਤੂੰ ਐਂ ਕਰ ਤੇ ਹੁਣ ਤੇਰੀ ਡਿਊਟੀ ਹੈ, ਤੂੰ ਆਪਣੇ ਘਰ ਚਲਿਆ ਜਾ ਤੇ ਤੂੰ ਆਪਣੇ ਘਰ ਜਾ ਕੇ ਤੇ ਪ੍ਰਚਾਰ ਕਰਨਾ ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਦਾ। ਤੇ ਬੇਨਤੀ ਪ੍ਰਵਾਨ ਕੀਤੀ ਹੈ, ਗੁਰੂ ਪਾਤਸ਼ਾਹ ਦਾ ਹੁਕਮ ਮੰਨ ਲਿਆ। ਤੇ ਉਸ ਵੇਲੇ ਜਦੋਂ ਹੁਕਮ ਮੰਨ ਕੇ ਆਪਣੇ ਘਰ ਦੇ ਵਿੱਚ ਚਲਿਆ ਗਿਆ, ਆਪਣੇ ਘਰ ਦੇ ਵਿੱਚ ਰਹਿਣਾ ਕਰਦਾ ਹੈ, ਤੇ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਦੀ ਵਿਚਾਰ ਕਰਦਾ ਹੈ, ਸਿੱਖੀ ਨੂੰ ਫੈਲਾਉਣਾ ਕਰਦਾ ਹੈ। ਜਿਹੜਾ ਵੀ ਆਉਂਦਾ ਹੈ ਉਹਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਣਾਂ ਬਾਬਤ, ਬਾਣੀ ਦੇ ਬਾਬਤ ਸਿੱਖਿਆ ਦੇਣਾ ਕਰਦਾ ਹੈ, ਭਾਵ ਪ੍ਰਚਾਰਕ ਥਾਪਣਾ ਕਰ ਦਿੱਤਾ। ਤੇ ਉਸ ਗੜ੍ਹ ਸ਼ੰਕਰ ਦੇ ਵਿੱਚ ਆਪਣੇ ਘਰ ਦੇ ਵਿੱਚ ਰਹਿ ਰਿਹਾ, ਪਰ ਉੱਥੇ ਨਾਲ ਦੀ ਨਾਲ ਸਮਿਆਂ ਦੇ ਮੁਤਾਬਕ ਅੱਜ ਵੀ ਬਹੁਤ ਨੇ। ਤੇ ਉਹ ਸਮੇਂ ਵੀ ਡੇਰੇ ਹੋਇਆ ਕਰਦੇ ਸੀ। ਆਮ ਮਨੁੱਖ ਡੇਰਿਆਂ ਦੇ ਵਿੱਚ ਆ ਕੇ ਬੈਠਣਾ ਕਰਦੇ। ਸਾਰਿਆਂ ਦੀ ਗੱਲ ਨਹੀਂ ਹੈ, ਖਿਮਾ ਕਰਨੀ, ਮੈਂ ਪਖੰਡੀਆਂ ਦੀ ਗੱਲ ਕਰ ਰਿਹਾ, ਸੰਤਾਂ ਮਹਾਤਮਾ ਮਹਾਪੁਰਸ਼ਾਂ ਦੀ ਗੱਲ ਨਹੀਂ ਹੈ। ਤੇ ਆਪਣੇ ਨੇੜੇ ਦੇਖਣਾ ਕਰ ਲਈਏ, ਨਗਰ ਧੂਰਕੋਟ ਸ੍ਰੀਮਾਨ ਸੰਤ ਬਾਬਾ ਬਰਿਆਮ ਸਿੰਘ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਅਨੇਕਾਂ ਬੱਚਿਆਂ ਨੂੰ ਵਿੱਦਿਆ ਦੇ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੇਜਿਆ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਵਾਰਿਆ ਤੇ ਲੱਖਾਂ ਦੀ ਜ਼ਿੰਦਗੀ ਨੂੰ ਸਵਾਰਨਾ ਕੀਤਾ। ਉਹ ਸੰਤ ਜਾਣੇ ਆਪ ਜਪੈ ਅਬਰਾ ਨਾਮ ਜਪਾਵੈ, ਉਹ ਸੰਤ ਜਾਣੇ। ਪਰ ਜਿਹੜੇ ਉਹਨਾਂ ਦੀ ਉਸੇ ਤਰ੍ਹਾਂ ਵੇਖ ਲਿਆ ਵੀ ਇਹਨਾਂ ਦੇ ਵੀ ਲੋਕ ਪੁਜਾਰੀ ਬਣਨਾ ਕਰ ਗਏ, ਇਹ ਨਹੀਂ ਵੇਖਿਆ ਇਹਨਾਂ ਦੇ ਵਿੱਚ ਗੁਣ ਸਨ, ਨਹੀਂ। ਉਸੇ ਤਰ੍ਹਾਂ ਦੇਖ ਲਿਆ ਵੀ ਇਹਨਾਂ ਨੇ ਵੀ ਇੰਨਾ ਕੀਤਾ ਹੋਇਆ, ਆਪਾਂ ਵੀ ਇਸੇ ਤਰ੍ਹਾਂ ਕਰਕੇ ਆਪਣਾ ਤੋਰੀ ਫੁਲਕਾ ਚਲਾਉਣਾ ਕਰ ਲਈਏ, ਕਹਿਣ ਤੋਂ ਮੁਰਾਦ। ਪਰ ਉੱਥੇ ਰਹਿਣ ਵਾਲਾ ਤੇ ਇੱਕ ਜੋਗੀ ਜਨ ਹੈ, ਤੇ ਉਹ ਲੋਕਾਂ ਨੂੰ ਭਰਮ ਭੁਲੇਖੇ ਦੇ ਵਿੱਚ ਪਾਇਆ ਹੋਇਆ, ਜਿਸ ਦਾ ਨਾਮ ਹੈ ਸ਼ਿਵਨਾਥ। ਤੇ ਉੱਥੇ ਉਹ ਰਹਿਣਾ ਕਰਦਾ ਹੈ। ਤੇ ਪਰ ਉਸ ਵੇਲੇ ਉਹਨੇ ਵੇਖਿਆ, ਉਹ ਕਹਿਣ ਲੱਗਿਆ ਵੀ ਮੇਰਾ ਜਿਹੜਾ ਬੋਲਬਾਲਾ ਹੈ ਬਹੁਤ ਸੀ ਪਹਿਲਾਂ, ਪਰ ਜਿੱਦਾਂ ਦਾ ਆ ਤਰਲੋਕਾ ਆਉਣਾ ਕਰ ਗਿਆ ਅੰਮ੍ਰਿਤਸਰੋਂ ਨਾ, ਉਦੋਂ ਦਾ ਮੇਰਾ ਬੋਲਬਾਲਾ ਘਟਣਾ ਕਰ ਗਿਆ, ਤੇ ਮੇਰੇ ਕੋਲੇ ਘੱਟ ਆਉਂਦੇ ਨੇ ਤੇ ਉਹਦੇ ਕੋਲੇ ਵੱਧ ਜਾਣਾ ਕਰਦੇ ਨੇ। ਇਹ ਕੀ ਗੱਲ ਹੈ? ਕੁਛ ਦਿੰਦਾ ਨਹੀਂ, ਉਹ ਕਰਦਾ ਨਹੀਂ ਕੋਲੋਂ। ਤੇ ਪਰ ਮੈਂ ਬੜਾ ਕੁਛ ਕਰਕੇ ਦਿੰਨਾ, ਕਿਸੇ ਨੂੰ ਭੂਤੀ ਕਰਕੇ ਦਿੰਨਾ, ਕਿਸੇ ਨੂੰ ਪਾਣੀ ਕਰਕੇ ਦਿੰਨਾ, ਕਿਸੇ ਨੂੰ ਕਹਿਣ ਲੱਗੇ ਲੈਂਚੀਆਂ ਕਰਕੇ ਦਿੰਨੇ ਆ, ਕਿਸੇ ਨੂੰ ਤਾਗੇ ਕਰਕੇ ਦੇਣਾ ਕਰਦੇ ਆ, ਅਨੇਕ ਚੀਜ਼ਾਂ ਦੇਣਾ ਕਰਦੇ ਆ, ਪਰ ਮੇਰੀ ਪਹਿਲਾਂ ਨਾਲੋਂ ਘਟਣਾ ਕਰ ਗਈ ਹੈ ਤੇ ਉਸ ਦੀ ਵਧਣਾ ਕਰ ਗਈ ਹੈ, ਤੇ ਸ਼ਰੀਕ ਹੋ ਗਿਆ ਬਰਾਬਰ ਦਾ, ਕਹਿਣ ਤੋਂ ਮੁਰਾਦ। ਤੇ ਉਸ ਵੇਲੇ ਸ਼ਿਵਨਾਥ ਜੋਗੀ ਨੇ ਇੱਕ ਪਖੰਡ ਰਚਨਾ ਕਰ ਲਿਆ, ਪਖੰਡ। ਤੇ ਪਖੰਡ ਰਚ ਕੇ ਕੀ ਕਰਦਾ ਹੈ, ਤੇ ਦੂਸਰਾ ਦਿਨ ਜਦੋਂ ਚੜ੍ਹਨਾ ਕਰਦਾ ਹੈ, ਤੇ ਜਿਹੜਾ ਵੀ ਆਪਣਾ ਚੇਲਾ ਉਹ ਚੇਲੇ ਨੂੰ ਕਹਿਣ ਲੱਗਿਆ ਵੀ ਚੇਲਿਆ ਗੱਲ ਸੁਣ ਲੈ, ਵੀ ਰਾਤ ਐਸੀ ਕਿਰਪਾ ਹੋਈ ਮੇਰੇ ਤੇ। ਤੇ ਉਹ ਕਹਿਣ ਲੱਗਿਆ ਮਹਾਰਾਜ ਕੈਸੀ ਕਿਰਪਾ? ਕਹਿਣ ਲੱਗੇ ਰਾਤ ਸ਼ਿਵ ਜੀ ਚੱਲ ਕੇ ਆ ਗਿਆ। ਕਹਿਣ ਲੱਗਿਆ ਅੱਛਾ ਮਹਾਰਾਜ ਇੱਥੇ ਚੱਲ ਕੇ ਆ ਗਿਆ? ਕਹਿਣ ਲੱਗਿਆ ਹਾਂ, ਆਪਣੇ ਡੇਰੇ ਦੇ ਵਿੱਚ ਰਾਤ ਸ਼ਿਵ ਜੀ ਮਹਾਰਾਜ ਚੱਲ ਕੇ ਆਏ। ਤੇ ਕਹਿਣ ਲੱਗਿਆ ਫਿਰ ਮਹਾਰਾਜ ਕੀ ਕਹਿੰਦੇ? ਤੇ ਕਹਿੰਦੇ ਬਸ ਇਹ ਹੈ, ਆਪਣੇ ਡੇਰੇ ਨੂੰ ਮੈਨੂੰ ਕਹਿਣ ਲੱਗੇ ਏਡੀ ਕੁ ਦਾਤ ਦੇਣਾ ਦੇ ਕੇ ਚਲੇ ਗਏ ਨੇ। ਤੇ ਕਹਿਣ ਲੱਗੇ ਲੈ, ਤੇ ਜਿਹੜਾ ਤੇਰੇ ਦਰਸ਼ਨ ਕਰ ਲੇਗਾ ਉਹ ਸਦਾ ਵਾਸਤੇ ਭਰਪੂਰ ਹੋ ਜਾਏਗਾ। ਤੇ ਮਹਾਰਾਜ ਐਸਾ ਕਿਸ ਤਰ੍ਹਾਂ? ਕਹਿਣ ਲੱਗੇ ਬਸ ਜਿਹੜਾ ਆਪਣੇ ਇੱਥੇ ਦਰ ਤੇ ਆ ਕੇ ਆਪਾਂ ਨੂੰ ਮੱਥਾ ਟੇਕਣਾ ਕਰੇਗਾ, ਬਸ ਉਹਨੇ ਮੰਗਣਾ ਹੈ। ਤੇ ਉਹ ਉਹਦੀ ਇੱਛਾ ਹੈ ਵੀ ਕਹਿਣ ਲੱਗੇ 6 ਮਹੀਨਿਆਂ ਦਾ ਸਵਰਗ ਮੰਗਣਾ ਕਰੇ, ਉਹ ਸਾਲ ਦਾ ਸਵਰਗ ਮੰਗਣਾ ਕਰੇ, 2 ਸਾਲ ਦਾ ਜਿੰਨਾ ਮਰਜ਼ੀ ਮੰਗਣਾ ਕਰੇਗਾ, ਸ਼ਿਵ ਜੀ ਦੇ ਵੱਲੋਂ ਇਹ ਦਾਤ ਮਿਲਣਾ ਕਰ ਗਈ ਹੈ। ਕਹਿਣ ਲੱਗੇ ਸ਼ਿਵ ਜੀ ਬੜਾ ਖੁਸ਼ ਹੋਇਆ ਸੀ, ਇਹ ਦਾਤ ਦੇਣਾ ਕਰ ਗਿਆ। ਕਹਿਣ ਲੱਗੇ ਤੂੰ ਦੱਸ ਦੇ ਲੋਕਾਂ ਨੂੰ ਜਾ ਕੇ ਫਿਰ ਵੀ ਜਿਨ੍ਹਾਂ ਨੇ ਸਵਰਗ ਲੈਣਾ, ਜਿਹੜਾ ਪਹਿਲਾਂ ਆ ਜਾਏਗਾ ਉਹਨੂੰ ਬਹੁਤ ਵਧੀਆ ਜਗ੍ਹਾ ਮਿਲਣਾ ਕਰੇਗੀ। ਪਿਛਲੇ ਦਿਨੀ ਬੇਨਤੀ ਕੀਤੀ ਸੀ ਵੀ ਸਾਡੇ ਸੰਸਾਰ ਦੇ ਲੋਕਾਂ ਨੇ ਸਵਰਗ ਦੇ ਵਿੱਚ ਬੈੱਡ ਡਾਹੇ ਪਏ ਆ, ਬੜੇ ਸੋਹਣੇ ਸੋਹਣੇ ਕਮਰੇ ਬਣਾ ਕੇ ਸਵਰਗ ਦੇ ਵਿੱਚ ਰੱਖੇ ਪਏ ਨੇ।
ਤੇ ਉਸ ਵੇਲੇ ਜੋਗੀ ਨੇ ਆਪਣਾ ਪਖੰਡ ਜਿਹੜਾ ਰਚਿਆ ਕਹਿਣ ਲੱਗੇ ਉਹ ਇਸ ਤਰ੍ਹਾਂ ਕਹਿ ਦਿੱਤਾ। ਤੇ ਪਰ ਚੇਲਿਆਂ ਦਾ ਕੰਮ ਹੈ ਤੇ ਚੇਲਿਆਂ ਨੇ ਕਹਿਣ ਲੱਗੇ ਦੱਸਦਾ, ਜਿਹੜਾ ਇੱਕ ਆਵੇ ਉਹਨੂੰ ਦੱਸਦੇ, ਦੂਸਰਾ ਅੱਗੇ ਜਾ ਕੇ ਦੱਸੇ। ਤੇ ਉਸ ਵੇਲੇ ਕਹਿਣ ਤੋਂ ਮੁਰਾਦ ਲੈਣ ਲੱਗਣਾ ਕਰ ਗਈ, ਲੰਬੀ ਲੈਣ। ਜਿਹਨੂੰ ਪਤਾ ਲੱਗਦਾ ਉਹੀ ਕਹਿੰਦਾ ਵੀ ਇਹ ਤਾਂ ਕਿਤੇ ਦਾਤ ਧਰੀ ਪਈ ਹੈ, ਕਿਤੇ ਸਵਰਗ ਧਰਿਆ ਪਿਆ। ਤੇ ਉਹੀ ਉੱਠ ਕੇ ਕਹਿਣ ਲੱਗੇ ਸ਼ਿਵਨਾਥ ਜੋਗੀ ਦੇ ਡੇਰੇ ਨੂੰ ਚੱਲਦਾ ਤੇ ਜਾ ਕੇ ਲੈਣ ਦੇ ਵਿੱਚ ਲੱਗਣਾ ਕਰ ਜਾਂਦਾ, ਮੱਥਾ ਟੇਕਦਾ, ਮਹਾਰਾਜ ਮੈਨੂੰ ਵੀ ਸਵਰਗ ਦੀ ਦਾਤ ਦੇ ਦੇ। ਦੂਸਰਾ ਕਹਿੰਦਾ ਮੈਨੂੰ ਵੀ ਸਵਰਗ ਦੀ ਦਾਤ ਦੇਣਾ ਕਰ ਦੇ। ਤੇ ਪਰ ਇਸੇ ਤਰ੍ਹਾਂ ਲੈਣਾ ਲੱਗੀਆਂ ਰਹੀਆਂ ਤੇ ਲੈਣਾ ਲੱਗੀਆਂ ਹੋਈਆਂ ਸਮਾਪਤ ਹੋ ਗਈਆਂ। ਸਾਰੇ ਨਗਰ ਦੇ ਲੋਕਾਂ ਨੇ ਆ ਕੇ ਸਵਰਗ ਲੈਣਾ ਕਰ ਲਿਆ ਇੱਕ ਪਖੰਡੀ ਤੋਂ, ਖਿਮਾ ਕਰਨੀ। ਤੇ ਜਦੋਂ ਸਾਰਿਆਂ ਨੇ ਆ ਕੇ ਲੈਣਾ ਕਰ ਲਿਆ, ਸਵਰਗ ਦੀ ਦਾਤ ਲੈਣਾ ਕਰ ਲਈ ਹੈ, ਸਾਰਿਆਂ ਨੂੰ ਸਵਰਗ ਦੇ ਵਿੱਚ ਕਹਿਣ ਲੱਗੇ ਬੈੱਡ ਦੇਣਾ ਕਰ ਦਿੱਤੇ, ਬੁੱਕ ਕਰ ਦਿੱਤੀਆਂ ਟਿਕਟਾਂ ਸਭ ਦੀਆਂ। ਤੇ ਪਰ ਉਸ ਵੇਲੇ ਸ਼ਿਵਨਾਥ ਜੋਗੀ ਪੁੱਛਣਾ ਕਰਦਾ ਚੇਲਿਆਂ ਨੂੰ, ਕਹਿਣ ਲੱਗੇ ਸਾਰਾ ਪਿੰਡ ਆ ਗਿਆ? ਕਹਿਣ ਲੱਗੇ ਹਾਂ ਮਹਾਰਾਜ ਆਣਾ ਕਰ ਗਿਆ, ਸਾਰੇ ਆ ਗਏ। ਕੋਈ ਹੁਣ ਹੋਰ ਦੇਖ ਲਓ, ਕਹਿਣ ਲੱਗੇ ਦੁਬਾਰੇ ਗੇੜਾ ਦੇਣਾ ਕਰ ਦਿਓ ਪਿੰਡ ਦੇ ਵਿੱਚ, ਕੋਈ ਐਸਾ ਨਾ ਹੋਵੇ ਜਿਹੜਾ ਕੋਈ ਮਾੜੇ ਭਾਗਾਂ ਵਾਲਾ ਰਹਿਣਾ ਕਰ ਜੇ। ਤੇ ਪਰ ਉਸ ਵੇਲੇ ਦੇਖਿਆ ਸਾਰੇ ਨਿਗਾਹ ਮਾਰੀ, ਕਹਿਣ ਲੱਗੇ ਨਹੀਂ ਜੀ ਇੱਕ ਆਇਆ। ਉਹ ਕਹਿਣ ਲੱਗਿਆ ਮਹਾਰਾਜ ਸਾਰੇ ਆ ਗਏ ਪਰ ਇੱਕ ਜਾਣਾ ਨਹੀਂ ਆਇਆ। ਕਹਿਣ ਲੱਗੀ ਐਸਾ ਕਿਹੜਾ ਮਾੜੇ ਭਾਗਾਂ ਵਾਲਾ ਜਿਹੜਾ ਆਇਆ ਨਹੀਂ? ਕਹਿਣ ਲੱਗੇ ਜੀ ਇੱਕ ਤਰਲੋਕੇ ਨਾਮ ਦਾ ਸਿੱਖ ਹੈ, ਉਹ ਨਹੀਂ ਆਇਆ। ਕਹਿਣ ਲੱਗੇ ਉਸ ਹੋਰ ਸਾਰੇ ਆ ਗਏ। ਕਹਿਣ ਲੱਗੇ ਜਾਓ ਫਿਰ ਉਹਦੇ ਕੋਲੇ ਚਲੇ ਜਾਓ, ਉਹਨੂੰ ਜਾ ਕੇ ਸੁਨੇਹਾ ਦੇਣਾ ਕਰ ਦਿਓ ਵੀ ਸ਼ਿਵਨਾਥ ਜੋਗੀ ਨੂੰ शिव जी के दर्शन होए ने, ਉਹਦੇ ਵੱਲੋਂ ਦਾਤ प्राप्त हुई है, भी तू क्यों रह गया? सारियां नूं स्वर्ग मिलना कर गया, सारा नगर तरना कर गया, तू क्यों रहना है बगल? ते ਉਹਨੂੰ जाके सुनेहा दिओ भी आ ते तू भी हुण स्वर्ग लै लै। कहण लगे एक टिकट तू भी लै लै, भाव जाके उत्थे मंजा तू भी बुक कर लै बैठ। ते पर गए चेले, चेलियां ने जाके बाहर खड़काया, तरलोके दा बाहर खुलिया ते अगे भाई तरलोका बैठा। ते उस वेले जाके वो कहण लगे ते ऐ सिखा ते सानू 5 दिन हो गए, कहण लगे होके मारदे आ पिंड दे विच ढंडोरा फेरदे आ ते सारा पिंड शिवनाथ जोगी दे चरणां दे विच जाके स्वर्ग दी दात प्राप्त कर लई है, ते पर तू कल्ला रह गया, की तैनू सुनिया नहीं है भलिया मानसा? ते वो कहण लग्या किहड़ा स्वर्ग? कहण लगे तैनू पता नहीं है? वो कहण लग्या मैनू नहीं पता। कहण लगे फिर तैनू नहीं पता ते आ, तू इत्थे कल्ला जाना बैठा, सारे नगर ने जा जाके कहण लगे स्वर्ग की प्राप्ति कर ली है, ते तू अपने घर दे विच बैठा है। क्यों? कहण लगे मैनू तां लोड़ नहीं स्वर्ग की। कहण लगे लोड़ क्यों नहीं? वो भलिया मानसा स्वर्ग नूं तां हर एक मंगना करदा है, ते तू ऐसा किहड़ा मनुख हो गया जिहड़ा स्वर्ग नूं भी कहण लगे जवाब देना करदा? कहण लगे मैनू इस स्वर्ग की लोड़ नहीं है। कहण लगे जवाब दे दिता, वापस चले गए। ती और वापस जाके उसनूं दसना कर दिता शिवनाथ जोगी नूं। कहण लगे महाराज उसने जवाब देना कर दिता, कहंदा मैनू लोड़ नहीं है। ते कहण लगे ऐसा किवें हो सकदा? कहण लगे दुबारे जाओ, होर भेजते सियाणे, उन्हां नूं भेजना कर दिता। कहण लगे लियाओ, समा थोड़ा रहिंदा बाकी, ते उदों बाद दे विच बख्शिश खत्म हो जानी है शिव जी दी। ते पर जे उन्ने समय दे अंदर आ गया तां उहनूं स्वर्ग मिलना कर जावेगा। ते पर जदों फिर गए, कहण लगे उसने फिर बाहर आउणा, वाहिगुरू उसने फिर जवाब देना कर दिता। ते जवाब दिता ते फिर वापस चल के आए। कहण लगे मैनू स्वर्ग की लोड़ नहीं है, मेरे कोले स्वर्ग है, मेरे कोले सतगुरु गुरु नानक पातशाह जी के दर दा स्वर्ग है। मैं गुरु अर्जन देव महाराज के चरणों के विच हाँ, ते जिहड़ा सदा वास्ते स्वर्ग है। ते उस वेले जदों इन्ना हट वेखना कीता, शिवनाथ जोगी नूं जदों जाके दसिया, शिवनाथ जोगी सोचदा, कहण लगे ऐसा मनुख किहड़ा है जिहड़ा चल के नहीं आउणा करदा? मेरे कोले सारे आ गए, कोई बच्चा ना बच्ची, कहण लगे कोई ना बुढ़ा ना बच्चा ना बजुर्ग, कोई रह ही नहीं आया। ते उस वेले शिवनाथ जोगी कहंदा फिर आपां चल पैने आप, जे वो नहीं आया चल के, कहंदे आपां वक्त चलदे आ, कोई गल नहीं है। ते उस वेले शिवनाथ जोगी कहण लगे अपने चेलियां नूं लैके चल पिया। उसनूं भी पता लग गया, तरलोके नूं पता लग गया भी शिवनाथ जोगी अपने चेलियां नूं लैके आ रहे हैं। ते उस वेले कहण लगे भाई तरलोका उठिया ते उठ के अपने दरवाजा सी जिहड़ा घर दा दरवाजा अंदरों बंद कर दिता, कुंडा ला दिता। ते जदों कुंडा लाया ते उस वेले आए बाहर दे विच
ਤੇ ਆ ਕੇ ਕੁੰਡਾ ਖੜਕਾਉਣਾ ਕਰਦੇ ਨੇ। ਕਹਿਣ ਲੱਗੇ ਭਾਈ ਤਰਲੋਕਿਆ ਬਾਹਰ ਖੋਲ, ਅਸੀਂ ਤੇਰੇ ਦਰ ਤੇ ਆਏ ਹਾਂ। ਕਹਿਣ ਲੱਗੇ ਕਿਵੇਂ? ਕਹਿਣ ਲੱਗੇ ਸ਼ਿਵਨਾਥ ਜੋਗੀ ਆਇਆ, ਤੂੰ ਦਰਸ਼ਨ ਕਰ ਲਾ, ਤੇਰੇ ਦਰ ਤੇ ਤੈਨੂੰ ਦਰਸ਼ਨ ਦੇਣ ਵਾਸਤੇ ਆਇਆ। ਲੋਕ ਇਹਦੇ ਡੇਰੇ ਤੇ ਦਰਸ਼ਨ ਕਰਨ ਵਾਸਤੇ ਗਏ ਨੇ, ਪਰ ਇਹ ਤੈਨੂੰ ਸਿੱਖ ਹੋਣ ਦੇ ਬਾਵਜੂਦ ਕਹਿਣ ਲੱਗੇ ਤੈਨੂੰ ਦਰਸ਼ਨ ਦੇਣ ਵਾਸਤੇ ਤੇਰੇ ਘਰ ਚੱਲ ਕੇ ਆਇਆ। ਤੇ ਤੇਰੇ ਕਹਿਣ ਲੱਗੇ ਵੱਡੇ ਭਾਗ ਨੇ, ਤੂੰ ਕੁੰਡਾ ਖੋਲੋ। ਕਹਿਣ ਲੱਗਿਆ ਮੈਨੂੰ ਹੋਏ ਨੇ, ਮੈਂ ਤਾਂ ਦਰਸ਼ਨ ਕੀਤੇ ਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ, ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ, ਮੈਨੂੰ ਇਹਨਾਂ ਦਰਸ਼ਨਾਂ ਦੀ ਲੋੜ ਨਹੀਂ ਹੈ। ਕਹਿਣ ਲੱਗੇ ਚਲੇ ਜਾਓ ਵਾਪਸ। ਪਰ ਉਸ ਵੇਲੇ ਜਦੋਂ ਇੰਨਾ ਕੁ ਹਟ ਦੇਖਿਆ ਤੇ ਇੰਨਾ ਕੁ ਹਟ ਦੇਖਣ ਦੇ ਬਾਵਜੂਦ ਕਹਿਣ ਲੱਗੇ ਸ਼ਿਵਨਾਥ ਜੋਗੀ ਜਿਹੜਾ ਲੋਕਾਂ ਨੂੰ ਸਵਰਗ ਵੰਡਣਾ ਕਰਦਾ ਸੀ ਨਾ, ਤੇ ਉਸ ਵੇਲੇ ਕਹਿੰਦਾ ਫਿਰ ਜੇ ਨਹੀਂ ਦਰਸ਼ਨ ਕਰਨੇ ਤੇ ਤੂੰ ਆਪ ਦਰਸ਼ਨ ਦੇਣਾ ਕਰ ਦੇ। ਕਹਿਣ ਲੱਗਿਆ ਐਸੀ ਨਹੀਂ ਹੈ, ਤੂੰ ਆਪ ਦਰਸ਼ਨ ਦੇਣਾ ਕਰ। ਤੇ ਪਰ ਕਹਿਣ ਲੱਗਿਆ ਮੇਰੇ ਦਰਸ਼ਨਾਂ ਦੀ ਲੋੜ ਨਹੀਂ ਸੀ। ਕਹਿਣ ਲੱਗਿਆ ਤੇ ਸ਼ਿਵਨਾਥ ਜੋਗੀ ਕਹਿੰਦਾ ਫਿਰ ਜੇ ਤੇਰਿਆਂ ਦੀ ਲੋੜ ਨਹੀਂ ਹੋਰ ਕਿਹਦੇ? ਤੂੰ ਐਸਾ ਦੱਸਣਾ ਕਰ ਦੇ ਜਿਸ ਦੇ ਤੈਂ ਦਰਸ਼ਨ ਕੀਤੇ ਨੇ, ਜਿਹੜਾ ਤੈਨੂੰ ਇੰਨਾ ਹੱਟ ਤੇ ਤਪ ਦਿੱਤਾ ਹੈ, ਜਿਸ ਨੇ ਤੇਰੇ ਤੇ ਏਡੀ ਵੱਡੀ ਕਿਰਪਾ ਕਰਕੇ ਤੇਰਾ ਵਿਸ਼ਵਾਸ ਦ੍ਰਿੜਤਾ ਤੇਰੀ ਬਣੀ ਹੋਈ ਹੈ। ਤੇ ਕਹਿਣ ਲੱਗੇ ਐਸਿਆਂ ਦੇ ਦਰਸ਼ਨ ਮੈਨੂੰ ਕਰਾ ਦੇ। ਤੇ ਜਦੋਂ ਕਹਿਣ ਲੱਗੇ ਸ਼ਿਵਨਾਥ ਜੋਗੀ ਤੇ ਇਧਰਲੇ ਪਾਸੇ ਆਪਣੇ ਹੰਕਾਰ ਦੇ ਵਿੱਚੋਂ ਢਲ ਕੇ ਇਧਰਲੇ ਪਾਸੇ ਆਉਣਾ ਕਰ ਗਿਆ। ਕਹਿਣ ਲੱਗੇ ਜਿਸ ਗੁਰੂ ਦਾ ਤੂੰ ਚੇਲਾ ਹੈ, ਜਿਹਦੇ ਵਿੱਚ ਏਡੀ ਵੱਡੀ ਸਮਰੱਥਾ, ਏਡਾ ਵੱਡਾ ਜਪ ਤੇ ਤਪ ਹੈ, ਏਡੀ ਵੱਡੀ ਦ੍ਰਿੜਤਾ ਵਿਸ਼ਵਾਸ ਹੈ, ਤੇ ਹਮੇਸ਼ਾ ਵਾਸਤੇ ਕਹਿਣ ਲੱਗੇ ਫਿਰ ਮੈਨੂੰ ਉਸ ਦੇ ਦਰਸ਼ਨ ਕਰਾ ਦੇ। ਤੇ ਉਸ ਵੇਲੇ ਕਹਿਣ ਤੋਂ ਮੁਰਾਦ ਭਾਈ ਤਰਲੋਕੇ ਨੇ ਆਪਣਾ ਦਰਵਾਜ਼ਾ ਖੋਲਿਆ, ਗੇਟ, ਤੇ ਸ਼ਿਵਨਾਥ ਜੋਗੀ ਅੰਦਰ ਗਿਆ। ਤੇ ਜਿੱਥੇ ਕਹਿਣ ਲੱਗੇ ਸ਼ਿਵਨਾਥ ਜੋਗੀ ਦੇ ਲੋਕ ਪੈਰੀ ਹੱਥ ਲਾਉਣਾ ਕਰਦੇ ਸੀ, ਸਵਰਗ ਦੀ ਮੰਗ ਕਰਦੇ ਸੀ, ਲੈਣਾ ਦੇ ਵਿੱਚ ਲੱਗੇ ਹੋਏ ਸੀ। ਤੇ ਅੱਜ ਉਹੀ ਸ਼ਿਵਨਾਥ ਜੋਗੀ ਕਹਿਣ ਲੱਗੇ ਤਰਲੋਕੇ ਦੇ ਘਰ ਜਾ ਕੇ ਉਹਦੇ ਚਰਨਾਂ ਤੇ ਟੈ ਢੇਰੀ ਹੋ ਗਿਆ। ਕਹਿਣ ਲੱਗਿਆ ਸਿੱਖਾ, ਇਹ ਤੇਰਾ ਜਿਹੜਾ ਵਿਸ਼ਵਾਸ ਹੈ, ਜਿਹੜਾ ਤੈਨੂੰ ਵਿਸ਼ਵਾਸ ਏਡਾ ਗੁਰੂ ਦੇ ਕੋਲੋਂ ਮਿਲਿਆ, ਤੇ ਉਸ ਗੁਰੂ ਦੇ ਮੈਨੂੰ ਵੀ ਦਰਸ਼ਨ ਕਰਾ ਦੇ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਆਇਆ, ਸਤਿਗੁਰ ਸੇਵ ਸਫਲ ਹਰ ਦਰਸ਼ਨ। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਦੀ ਸੇਵਾ ਕਰਕੇ ਫਲ ਮਿਲਣਾ ਕਰਦਾ, ਸਫਲਤਾ ਮਿਲਣਾ ਕਰਦੀ ਹੈ। ਕਸ ਦੇ ਨਾਲ ਕਹਿਣ ਲੱਗੇ ਹਰ ਦਰਸ਼ਨ, ਜਿਹੜਾ ਹਰੀ ਪਰਮਾਤਮਾ ਦੇ ਦਰਸ਼ਨ ਹੋਣਾ ਕਰਦੇ ਆ। ਤੇ ਉਸ ਵੇਲੇ ਸ਼ਿਵਨਾਥ ਜੋਗੀ ਕਹਿਣ ਲੱਗਿਆ ਫਿਰ ਮੈਨੂੰ ਲੈ ਕੇ ਚੱਲ। ਸੰਸਾਰ ਦੇ ਲੋਕ, ਨਗਰ ਦੇ ਲੋਕ ਵੇਖਣਾ ਕਰਦੇ ਨੇ। ਕਹਿਣ ਲੱਗਿਆ ਕੀ ਹੋ ਗਿਆ? ਉਲਟ ਆ ਗੰਗਾ ਉਲਟ ਬਹਿਣਾ ਕਰ ਗਈ ਹੈ। ਕਿੱਥੇ ਲੋਕ ਇਹਦੇ ਕਹਿਣ ਲੱਗੇ ਡੇਰੇ ਤੇ ਜਾ ਜਾ ਕੇ ਪੈਰੀ ਹੱਥ ਲਾਉਣਾ ਕਰਦੇ ਸੀ, ਤੇ ਪਰ ਅੱਜ ਇਹ ਇਹਦੇ ਘਰ ਦੇ ਵਿੱਚ ਜਾ ਕੇ ਪੈਰੀ ਹੱਥ ਲਾ ਰਿਹਾ ਹੈ। ਤੇ ਐਸਾ ਕੌਤਕ ਕਿਉਂ ਹੈ? ਕਹਿਣ ਲੱਗੇ ਐਸਾ ਕੌਤਕ ਤਾਂ ਹੈ ਤੇ ਜਿਹੜਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਨਾਲ ਜੁੜਨਾ ਕਰ ਗਿਆ, ਉਹਦਾ ਵਿਸ਼ਵਾਸ ਏਡਾ ਕੁ ਬਣ ਜਾਂਦਾ ਹੈ, ਉਹਦਾ ਮਨ ਡੋਲਣਾ ਨਹੀਂ ਕਰਦਾ। ਕਹਿਣ ਲੱਗੇ ਕੋਈ ਐਸਾ ਕੰਮ ਹੋ ਜੇ, ਕਿਉਂਕਿ ਸਾਡਾ ਮਨ ਡੋਲਣਾ ਕਰਦਾ। ਗੱਡੀ ਲੈ ਕੇ ਜਾਂਦੇ ਹੋਈਏ, ਬਿੱਲੀ ਲੰਘ ਜੇ ਮੂਹਰ ਦੀ ਤੇ ਗੱਡੀ ਬੰਦ, ਟਾਕੀ ਖੋਲੀ, ਹੱਥ ਧੋਤੇ, ਮੂੰਹ ਧੋਤਾ, ਪੈਰ ਝਾੜੇ, ਜੁੱਤੀ ਲਾਹੀ, ਕਿਉਂਕਿ ਸਾਡਾ ਮਨ ਕਮਜ਼ੋਰ ਹੈ, ਸਾਡੀ ਆਤਮਾ ਕਮਜ਼ੋਰ ਹੈ, ਵਿਸ਼ਵਾਸ ਨਹੀਂ ਹੈ। ਤੇ ਹੋਰ ਵੀ ਘਰ ਦੀਆਂ ਗੱਲਾਂ ਨੇ। ਕਹਿਣ ਲੱਗੇ ਮੱਝ ਨਾ ਮਿਲੇ ਕੱਖ ਘਟ ਰਹਿ ਜਾਣ, ਦਾਣਾ ਘਟ ਰਹੇ ਜੇ, ਤੇ ਫਿਰ ਵੀ ਕਹਿਣ ਲੱਗੇ ਮੇਰੇ ਵਰਗੇ ਬੜੇ ਪਾਣੀ ਕਰਕੇ ਦੀ ਜਾਂਦੇ ਨੇ। ਤੇ ਫਿਰ ਜਾਂਦੇ ਆ ਵੀ ਜਾ ਤੂੰ ਬਾਬੇ ਕੋਲੇ ਵਗ ਜਾ, ਪਾਣੀ ਕਰਾ ਕੇ ਲਿਆ, ਕਿਉਂਕਿ ਵਿਸ਼ਵਾਸ ਨਹੀਂ ਹੈ ਸਾਨੂੰ। ਸਾਡਾ ਮਨ ਕਹਿਣ ਲੱਗੇ ਥਿੜਕਣਾ ਕਰਦਾ, ਡੋਲੇ ਖਾਣਾ ਕਰਦਾ, ਸਾਡੀ ਆਤਮਾ ਕਮਜ਼ੋਰ ਹੈ। ਐਸੀਆਂ ਕਹਾਣੀਆਂ ਸਾਨੂੰ ਅਨੇਕਾਂ ਮਿਲਣਾ ਕਰਦੀਆਂ ਨੇ। ਬਾਹਰ ਜਾਂਦੇ ਹੋਈਏ ਰਿਸ਼ਤੇਦਾਰੀ ਦੇ ਵਿੱਚ, ਸਾਡੀਆਂ ਭੈਣਾਂ ਘਰਾਂ ਦੇ ਵਿੱਚ ਕੰਮ ਕਰਦੀਆਂ, ਕੋਈ ਗੋਹਾ ਸੁੱਟਣ ਜਾਂਦਾ, ਕੋਈ ਕਹਿਣ ਲੱਗੇ ਕੁਛ ਕੰਮ ਕਰਦਾ, ਖਾਲੀ ਬੱਠਲ ਲੈ ਕੇ ਮਿਲ ਗਈ, ਕਹਿਣ ਲੱਗੇ ਤਾਂ ਵੀ ਬੁਰਾ ਕੰਮ ਹੈ। ਜੇ ਕਹਿਣ ਲੱਗੇ ਕੋਈ ਭੈਣ ਲੱਕੜਾਂ ਲੈ ਕੇ ਆਉਣਾ ਕਰਦੀ ਹੈ, ਤਾਂ ਵੀ ਕਹਿਣ ਲੱਗੇ ਸੁੱਕੀਆਂ ਲੱਕੜਾਂ ਮੱਥੇ ਲੱਗ ਗਈਆਂ, ਕੰਮ ਨਹੀਂ ਬਣਦਾ, ਤੇ ਬੇਸ਼ੱਕ ਵੈਸੇ ਨਾ ਮਿਲੇ। ਤੇ ਪਰ ਇਹ ਸਾਨੂੰ ਇਹ ਕਿਉਂ ਹੋਣਾ ਕਰਦਾ? ਕਹਿਣ ਲੱਗੇ ਸਾਡੀ ਆਤਮਾ ਕਮਜ਼ੋਰ ਹੈ, ਕਿਉਂਕਿ ਅਸੀਂ ਬਾਣੀ ਦੇ ਨਾਲ ਨਹੀਂ ਜੁੜੇ ਹੋਏ, ਸਾਨੂੰ ਗਿਆਨ ਨਹੀਂ ਮਿਲਿਆ ਹੋਇਆ। ਜੇ ਇਹ ਆਤਮਾ ਕਮਜ਼ੋਰ ਸੀ, ਕਹਿਣ ਲੱਗੇ ਇੱਕੋ ਆਵਾਜ਼ ਦੇ ਨਾਲ ਉਹ ਸ਼ਿਵਨਾਥ ਜੋਗੀ ਨੇ ਇੱਕ ਆਵਾਜ਼ ਦਿੱਤੀ ਤੇ ਲੋਕਾਂ ਨੇ ਲੈਣਾ ਲਾ ਲੀਆਂ। ਤੇ ਐਸੀ ਕੋਈ ਹੈ ਚੀਜ਼ ਜਿਹੜੀ ਕੋਈ ਕਿਸੇ ਨਾਲ ਮਿਲਦੀ ਹੋਵੇ? ਨਹੀਂ। ਇਹ ਸਵਰਗ ਤਾਂ ਕਹਿਣ ਲੱਗੇ ਤੇਰਾ ਆਪਣਾ ਆਬਦ ਹੈ, ਤੇਰੇ ਮਨ ਦਾ ਵਿਸ਼ਵਾਸ ਹੈ। ਸਵਰਗ ਕੀ ਹੈ? ਕਹਿਣ ਤੋਂ ਮੁਰਾਦ ਜਿਸ ਵੇਲੇ ਤੂੰ ਗੁਣਾਂ ਦੇ ਨਾਲ ਜੁੜਨਾ ਕਰ ਗਿਆ, ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜਿਆ,
ਤੇ ਆ ਤੂੰ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਸੁੱਖ ਦੇ ਨਾਲ ਜੀਵਨ ਬਤੀਤ ਕਰਦਾ, ਪਰਿਵਾਰ ਦੇ ਵਿੱਚ ਤੇਰੇ ਸੁੱਖ ਹੈ, ਕੋਈ ਲੜਾਈ ਝਗੜਾ ਨਹੀਂ ਹੈ। ਕਹਿਣ ਲੱਗੇ ਇਹ ਸਵਰਗ ਹੈ। ਜੇ ਘਰ ਦੇ ਵਿੱਚ ਕਹਿਣ ਲੱਗੇ ਸ਼ਾਮ ਨੂੰ ਭਾਂਡੇ ਖੜਕਣਾ ਕਰਦੇ ਨੇ, ਸ਼ਾਮ ਨੂੰ ਕਹਿਣ ਲੱਗੇ ਜਿੰਨ ਆਉਣਾ ਕਰਦੇ ਨੇ, ਤੇ ਤਾਂ ਹਮੇਸ਼ਾ ਵਾਸਤੇ ਨਰਕ ਹੈ। ਜਿੰਨ ਕੌਣ ਹੈ? ਖਿਮਾ ਕਰਨੀ। ਕੋਈ ਜਿੰਨ ਬਾਹਰੋਂ ਥੋੜੀ ਆਉਣਾ ਕਰਦਾ, ਕੋਈ ਪ੍ਰੇਤ ਬਾਹਰੋਂ ਥੋੜੀ ਆਉਣਾ ਕਰਦਾ ਹੈ। ਕਹਿਣ ਲੱਗੇ ਪ੍ਰੇਤ ਦਾ ਰੂਪ ਅਸੀਂ ਆਪ ਧਾਰਨਾ ਕਰ ਜਾਂਦੇ ਆ। ਜਦੋਂ ਕਹਿਣ ਲੱਗੇ ਨਸ਼ਾ ਸਾਡੇ ਅੰਦਰ ਚਲਿਆ ਜਾਂਦਾ, ਤੇ ਉਸ ਵੇਲੇ ਫਿਰ ਜਦੋਂ ਆਉਂਦਾ ਝੂਲਦਾ ਮਨੁੱਖ, ਖਿਮਾ ਕਰਨੀ, ਤੇ ਉਸ ਵੇਲੇ ਉਹ ਪ੍ਰੇਤ ਦਾ ਰੂਪ ਧਾਰਨਾ ਕਰ ਜਾਂਦਾ। ਫਿਰ ਮਾਂ ਕਹਿੰਦੀ ਹੈ ਤੇ ਪੁੱਤਰ ਪਰਾਂ ਹੋ ਜਾਓ, ਹੁਣ ਤੇਰਾ ਪਿਓ ਆਉਂਦਾ। ਕਹਿਣ ਲੱਗੇ ਆ ਗਿਆ ਪ੍ਰੇਤ। ਪਹਿਲੇ ਹੀ ਕੰਮਾਂ ਲੱਗ ਜਾਂਦੇ ਨੇ, ਸ਼ਾਮ ਹੋਣ ਤੋਂ ਰੋਟੀ ਖਾ ਪਹਿਲੇ ਹੀ ਕਹਿੰਦੇ ਆ ਵੀ ਛੇਤੀ ਰੋਟੀ ਖਾ ਲਈਏ, ਕਿਤੇ ਪ੍ਰੇਤ ਨਾ ਆ ਜੇ ਆਪਣੇ ਵਾਲਾ। ਘਰਾਂ ਦੇ ਵਿੱਚ ਬੋਲ ਵਾਲੇ ਨੇ ਸਾਡੇ, ਕੋਈ ਬਾਹਰੋਂ ਪ੍ਰੇਤ ਥੋੜੀ ਆਉਣਾ ਕਰਦਾ। ਇਹ ਕਹਿਣ ਲੱਗੇ ਕੀ ਆ? ਇਹ ਨਰਕ ਹੈ। ਤੇ ਜਦੋਂ ਸ਼ਾਮ ਨੂੰ ਕਹਿਣ ਲੱਗੇ ਸਾਰੇ ਪਰਿਵਾਰ ਨੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕ ਲਿਆ, ਬਾਣੀ ਪੜ੍ਹੀ, ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ, ਤੇ ਸਵਰਗ ਹੈ। ਤੇ ਜਿੱਥੇ ਕਹਿਣ ਲੱਗੇ ਸ਼ਾਮ ਨੂੰ ਸਾਰੇ ਬੱਚਿਆਂ ਨੂੰ ਗਾਲਾਂ, ਘਰ ਵਾਲੀ ਨੂੰ ਗਾਲਾਂ, ਮਾਤਾ ਪਿਤਾ ਨੂੰ ਗਾਲਾਂ, ਕਹਿਣ ਲੱਗੇ ਬਾਹਾਂ ਫੜ ਕੇ ਬਾਹਰ ਡਾਂਗ ਚੁੱਕੀ ਫਿਰਦਾ, ਰੋੜੇ ਮਾਰੀ ਜਾਂਦਾ, ਉਹ ਕੀ ਹੈ? ਕਹਿਣ ਲੱਗੇ ਨਰਕ, ਦੁੱਖ। ਪਰ ਇਹ ਸਾਡਾ ਵਿਸ਼ਵਾਸ ਨਹੀਂ ਬਣਿਆ। ਅਸੀਂ ਗੁਰੂ ਪਾਤਸ਼ਾਹ ਦੇ ਗੁਣਾਂ ਨੂੰ ਅਪਣਾਉਣਾ ਨਹੀਂ ਕੀਤਾ। ਤੇ ਪਰ ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਉਪਦੇਸ਼ ਦੇਣਾ ਕਰਦੇ ਆ, ਸੇਵਾ ਸਿਮਰਨ ਦੀ ਦਾਤ ਚੱਲਣਾ ਕਰਦੀ ਹੈ। ਪਰ ਉਸ ਵੇਲੇ ਭਾਈ ਤਰਲੋਕੇ ਨੂੰ ਕਹਿਣ ਲੱਗਿਆ ਸਿਵਨਾਥ ਜੋਗੀ, ਤੇ ਇਹ ਸਿੱਖਾ ਕਹਿਣ ਲੱਗੇ ਜਿਹੜਾ ਤੇਰਾ ਐਸਾ ਗੁਰੂ ਹੈ, ਜਿੰਨਾ ਤੇਰਾ ਐਸਾ ਵਿਸ਼ਵਾਸ ਬਣਿਆ, ਤੇਰੀ ਐਸੀ ਦ੍ਰਿੜਤਾ ਹੈ, ਤੇ ਸਦਾ ਵਾਸਤੇ ਤੂੰ ਡੋਲਣਾ ਨਹੀਂ ਕੀਤਾ, ਤੇ ਉਹਦੇ ਚਰਨਾਂ ਦੇ ਵਿੱਚ ਮੈਨੂੰ ਵੀ ਲੈ ਜਾ, ਤੇ ਮੈਨੂੰ ਵੀ ਉਸਦੇ ਦਰਸ਼ਨ ਕਰਾ ਦੇ। ਤੇ ਇਸੇ ਤਰ੍ਹਾਂ ਹੋਇਆ। ਕਹਿਣ ਲੱਗੇ ਫਿਰ ਭਾਈ ਤਰਲੋਕੇ ਨੇ ਸਿਵਨਾਥ ਜੋਗੀ ਨੂੰ ਆਪਣੇ ਨਾਲ ਲਿਆ, ਤੇ ਆਪਣੇ ਗੜ੍ਹ ਸ਼ੰਕਰ ਨਗਰ ਤੋਂ ਕਹਿਣ ਲੱਗੇ ਚੱਲ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਆਏ। ਤੇ ਆ ਕੇ ਗੜ੍ਹ ਸ਼ੰਕਰ ਤੋਂ ਤੇ ਉਸ ਭਾਈ ਤਰਲੋਕੇ ਨੇ ਕਹਿਣ ਲੱਗੇ ਸਿਵਨਾਥ ਜੋਗੀ ਨੂੰ ਬਾਹਰਲੇ ਪਾਸੇ ਬਿਠਾਉਣਾ ਕਰ ਦਿੱਤਾ, ਤੇ ਆਪ ਗੁਰੂ ਪਾਤਸ਼ਾਹ ਦੀ ਗੋਦ ਦੇ ਵਿੱਚ ਚਲਿਆ ਗਿਆ। ਤੇ ਜਾ ਕੇ ਫਿਰ ਆਗਿਆ ਲਈ ਪਾਤਸ਼ਾਹ ਤੋਂ ਮੱਥਾ ਟੇਕੇ। ਮਹਾਰਾਜ ਆਪ ਜੀ ਨੂੰ ਇੱਕ ਜੋਗੀ ਜਨ ਮਿਲਣ ਵਾਸਤੇ ਆਇਆ, ਦਰਸ਼ਨ ਕਰਨ ਵਾਸਤੇ ਆਇਆ, ਕਿਰਪਾ ਕਰੋ ਤੇ ਉਹਨਾਂ ਨੂੰ ਉਪਦੇਸ਼ ਦਰਸ਼ਨ ਬਖਸ਼ਣਾ ਕਰੋ। ਤੇ ਉਸ ਵੇਲੇ ਕਹਿਣ ਲੱਗੇ ਲਿਆ। ਫਿਰ ਭਾਈ ਤਰਲੋਕਿਆ ਜਦੋਂ ਤੂੰ ਲੈ ਕੇ ਆਇਆ, ਤੇਰੇ ਨਾਲ ਆਇਆ ਚੱਲ ਕੇ। ਕਹਿਣ ਲੱਗੇ ਸਿੱਖਾਂ ਦੀ ਇੰਨੀ ਕੁ ਹੈ, ਸਿੱਖਾਂ ਦੇ ਵਿੱਚ ਏਡੀ ਵੱਡੀ ਸਮਰੱਥਾ, ਜਿਹੜੇ ਸਿੱਖ ਦੇ ਵਿੱਚ ਏਡੀ ਵੱਡਾ ਵਿਸ਼ਵਾਸ, ਦ੍ਰਿੜਤਾ, ਕਹਿਣ ਲੱਗੇ ਉਸ ਦੇ ਆਖੇ ਗੁਰੂ ਲੱਗਣਾ ਕਰ ਜਾਂਦੇ ਆ। ਤੇ ਪਰ ਉਸ ਵੇਲੇ ਤੇ ਫਿਰ ਉਸ ਸਿਵਨਾਥ ਜੋਗੀ ਨੂੰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲੈ ਕੇ ਗਿਆ। ਤੇ ਜਾ ਕੇ ਸਿਵਨਾਥ ਜੋਗੀ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ, ਆਪਣੀ ਭੁੱਲ ਬਖਸ਼ਾਉਣਾ ਕੀਤੀ। ਮੇਰੇ ਪਾਤਸ਼ਾਹ ਜੀ ਨੇ ਸਿਰ ਤੇ ਉੱਪਰ ਮਿਹਰ ਭਰਿਆ ਹੱਥ ਰੱਖਣਾ ਕੀਤਾ। ਤੇ ਪਰ ਜਿਹੜਾ ਉਹ ਜੋਗੀ ਪੁਣਾ ਸੀ, ਜਿਹੜਾ ਉਹ ਆਪਣਾ ਰਸਤਾ ਸੀ, ਤੇ ਉਸ ਵੇਲੇ ਉਸ ਰਸਤੇ ਨੂੰ ਤਿਆਗਣਾ ਕਰ ਦਿੱਤਾ, ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਬਣਨਾ ਕਰ ਦਿੱਤਾ। ਕਹਿਣ ਲੱਗਿਆ ਮਹਾਰਾਜ ਮੈਨੂੰ ਕਿਰਪਾ ਕਰ ਦਿਓ, ਮੈਨੂੰ ਪਤਾ ਨਹੀਂ ਸੀ ਹੈ, ਮੈਨੂੰ ਤਾਂ ਇਸ ਭਾਈ ਤਰਲੋਕੇ ਨੇ ਰਸਤੇ ਪਾਉਣਾ ਕਰ ਦਿੱਤਾ, ਤੇ ਨਹੀਂ ਤਾਂ ਮੇਰਾ ਇੰਨਾ ਕੁ ਪਖੰਡ ਚੱਲਣਾ ਕਰਦਾ ਸੀ, ਜੋ ਮੈਂ ਕਹਿ ਦਿੰਦਾ ਸੀ ਕਹਿਣ ਲੱਗੇ ਉਹੀ ਹੋਣਾ ਕਰਦਾ ਸੀ। ਅੱਜ ਵੀ ਇਸੇ ਤਰ੍ਹਾਂ ਹੀ, ਅੱਜ ਵੀ ਜਿਹੜਾ ਸਾਨੂੰ ਮਰਜ਼ੀ ਕਹਿ ਦੇਵੇ ਵੀ ਆਹ ਚੀਜ਼ ਤੁਹਾਨੂੰ ਪ੍ਰਾਪਤ ਹੋ ਜਾਏਗੀ, ਆਓ। ਬਾਰ-ਬਾਰ ਕਹਿਣ ਲੱਗੇ ਟੈਲੀਵਿਜ਼ਨਾਂ ਤੇ, ਬਾਰ-ਬਾਰ ਕਹਿਣ ਲੱਗੇ ਮੋਬਾਈਲਾਂ ਦੇ ਉੱਤੇ ਐਡਾਂ ਆਉਣਾ ਕਰਦੀਆਂ ਨੇ, ਆਓ 24 ਘੰਟਿਆਂ ਦੇ ਅੰਦਰ ਹੱਲ, ਪੈਸੇ ਬਾਅਦ ਦੇ ਵਿੱਚ। ਬਾਰ-ਬਾਰ ਸਾਨੂੰ ਟੈਲੀਵਿਜ਼ਨ ਤੇ ਕਹਿਣ ਲੱਗੇ ਪ੍ਰੋਗਰਾਮ ਚੱਲਦਾ, ਤੇ ਥੱਲੇ ਐਡਾਂ ਚੱਲਣਾ ਕਰਦੀਆਂ ਨੇ, ਆਪੋ ਆਪਣੇ ਨਾਮ ਨੰਬਰ ਦਿੱਤੇ ਹੋਏ ਨੇ, ਆਓ ਮੇਰੇ ਕੋਲੇ ਆਓ, ਮੈਂ ਦੂਜੇ ਨਾਲੋਂ ਪਹਿਲਾਂ, ਮੈਂ ਦੂਜੇ ਨਾਲੋਂ ਪਹਿਲਾਂ ਕੰਮ ਕਰਕੇ ਦੇਵਾਂਗਾ। ਪਰ ਹੈ ਕਿਸੇ ਕੋਲੇ ਕੁਛ ਨਹੀਂ। ਪਰ ਮੇਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਅੱਜ ਸ਼ਬਦ ਦੇ ਅੰਦਰ ਸਮਤ ਬਖਸ਼ਣਾ ਕਰਦੇ ਨੇ, ਸਤਿਗੁਰ ਸੇਵ ਸਫਲ ਹਰ ਦਰਸ਼ਨ। ਕਹਿਣ ਲੱਗੇ ਐ ਪ੍ਰਾਨੀ, ਐ ਮੇਰੇ ਮਨ, ਤੇ ਜੇ ਤੂੰ ਸਤਿਗੁਰੂ ਪਾਤਸ਼ਾਹ ਦੀ ਸੇਵਾ ਦੇ ਵਿੱਚ ਲੱਗਣਾ ਕਰ ਗਿਆ, ਤੇਰਾ ਜੀਵਨ ਸਫਲ ਹੋਣਾ ਕਰ ਜਾਵੇਗਾ। ਜਿਵੇਂ ਭਾਈ ਤਰਲੋਕੇ ਨੇ ਸੇਵਾ ਦੇ ਵਿੱਚ ਲੱਗਣਾ ਕਰਕੇ ਆਪਣਾ ਜੀਵਨ ਸਫਲ ਕੀਤਾ, ਤੇ ਆਪਣਾ ਨਹੀਂ ਇਕੱਲੇ ਦਾ ਕੀਤਾ, ਤੇ ਕਹਿਣ ਲੱਗੇ ਹੋਰਾਂ ਸੰਗਤਾਂ ਨੂੰ ਉਪਦੇਸ਼ ਦਿੱਤਾ। ਸਿਵਨਾਥ ਜੋਗੀ ਭੁੱਲਿਆ ਹੋਇਆ ਸੀ, ਲੋਕਾਂ ਨੂੰ ਕਰਾਹੇ ਪਾਉਣਾ ਕਰਦਾ ਸੀ, ਕਹਿਣ ਲੱਗੇ ਉਸ ਨੂੰ ਵੀ ਗੁਰੂ ਦੀ ਗੋਦ ਦੇ ਵਿੱਚ ਲਿਜਾਣਾ ਕਰਕੇ ਜੀਵਨ ਸਵਾਰਨਾ ਕਰ ਦਿੱਤਾ। ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਹੋ। ਕਹਿਣ ਲੱਗੇ ਫਿਰ ਮਿਲਣਾ ਕਰਕੇ ਹਰੀ ਪਾਤਸ਼ਾਹ ਜੀ ਦਾ ਅੰਮ੍ਰਿਤ ਰਸ। ਕਹਿਣ ਲੱਗੇ ਨਾਮ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਕਹਿਣ ਲੱਗੇ ਫਿਰ ਆਹ ਦਾਤ ਪ੍ਰਾਪਤ ਹੋਣਾ ਕਰਦੀ ਹੈ।
जिसने इस अंमृत रूपी नाम कहण लगे इस जहाज के उपर चढ़ना कर गया, उसकी आत्मा परमात्मा दे विच मिलना कर जाती है। पातशाह बाणी अंदर फरमान करते हैं भी आत्मा परमात्मा एको करे। गुरु अर्जन देव महाराज की बाणी का फरमान है, इहो लोक सुखीए परलोक सहेले नानक हर प्रभ आपे। ये दात मेरे पातशाह के दर तो मिलना करती है। इस करके आपां नूं भाई आपां नूं संत जन मेरे पातशाह जी ने शब्द वरते है। आओ सरबत साध संगत इस शब्द नूं अपने हिरदे दे विच बसाउणा कर लईए भी मेरे पातशाह ने आपां नूं की शब्द वरत के बुलाउणा करदे है। ते जदों समझ पै गई, सोझी आउणा कर गई, तो फिर साडा मिलाप होना कर जाता है। इस करके आओ समा होना कर गया, समय के मुताबिक इत्थे समाप्ति होईयां भुलां दी खिमा। सरबत संगतां दा धन्नवाद, साहिब श्री गुरु ग्रंथ साहिब महाराज का धन्नवाद, जिन्हां दी किरपा सदका आपां हर रोज गुरु की गोद दे विच बैठना करके गुरु पातशाह जी के शब्द की विचार का आनंद मानना करते हैं। हर सेव हो संत जन हो, चार पदार्थ चारे पाए, गुरमत नानक हर भजो। चार पदार्थ चारे पाए, गुरमत नानक हर भजो। परम सत्कारयोग गुरु दी साजी नवाजी सरबत साध संगत जीओ, आप मडभागी हो जो अमृत वेले तो लैकर आप गुरु दरबार दे नाल जुड़ना करके सतगुरु पातशाह जी दे फरमान अमृतमई बाणियां आसा जी दी वार दे कीर्तन सरवण कीते। आओ उपरंत हर रोज़ की तरह जो सतगुरु पातशाह जी का फरमान आना करता है उसकी विचार के नाल जुड़ना करते हैं। आओ जो मेरे पातशाह जी ने अज समत बख्शना की है, जो अज का फरमान है उसकी विचार के नाल जुड़ना करिए। कथा की आरंभता नूं लैकर मन की एकाग्रता के बाबत गुरु दरबार दियां लवाइए हाजरियां, सारे जाने हाजरा हजूर जहरा जहूर, कलयुग की ओट बाणी के वोहित, चाबर तखत छतर दे मालक, शब्द अवतार, दसां पातशाहियां दी आत्मक जोत, साहिब श्री गुरु ग्रंथ साहिब महाराज नूं सीह झुकाउंदे होए दोनों हथ जोड़ कर करो रसना नूं पवित्र बुलाओ फतेह। आखो जी वाहिगुरु जी का खालसा, वाहिगुरु जी की फतेह। अज दा जिहड़ा फरमान है बिलावल राग दे अंदर है। चौथे पातशाह गुरु रामदास महाराज उन्हां दे मुखार बिन तो उचारण कीता है। साहिब श्री गुरु ग्रंथ साहिब महाराज दे 799 और 800 अंग दे उपर ये शब्द सुभाईमान है। और इस शब्द के अंदर सतगुरु गुरु रामदास महाराज आपां नूं समत बख्शना करते हैं भी भाई ऐ गुरसिखा तू हमेशा तौर ते अपने मन के अंदर उस परमात्मा के गुणां नूं विचारना कर। जो रहाओ का बंद है, रहाओ के बंदे राही सतगुरु पातशाह फरमान करते हैं भी मेरे मन हर गुण हर उचर हो। ते ऐ मेरे मन ऐ प्राणी तू उस हरि परमात्मा के जिहड़े गुण ने उन्होंने तू अपनी रसना दे नाल उचरना कर, भाव गाउणा कर, सिफत सलाह उस परमात्मा की कर। ते फिर ये है किस तरह कहण लगे ये तेरे भागां दे विच, ये तेरे कर्मां दे विच आया है, तैनूं मनुखा जीवन मिलिया मानस। जदों आपां वेखना करदे हां सतगुरु पातशाह फरमान करते हैं भी 184 जौन अपाई मानस को प्रभ दी वडाई। 84 लाख जौन दे विचों एक मनुख है जिसनों मन करके सोझी है, ज्ञान है, सारियां दे उपर तेरी सरदारी है।
ਸਾਰਿਆਂ ਦੇ ਨਾਲੋਂ ਤੈਨੂੰ ਜਿਹੜੀ ਤੇਰੀ ਜੂਨ ਹੈ, ਜਿਹੜਾ ਤੇਰਾ ਇਹ ਮਨੁੱਖਾ ਸਰੀਰ ਹੈ, ਇਹਨੂੰ ਸਾਰਿਆਂ ਦੇ ਨਾਲੋਂ ਉੱਤਮ ਮੰਨਿਆ ਹੋਇਆ, ਸ੍ਰੇਸ਼ਟ ਮੰਨਿਆ ਹੋਇਆ ਕਿ ਸਾਰਿਆਂ ਦੇ ਨਾਲੋਂ ਸ੍ਰੇਸ਼ਟ ਹੈ। ਇਸ ਕਰਕੇ ਤੂੰ ਆਪਣੀ ਰਸਨਾ ਦੇ ਨਾਲ ਉਸ ਪਰਮਾਤਮਾ ਦੀ ਸਿਫਤ ਸਲਾਹ, ਉਸ ਦੀ ਵਡਿਆਈ ਕਰ, ਉਸ ਦਾ ਸ਼ੁਕਰਾਨਾ ਕਰ। ਮੇਰੇ ਮਨ ਹਰ ਗੁਣ ਹਰ ਉਚਰੋ ਤੇ ਸਦਾ ਵਾਸਤੇ। ਤੇ ਪ੍ਰਾਪਤੀ ਕਿਸ ਤਰ੍ਹਾਂ ਹੈ? ਇਸ ਰਹਾਉ ਦੇ ਬੰਦ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਹੈ, ਮਸਤਕ ਲਿਖਤਾ ਲਿਖੇ ਗੁਣ ਗਾਏ। ਤੇ ਹੈ ਭਾਈ, ਜੇ ਤੂੰ ਚੰਗੇ ਰਸਤੇ ਤੇ ਚੱਲਿਆ, ਜੇ ਤੂੰ ਇਸ ਰਸਤੇ ਨੂੰ ਅਪਣਾਉਣਾ ਕਰ ਲਿਆ, ਤੇ ਤਾਂ ਤੇਰੇ ਇਹ ਕਹਿਣ ਲੱਗੇ ਕਰਮਾਂ ਦੇ ਵਿੱਚ, ਤੇਰੇ ਮਸਤਕ ਦੇ ਵਿੱਚ ਇਹ ਲੇਖ ਨੇ। ਇਹ ਸਮਾਂ ਤੇਰੇ ਲਈ ਤਾਂ ਹੈ। ਆਹ ਸਮਾਂ ਕਿਵੇਂ ਕਰਨੀ ਆਪਾਂ ਹੁਣ ਵੇਖਣਾ ਕਰਦੇ ਹਾਂ। ਆਪਾਂ ਹਰ ਰੋਜ਼ ਗੁਰੂ ਦੀ ਸੰਗਤ ਦੇ ਵਿੱਚ, ਗੁਰੂ ਦਰਬਾਰ ਦੇ ਵਿੱਚ ਆਉਣਾ ਕਰਦੇ ਹਾਂ। ਕਿੰਨੇ ਕੁ ਆਉਂਦੇ ਹਾਂ। ਇਹ ਸਤਿਗੁਰੂ ਪਾਤਸ਼ਾਹ ਆਪਾਂ ਨੂੰ ਉਦਮ ਉਪਰਾਲਾ ਬਖਸ਼ਣਾ ਕਰਦਾ ਹੈ। ਉਹਦਾ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਹੈ, ਤਾਂ ਅੰਮ੍ਰਿਤ ਵੇਲੇ ਜਾਗਣਾ ਕਰਦੇ ਹਾਂ। ਤਾਂ ਕਹਿਣ ਲੱਗੇ ਉਸ ਦੀ ਕਿਰਪਾ ਦਾ ਸਦਕਾ ਹੀ ਆਪਾਂ ਗੁਰੂ ਦੇ ਦਰ ਤੇ, ਗੁਰੂ ਕੀ ਸੰਗਤ ਦੇ ਵਿੱਚ ਆਉਣਾ ਕਰਦੇ ਹਾਂ। ਨਹੀਂ ਤਾਂ ਫਿਰ ਤੁਹਾਨੂੰ ਪਤਾ ਖਿਮਾ ਕਰਨੀ ਵੀ ਰਜਾਈਆਂ ਦੇ ਵਿੱਚ, ਏਸੀਆਂ ਦੇ ਵਿੱਚ, ਕੂਲਰਾਂ ਦੇ ਉੱਪਰ ਹਜੇ ਬਹੁਤ ਕਹਿਣ ਲੱਗੇ ਮੂਹਰੇ ਪਏ ਆ, ਉਸੇ ਤਰ੍ਹਾਂ ਮੰਜਿਆਂ ਦੇ ਉੱਪਰ ਪਏ ਆ। ਪਰ ਕੁਝ ਕੁ ਗਿਣਤੀ ਦੇ ਜਿਨ੍ਹਾਂ ਤੇ ਮੇਰੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ, ਤੇ ਉਹ ਗੁਰੂ ਕੀ ਸੰਗਤ ਦੇ ਵਿੱਚ ਆਉਣਾ ਕਰਦੇ ਆ। ਪਾਤਸ਼ਾਹ ਕਹਿਣ ਲੱਗੇ, ਮਸਤਕ ਲਿਖਤ ਲਿਖੇ ਗੁਣ ਗਾਏ। ਹੇ ਭਾਈ, ਤੇ ਫਿਰ ਜਦੋਂ ਤੂੰ ਇਹ ਉਦਮ ਉਪਰਾਲਾ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ, ਤੇ ਮਾਲਕ ਨੇ ਤੇਰੇ ਮਸਤਕ ਦੇ ਵਿੱਚ ਇਹ ਲੇਖ ਲਿਖਣਾ ਕਰ ਦਿੱਤੇ, ਚੰਗੇ ਗੁਣ ਭਰਨਾ ਕਰ ਦਿੱਤੇ, ਤੇ ਤਾਂ ਤੂੰ ਅੱਜ ਚੱਲ ਕੇ ਆਉਣਾ ਕਰਦਾ। ਇਸ ਕਰਕੇ ਤੂੰ ਸਿਫਤ ਸਲਾਹ ਕਰ। ਕਹਿਣ ਲੱਗੇ ਕਿਸ ਤਰ੍ਹਾਂ ਸਿਫਤ ਸਲਾਹ ਕਰ? ਮਿਲ ਸੰਗਤ ਪਾਰ ਪਰੋ। ਕਹਿਣ ਲੱਗੇ ਆ ਸੰਗਤ ਨੂੰ ਵਡਿਆਈ ਮੇਰੇ ਪਾਤਸ਼ਾਹ ਨੇ ਦਿੱਤੀ ਹੈ ਨਾ। ਇਸ ਸੰਗਤ ਦੇ ਵਿੱਚ ਬੈਠਣਾ ਕਰਕੇ, ਇਸ ਸੰਗਤ ਦੇ ਵਿੱਚ ਮਿਲਣਾ ਕਰਕੇ, ਮਿਲ ਸੰਗਤ ਪਾਰ ਪਰੋ। ਜਦੋਂ ਆਪਾਂ ਇਸ ਸੰਗਤ ਦੇ ਵਿੱਚ ਆਉਣਾ ਕਰਦੇ ਹਾਂ, ਸੰਗਤ ਦੇ ਵਿੱਚ ਬੈਠਣਾ ਕਰਦੇ ਹਾਂ, ਤੇ ਭਾਵ ਆਪਣਾ ਵਿੱਚੋਂ ਆਪਾਂ ਮੈਂ ਖਤਮ ਹੋ ਜਾਂਦਾ ਹੈ। ਇੱਥੇ ਕੋਈ ਦਵੈਤ ਭਾਵਨਾ ਨਹੀਂ ਹੈ। ਇੱਥੇ ਕਿਸੇ ਗਰੀਬ ਦੇ ਲਈ ਵੱਖਰੀ ਜਗ੍ਹਾ ਨਹੀਂ ਬਣੀ ਵੀ ਤੂੰ ਉਧਰਲੇ ਪਾਸੇ ਬੈਠਣਾ ਹੈ। ਇੱਥੇ ਕੋਈ ਅਮੀਰ ਦੇ ਲਈ ਕਹਿਣ ਲੱਗੇ ਵੱਖਰੀ ਜਗ੍ਹਾ ਨਹੀਂ ਬਣੀ ਹੋਈ ਵੀ ਤੇਰੇ ਲਈ ਆਹ ਕੁਰਸੀਆਂ ਲੱਗੀਆਂ ਸੋਹਣੀਆਂ, ਤੂੰ ਇੱਥੇ ਬੈਠਣਾ ਨਹੀਂ। ਇੱਥੇ ਸਾਰਿਆਂ ਦੇ ਕਹਿਣ ਲੱਗੇ ਇੱਕੋ ਜਗ੍ਹਾ ਬਣੀ ਹੈ, ਇੱਕੋ ਜਗ੍ਹਾ ਤੇ ਆ ਕੇ ਨਤਮਸਤਕ ਹੋਣਾ ਹੈ, ਤੇ ਸਾਰਿਆਂ ਨੇ ਇਕੱਠੇ ਬੈਠ ਕੇ ਗੁਰੂ ਪਾਤਸ਼ਾਹ ਜੀ ਦੇ ਗੁਣਾਂ ਨੂੰ ਸੁਣਨਾ ਤੇ ਗੁਣਾਂ ਨੂੰ ਗਾਉਣਾ। ਤੇ ਜਿਹੜਾ ਕਹਿਣ ਲੱਗੇ ਆਪਾਂ ਭਾਵ ਹੈ, ਮੈਂ ਮੇਰੀ ਹੈ ਵਿੱਚ, ਉਹ ਇੱਥੇ ਆ ਕੇ ਖਤਮ ਹੋਣਾ ਕਰ ਜਾਂਦੀ ਹੈ। ਤੇ ਇੱਥੋਂ ਨਜ਼ਰ ਪੈਣਾ ਕਰ ਜਾਂਦੀ ਹੈ। ਇੱਥੋਂ ਦਿਮਾਗ ਦੇ ਅੰਦਰ ਇੱਕ ਗੱਲ ਪੈ ਜਾਂਦੀ ਹੈ ਵੀ ਏਕ ਪਿਤਾ ਏਕ ਸਕੇ ਹਮਵਾਰਕ ਤੂੰ ਮੇਰਾ ਗੁਰਹਾਈ। ਇੱਥੋਂ ਸਾਨੂੰ ਸਮਝ ਪੈ ਜਾਂਦੀ ਹੈ ਵੀ ਕੋਈ ਵੱਖਰਾ ਪਣ ਨਹੀਂ ਹੈ, ਤੇ ਇੱਕੋ ਹੀ ਹੈ। ਤੇ ਪਰ ਫਿਰ ਕਹਿਣ ਲੱਗੇ ਸੰਗਤ ਪਾਰ ਪਰੋ। ਫਿਰ ਜਿਹੜਾ ਆ ਸੰਸਾਰ ਸਮੁੰਦਰ ਹੈ, ਕਹਿਣ ਲੱਗੇ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਤੂੰ ਸੰਗਤ ਦੇ ਰਾਹੀਂ ਤੇ ਤਰਨਾ ਕਰ ਜਾਵੇਂਗਾ, ਤਾਂ ਜਿਹੜੀ ਤੇਰੀ ਆਤਮਾ ਹੈ ਇਹ ਪਰਮਾਤਮਾ ਦੇ ਵਿੱਚ ਲੀਨ ਹੋਣਾ ਕਰ ਜਾਵੇਗੀ। ਸੰਸਾਰ ਸਮੁੰਦਰ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਲਹਿਰਾਂ। ਕਹਿਣ ਲੱਗੇ ਇਸ ਸੰਸਾਰ ਸਮੁੰਦਰ ਦੇ ਅੰਦਰ ਕਿਤੇ ਕਾਮ ਦੀ ਲਹਿਰ, ਕਿਤੇ ਕ੍ਰੋਧ ਦੀ ਲਹਿਰ, ਕਿਤੇ ਆਸਾ ਦੀ ਤ੍ਰਿਸ਼, ਕਿਤੇ ਕਹਿਣ ਲੱਗੇ ਮੋਹ ਦੀ ਲਹਿਰ, ਅਨੇਕ ਪ੍ਰਕਾਰ ਦੀਆਂ ਲਹਿਰਾਂ ਆਉਂਦੀਆਂ ਨੇ। ਤੇ ਉਸ ਲਹਿਰ ਦੇ ਵਿੱਚ ਜੀਵ ਫਸਣਾ ਕਰ ਜਾਂਦਾ, ਤੇ ਜਦੋਂ ਉਸ ਦੇ ਵਿੱਚ ਫਸ ਗਿਆ ਤਾਂ ਫਿਰ ਸੰਸਾਰ ਸਮੁੰਦਰ ਦੇ ਅੰਦਰ ਡੁੱਬਣਾ ਕਰ ਜਾਂਦਾ। ਤੇ ਪਰ ਮੇਰੇ ਪਾਤਸ਼ਾਹ ਕਹਿਣ ਲੱਗੇ ਜਦੋਂ ਤੂੰ ਇਸ ਸੰਗਤ ਦੇ ਵਿੱਚ ਆਉਣਾ ਕਰ ਗਿਆ ਨਾ, ਤੇ ਫਿਰ ਕਦੇ ਵਾਸਤੇ ਡੁੱਬਣਾ ਨਹੀਂ ਕਰਦਾ। ਤੇ ਫਿਰ ਤੂੰ ਆਪਣਾ ਜੀਵਨ ਹੈ ਜਿਹੜਾ ਉਸਨੂੰ ਸਫਲ ਕਰ ਲੈਣਾ। ਕਿਸ ਤਰ੍ਹਾਂ? ਤੇ ਪਾਤਸ਼ਾਹ ਕਹਿਣ ਲੱਗੇ ਆ ਇਕੱਤਰਤਾ ਬਣਾਉਣਾ ਕਰ। ਆਰੰਭਤਾ ਕਰਦੇ ਆ। ਪਹਿਲਾ ਜਿਹੜਾ ਬੰਦਾ ਹੈ, ਆਬ ਹੋ ਸੰਤ ਮਿਲਹੁ ਮੇਰੇ ਪਾਈ, ਮਿਲ ਹਰ ਹਰ ਕਥਾ ਕਰਹੁ। ਤੇ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਵੀ ਸਤਿਗੁਰੂ ਪਾਤਸ਼ਾਹ ਜੀ ਆਪਾਂ ਨੂੰ ਵਡਿਆਈ ਕੀ ਦਿੰਦੇ ਆ।
ਤੇ ਆਪਾਂ ਨੂੰ ਵਡਿਆਈ ਅੱਜ ਦਾ ਜਿਹੜਾ ਬੰਦ ਹੈ, ਅੱਜ ਦਾ ਜਿਹੜਾ ਸ਼ਬਦ ਹੈ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਆ, ਆਵਹੋ ਸੰਤ ਮਿਲਹੋ ਮੇਰੇ ਭਾਈ। ਸਤਿਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਸਾਰੀ ਸੰਗਤ ਨੂੰ ਸੰਤ ਜਨ ਕਿਹਾ, ਆਵੋ ਸੰਤ ਹੋ। ਜਿੱਥੇ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਆ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਤੇ ਇੱਥੇ ਗੁਰੂ ਰਾਮਦਾਸ ਮਹਾਰਾਜ ਫਰਮਾਨ ਕਰਦੇ ਆ ਵੀ ਆਵੋ ਸੰਤ ਮਿਲੋ ਮੇਰੇ ਭਾਈ। ਤੇ ਹੈ ਕੋਈ ਐਸਾ ਗੁਰੂ ਜਿਹੜਾ ਕਹਿੰਦਾ ਹੋਵੇ ਤੂੰ ਮੇਰਾ ਭਰਾ ਹੈ? ਕਹਿਣ ਲੱਗੇ ਕੋਈ ਐਸਾ ਗੁਰੂ ਨਾਨਕ ਦੇ ਦਰ ਤੋਂ ਬਿਨਾ ਕੋਈ ਐਸਾ ਗੁਰੂ ਨਹੀਂ ਮਿਲਣਾ ਸੰਸਾਰ ਦੇ ਅੰਦਰ ਜਿਹੜਾ ਆਪਣਾ ਭਰਾ ਕਹਿੰਦਾ ਹੋਵੇ। ਗੁਰੂ ਰਾਮਦਾਸ ਆਪਾਂ ਨੂੰ ਸਾਰਿਆਂ ਨੂੰ ਆਪਣੇ ਭਰਾ, ਭੈਣਾਂ ਨੂੰ ਭੈਣ ਸ਼ਬਦ ਹੈ ਵੀ ਸਾਰੇ ਜਾਣੇ ਐ ਮੇਰੇ ਭਾਈ, ਆਪਾਂ ਮਿਲ ਕੇ ਬੈਠਣਾ ਕਰੀਏ। ਤੇ ਹੁਣ ਆਪਾਂ ਸਾਰੇ ਜਾਣੇ ਮਿਲ ਕੇ ਬੈਠਣਾ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਨਤਮਸਤਕ ਹੋ ਕੇ। ਹੁਣ ਫਿਰ ਜਿਸ ਵੇਲੇ ਬੈਠਣਾ ਕਰਦੇ ਆ, ਕਹਿਣ ਲੱਗੇ ਹੇ ਭਾਈ ਹੁਣ ਤਾਂ ਕਰਨਾ ਕੀ ਹੈ, ਤੂੰ ਆ ਕੇ ਬੈਠਣਾ ਕਰ ਗਿਆ ਐ ਮੇਰੇ ਭਰਾ ਗੁਰੂ ਰਾਮਦਾਸ ਮਹਾਰਾਜ। ਕਹਿਣ ਲੱਗੇ ਹੁਣ ਆਪਾਂ ਸਾਰੇ ਜਾਣਿਆਂ ਨੇ ਰਲ ਕੇ ਇਹ ਕੰਮ ਕਰਨਾ ਹੈ, ਮਿਲ ਹਰ ਹਰ ਕਥਾ ਕਰਹੁ। ਤੇ ਸਾਰੇ ਜਾਣੇ ਮਿਲ ਕੇ ਇੱਕ ਮਨ ਇੱਕ ਚਿੱਤ ਹੋ ਕੇ ਆਪਾਂ ਆਰੰਭਤਾ ਕੀਤੀ ਹੈ ਨਾ। ਆਰੰਭਤਾ ਦੇ ਵਿੱਚ ਆਪਾਂ ਇਹ ਕਿਹਾ ਵੀ ਮਨ ਦੀ ਇਕਾਗਰਤਾ ਤੇ ਕਥਾ ਦੀ ਆਰੰਭਤਾ। ਤੇ ਮਿਲ ਹਰ ਹਰ ਕਥਾ ਕਰੋ, ਮਿਲ ਭਾਵ ਮਿਲ ਕੇ ਸਾਰੇ ਜਾਣੇ ਬੈਠਣਾ ਕਰੀਏ। ਮਨ ਦੇ ਵਿੱਚੋਂ ਦਵੈਤ ਭਾਵਨਾਵਾਂ, ਈਰਖਾ, ਉਹ ਸਾਰਾ ਕੁਝ ਸਾਡੇ ਮਨ ਦੇ ਵਿੱਚੋਂ ਖਤਮ। ਭਾਵ ਉਹ ਨਹੀਂ ਹੋਣਾ ਚਾਹੀਦਾ ਵੀ ਮੇਰੇ ਲਵੇ ਆ ਬੈਠਾ ਤੇ ਮੈਂ ਇਹ ਇਸ ਤਰ੍ਹਾਂ ਦਾ, ਇਹਦਾ ਜੀਵਨ ਇਸ ਤਰ੍ਹਾਂ ਦਾ। ਕਹਿਣ ਲੱਗੇ ਨਹੀਂ, ਅਸੀਂ ਕਿਸੇ ਦੇ ਲਈ ਇੱਥੇ ਸਾਨੂੰ ਇੱਕ ਪਤਾ ਹੋਣਾ ਚਾਹੀਦਾ, ਇੱਥੇ ਸਾਨੂੰ ਇੱਕ ਯਾਦ ਹੋਣੀ ਚਾਹੀਦੀ ਹੈ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੈ ਸੋਏ। ਤੇ ਆਪਣੇ ਆਪ ਨੂੰ ਚੰਗਾ ਨਾ ਸਮਝ ਤੇ ਦੂਸਰੇ ਨੂੰ ਮਾੜਾ ਨਾ ਕਹੇ। ਕਹਿਣ ਲੱਗੇ ਤੂੰ ਆਪਣੇ ਨੂੰ ਕਹੇ। ਤੇ ਪਾਤਸ਼ਾਹ ਕਹਿਣ ਲੱਗੇ ਸਾਰੇ ਜਾਣੇ ਮਿਲ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੀਏ। ਹੁਣ ਆਪਾਂ ਉਸ ਨਿਰੰਕਾਰ ਦੇ ਗੁਣਾਂ ਨੂੰ ਸਾਰੇ ਜਾਣੇ ਮਿਲ ਕੇ ਗਾ ਰਹੇ ਹਾਂ, ਸੁਣ ਰਹੇ ਹਾਂ। ਮਨ ਦੀ ਇਕਾਗਰਤਾ ਬਣੀ ਹੈ। ਇਹਨੂੰ ਕਹਿੰਦੇ ਹੈ ਵੀ ਹਰ ਹਰ ਕਥਾ ਕਰੋ। ਉਸ ਹਰੀ ਪਰਮਾਤਮਾ ਦੇ ਜਿਹੜੇ ਮਨ ਨੂੰ ਹਰਿਆ ਭਰਿਆ ਕਰਨ ਵਾਲੇ ਨੇ, ਤੇ ਉਸ ਗੁਣਾਂ ਨੂੰ ਗਾਉਣਾ ਕਰ ਜਿਹੜਾ ਤੇਰਾ ਕਹਿਣ ਲੱਗੇ ਜੀਵਨ ਤਬਦੀਲ ਕਰ ਦਿੰਦੇ ਆ। ਐਸੇ ਵਚਨ ਨੇ। ਤਬਦੀਲੀ ਕਿਸ ਤਰ੍ਹਾਂ ਜੀਵਨ ਦੇ ਅੰਦਰ ਤਬਦੀਲੀ ਆਉਣਾ ਕਰ ਜਾਂਦੀ ਹੈ, ਸ਼ਬਦ ਦੇ ਨਾਲ ਤਬਦੀਲੀ ਆਉਂਦੀ ਹੈ। ਜਦੋਂ ਕਿਸੇ ਕਹਿਣ ਲੱਗੇ ਗੁਰੂ ਦੇ ਪਿਆਰੇ ਨੇ, ਰੱਬ ਦੀ ਬੰਦਗੀ ਕਰਨ ਵਾਲੇ ਨੇ ਤੈਨੂੰ ਚੰਗੇ ਸ਼ਬਦ ਕਹੇ ਤੇ ਤੂੰ ਮਾੜਾ ਕੰਮ ਛੱਡ ਕੇ ਚੰਗੇ ਗੁਣਾਂ ਨੂੰ ਅਪਣਾਉਣਾ ਕਰਕੇ ਉਸ ਰਸਤੇ ਤੇ ਚੱਲ ਪੈਣਾ। ਪਰ ਜੀ ਕਹਿਣ ਲੱਗੇ ਕੋਈ ਐਸਾ ਮਨੁੱਖ ਮਿਲਣਾ ਕਰ ਜਾਵੇ, ਚੋਰ ਮਿਲਣਾ ਕਰ ਜਾਵੇ, ਕੋਈ ਯਾਰ ਮਿਲਣਾ ਕਰ ਜਾਵੇ, ਪਰ ਉਸ ਵੇਲੇ ਉਸ ਮਨੁੱਖ ਨੇ ਕਿਹਾ ਤੂੰ ਤਾਂ ਭੁਲੇਖੇ ਦੇ ਅੰਦਰ ਫਿਰਦਾ ਹੈ, ਤੂੰ ਆ ਮੇਰੇ ਨਾਲ ਚੱਲ। ਆ ਕਹਿਣ ਲੱਗੇ 2 ਮਿੰਟਾਂ ਦਾ ਕੰਮ ਹੈ ਤੇ ਆਪਾਂ ਆ ਕੰਮ ਕਰਕੇ ਚੋਰੀ ਕਰਕੇ ਚੰਗਾ ਚੋਖਾ ਖਾਣਾ ਕਰਾਂਗੇ ਤੇ ਚੰਗਾ ਚੋਖਾ ਪਹਿਨਣਾ ਕਰਾਂਗੇ। ਜਦੋਂ ਇਹ ਗੱਲਾਂ ਮਨੁੱਖ ਦੇ ਕੰਨਾਂ ਦੇ ਵਿੱਚ ਪੈ ਗਈਆਂ ਤੇ ਪਤਾ ਹੈ ਨਹੀਂ, ਤੇ ਉਸ ਵੇਲੇ ਉਹਨੇ ਕਹਿਣਾ ਵੀ ਚੱਲ ਚੱਲੀਏ, ਫਿਰ ਤੇਰੇ ਨਾਲ ਚੱਲਣਾ ਕਰਦੇ ਆ। ਤੇ ਇਧਰਲੇ ਪਾਸਿਓਂ ਆਉਂਦੇ ਤਾਂ ਕਹਿਣ ਲੱਗੇ ਪਾਸਾ ਬਟਣਾ ਕਰ ਗਿਆ, ਤੇ ਪਰ ਉਧਰਲੇ ਪਾਸੇ ਨੂੰ ਤੁਰਨਾ ਕਰ ਗਿਆ। ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਕੀ ਕਹਿੰਦੇ ਆ ਇਹਨਾਂ ਦੇ ਲਈ? ਜਿਹੜੇ ਇਸ ਰਸਤੇ ਤੇ ਚੱਲਣਾ ਕਰਦੇ ਆ ਉਹਨੂੰ ਮੇਰੇ ਪਾਤਸ਼ਾਹ ਬਾਣੀ ਅੰਦਰ ਫਰਮਾਨ ਕਰਦੇ ਆ ਵੀ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਕਹਿਣ ਲੱਗੇ ਇਧਰਲੇ ਪਾਸੇ ਜਿੱਥੋਂ ਚੰਗੀ ਸਿੱਖਿਆ ਮਿਲਣੀ ਸੀ, ਇਸ ਪਾਸਿਓਂ ਪਾਸਾ ਵਟ ਲਿਆ ਤੇ ਮਾੜੇ ਕੰਮ ਨੂੰ ਕਹਿਣ ਲੱਗੇ ਉਧਰ ਨੂੰ ਚੱਲ ਪਿਆ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਤੇ ਇਧਰਲੇ ਪਾਸਿਓਂ ਕਹਿਣ ਲੱਗੇ ਆਪਣੇ ਜੀਵਨ ਨੂੰ ਸਵਾਉਣਾ ਕਰ ਦਿੱਤਾ। ਤੇ ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ। ਤੇ ਜਿਹੜਾ ਅੱਜ ਦਾ ਸਮਾਂ ਹੈ, ਇਹ ਸਮਾਂ ਕਹਿਣ ਲੱਗੇ ਕਲਯੁਗ ਦਾ ਹੈ। ਇਸ ਕਲਯੁਗ ਦੇ ਅੰਦਰ ਤੇ ਆ ਨਾਮ ਰੂਪੀ ਜਹਾਜ਼ ਹੈ। ਕਹਿਣ ਲੱਗੇ ਜੇ ਤੂੰ ਆਪਣੇ ਜੀਵਨ ਦੇ ਅੰਦਰ ਅਪਣਾਉਣਾ ਕਰ ਲਏਗਾ, ਆਤਮਾ ਨੂੰ ਇਸ ਨਾਮ ਰੂਪੀ ਜਹਾਜ਼ ਤੇ ਚੜਾਉਣਾ ਕਰ ਲਵੇਂਗਾ, ਤਾਂ ਸੰਸਾਰ ਸਮੁੰਦਰ ਪਾਰ ਹੋ ਜਾਵੇਗਾ। ਅਗਲੀ ਪੰਕਤੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਆ ਵੀ ਹਰ ਹਰ ਨਾਮ ਬੋਹਿਤ ਹੈ ਕਲ ਯੁਗ। ਤੇ ਭਾਈ ਜਿਹੜਾ ਆ ਸਮਾਂ ਚੱਲਦਾ ਹੈ ਨਾ, ਕਲਾਂ ਦਾ ਯੁੱਗ, ਕਲ ਯੁੱਗ, ਤੇ ਇਸ ਦੇ ਵਿੱਚ ਸਦਾ ਵਾਸਤੇ ਹਰੀ ਪਰਮੇਸ਼ਰ ਦੇ ਵੱਲੋਂ, ਉਸ ਪਰਮਾਤਮਾ ਦੇ ਵੱਲੋਂ
ਕਹਿਣ ਲੱਗੇ ਆ ਤੇਰੇ ਲਈ ਇੱਕ ਨਾਮ ਰੂਪੀ ਜਹਾਜ਼ ਬਣਾ ਕੇ ਭੇਜਿਆ ਪਾਤਸ਼ਾਹ ਨੇ, ਗੁਰੂ ਨਾਨਕ ਮਹਾਰਾਜ ਨੇ। ਛੜਦੀ ਬਲਦੀ ਲੁਕਾਈ ਨੂੰ, ਜਿਸ ਵੇਲੇ ਲੁਕਾਈ ਇੱਥੇ ਰੋਂਦੀ ਸੀ, ਧਾਹਾਂ ਮਾਰਨਾ ਕਰਦੀ ਸੀ, ਜਿਸ ਵੇਲੇ ਆ ਧਰਤੀ ਦੀਆਂ ਪਕਾਰਾਂ ਸਨ, ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਹੋਇਆ ਹੈ। ਹਰ ਹਰ ਨਾਮ ਬੋਹਿਤ ਹੈ ਕਲਯੁਗ। ਆਪਾਂ ਵੇਖਣਾ ਕਰਦੇ ਆ। ਕਹਿਣ ਲੱਗੇ ਫਿਰ ਇਸ ਕਲਯੁਗ ਦੇ ਅੰਦਰ ਨਾਮ ਰੂਪੀ ਜਹਾਜ਼ ਹੈ ਤੇਰੀ ਆਤਮਾ ਦੇ ਲਈ ਬਣ ਕੇ ਆਇਆ। ਤੇ ਆਪਾਂ ਬਾਣੀ ਪੜ੍ਹਦੇ ਆ ਸਤਿਗੁਰੂ ਪਾਤਸ਼ਾਹ ਜੀ ਦੀ। ਇਸ ਬਾਣੀ ਦੇ ਅੰਦਰ ਆਪਾਂ ਨੂੰ ਮੇਰੇ ਪਾਤਸ਼ਾਹ ਸੋਝੀ ਦੇਣਾ ਕਰਦੇ ਨੇ। ਕੀ ਸੋਝੀ ਦਿੰਦੇ ਆ? ਕਹਿਣ ਲੱਗੇ ਐ ਮਨੁੱਖ, ਇਹ ਜਿਹੜਾ ਨਾਮ ਹੈ, ਇਹ ਜਿਹੜਾ ਸ਼ਬਦ ਹੈ, ਕਹਿਣ ਲੱਗੇ ਇਹ ਧੁਰ ਦਰਗਾਹ ਦੇ ਵਿੱਚੋਂ ਆਇਆ। ਸ਼ਬਦ ਪੜ੍ਹਦੇ ਹਾਂ ਆਪਾਂ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਕਹਿਣ ਲੱਗੇ ਇਹ ਧੁਰ ਦਰਗਾਹ ਦੇ ਵਿੱਚੋਂ ਆਈ ਹੈ ਤੇ ਇਹਦੇ ਨਾਲ ਆਮ ਮਨੁੱਖਾਂ ਦਾ ਕਹਿਣ ਲੱਗੇ ਕੋਈ ਸੰਬੰਧ ਨਹੀਂ। ਸੰਸਾਰਕ ਬੋਲ ਨਹੀਂ ਹਨ, ਇਹ ਸੰਸਾਰਕ ਲਿਖਤ ਨਹੀਂ ਹੈ, ਇਹ ਕਿਸੇ ਦੀ ਕਵਿਤਾ ਨਹੀਂ ਲਿਖੀ ਹੋਈ, ਇਹ ਕਿਸੇ ਦੇ ਗੀਤ ਨਹੀਂ ਲਿਖੇ ਹੋਏ। ਬਾਬਾ ਕਬੀਰ ਜੀ ਕਹਿਣ ਲੱਗੇ ਲੋਕ ਜਾਣੈ ਇਹ ਗੀਤ ਹੈ। ਕਹਿਣ ਲੱਗੇ ਸੰਸਾਰ ਦੇ ਲੋਕ ਇਹ ਵੀ ਸਮਝੀ ਬੈਠੇ ਨੇ ਕਿਤੇ ਇਹ ਵੀ ਆਮ ਗੀਤ ਨੇ। ਕਹਿਣ ਲੱਗਿਆ ਨਹੀਂ ਐ ਮਨੁੱਖ, ਐ ਪ੍ਰਾਨੀ, ਇਹ ਗੀਤ ਨਹੀਂ ਹੈ। ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਕਹਿਣ ਲੱਗੇ ਉਸ ਪ੍ਰਮਾਤਮਾ ਦੀ, ਬ੍ਰਹਮ ਦੀ ਵਿਚਾਰ ਹੈ, ਇਹ ਗੀਤ ਨਹੀਂ ਹੈ, ਇਹ ਕਵਿਤਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਹ ਜੀਵਨ ਨੂੰ ਤਬਦੀਲ ਕਰਦੀ ਹੈ, ਮਨ ਦੇ ਅੰਦਰ ਗਿਆਨ ਦੇਣਾ ਕਰਦੀ ਹੈ। ਕਹਿਣ ਲੱਗੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਕਹਿਣ ਲੱਗੇ ਜਿਹੜੀਆਂ ਤੇਰੇ ਮਨ ਦੇ ਅੰਦਰ ਚਿੰਤਾਵਾਂ ਸਨ, ਚਿੰਤਾ ਦੇ ਵਿੱਚ ਫਸਿਆ ਹੋਏ ਹੈ ਤੇ ਹਮੇਸ਼ਾ ਵਾਸਤੇ ਤੇਰੇ ਮਨ ਦੀਆਂ ਚਿੰਤਾ ਨੂੰ ਦੂਰ ਕਰਦਾ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੇ ਤੈਸੜਾ ਕਰੀ ਗਿਆਨ ਵੇ ਲਾਲੋ। ਕਹਿਣ ਲੱਗੇ ਇਹ ਖਸਮ ਦੀ ਬਾਣੀ ਹੈ, ਮੈਂ ਕੋਈ ਆਪਣੇ ਵੱਲੋਂ ਨਹੀਂ ਕਹਿ ਰਿਹਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਐ ਲਾਲੋ ਤੇ ਮੈਂ ਜਿਹੜੀ ਗੱਲ ਕਹਿ ਰਿਹਾ, ਕਹਿਣ ਲੱਗੇ ਇਹ ਆਕਾਸ਼ ਬਾਣੀ ਹੈ, ਇਹ ਉਸ ਪਰਮਾਤਮਾ ਦੇ ਬੋਲ ਨੇ ਤੇ ਇਹ ਅੱਗੇ ਹੋਣ ਵਾਲਾ ਹੈ। ਇਸੇ ਕਰਕੇ ਪਾਤਸ਼ਾਹ ਕਹਿਣ ਲੱਗੇ ਹਰ ਹਰ ਨਾਮ ਬੋਹਿਤ ਹੈ ਕਲਯੁਗ। ਕਹਿਣ ਲੱਗੇ ਫਿਰ ਐ ਪ੍ਰਾਨੀ ਤੂੰ ਸਦਾ ਵਾਸਤੇ ਆਪਣੇ ਜੀਵਨ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਵਸਾਉਣਾ ਕਰ ਲੈ ਤੇ ਆਪਣੀ ਆਤਮਾ ਨੂੰ ਇਸ ਨਾਮ ਰੂਪੀ ਜਹਾਜ਼ ਦੇ ਉੱਪਰ ਚੜਾਉਣਾ ਕਰ ਲੈ। ਕੀ ਹੈ? ਖੇਵਟ ਗੋਰਾ ਸ਼ਬਦ ਤਰਹੁ। ਤੇ ਸਦਾ ਵਾਸਤੇ ਫਿਰ ਆਹ ਸ਼ਬਦ ਦੇ ਨਾਲ ਸੰਸਾਰ ਸਮੁੰਦਰ ਦੇ ਵਿੱਚੋਂ ਤਰਿਆ ਜਾਣਾ। ਕਹਿਣ ਲੱਗੇ ਹੋਰ ਕੋਈ ਤਰਨ ਦਾ ਵਸੀਲਾ ਨਹੀਂ ਹੈ। ਤੇ ਇਸੇ ਕਰਕੇ ਪਾਤਸ਼ਾਹ ਕਹਿਣ ਲੱਗੇ ਕਾਇਆ ਨਗਰ ਮਹਿ ਰਾਮ ਰਸ ਊਤਮ ਕਿਉਂ ਪਾਈਐ ਉਪਦੇਸ ਜਨ ਕਰਹੁ। ਕਹਿਣ ਲੱਗੇ ਸਾਰਿਆਂ ਦੇ ਨਾਲੋਂ ਉੱਤਮ ਇਹ ਜਿਹੜਾ ਸ਼ਬਦ ਹੈ ਸਾਰਿਆਂ ਦੇ ਨਾਲੋਂ ਉੱਤਮ ਹੈ। ਕਾਇਆ ਨਗਰ ਮਹਿ ਰਾਮ ਰਸ ਉੱਤਮ। ਕਹਿਣ ਲੱਗੇ ਆ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਨਾਮ ਹੈ ਨਾ, ਜਿਹੜਾ ਆ ਰਸ ਹੈ, ਕਹਿਣ ਲੱਗੇ ਗਿਆਨ, ਇਹ ਸਾਰਿਆਂ ਨਾਲੋਂ ਉੱਤਮ ਹੈ। ਪਹਿਲਾਂ ਬੇਨਤੀ ਕੀਤੀ ਹੈ ਨਾ ਵੀ ਜਿਹੜੀਆਂ ਸੰਸਾਰ ਦੀਆਂ ਗੱਲਾਂ ਨੇ ਉਹ ਸਾਨੂੰ ਭਰਮਾ ਲੈਂਦੀਆਂ ਨੇ, ਅਸੀਂ ਭਰਮਣਾ ਕਰ ਜਾਂਦੇ ਆ, ਉਸ ਦੇ ਨਾਲ ਲੱਗਣਾ ਕਰ ਜਾਂਦੇ ਆ। ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਵੀ ਕਿਸੇ ਨੇ ਚੋਰੀ ਦੀ ਗੱਲ ਕਰ ਲਈ, ਪਰ ਉਹਦੇ ਨਾਲ ਮਨੁੱਖ ਚੱਲਿਆ ਜਾਂਦਾ ਕਿਉਂਕਿ ਹਮੇਸ਼ਾ ਵਾਸਤੇ ਜਿਹੜੀ ਜ਼ਹਿਰ ਹੈ ਉਹ ਬੜਾ ਛੇਤੀ ਕੰਮ ਕਰਦੀ ਹੈ ਤੇ ਪਰ ਜਿਹੜਾ ਰਸ ਹੈ ਉਹ ਬਹੁਤ ਸਮਾਂ ਕੰਮ ਕਰਨ ਨੂੰ ਲਾਉਂਦਾ ਹੈ। ਸੰਸਾਰਕ ਤੌਰ ਤੇ ਆਪਾਂ ਸਰੀਰ ਦੀ ਇੱਕ ਗੱਲ ਕਰ ਲਈਏ, ਉਦਾਹਰਨ ਲੈ ਲਈਏ ਛੋਟੀ ਜੀ। ਤੇ ਸਰੀਰ ਨੂੰ ਕਹਿਣ ਲੱਗੇ ਰਸ ਦੇਣ ਦੇ ਲਈ, ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਆਪਾਂ ਰਸ ਪੀਣਾ ਕਰੀਏ। ਮੰਨ ਲਓ ਕਹਿਣ ਲੱਗੇ ਇਸ ਤਰ੍ਹਾਂ ਮੇਵੇ ਖਾਣਾ ਕਰੀਏ, ਕਾਜੂ ਬਦਾਮ ਖਾਣਾ ਕਰੀਏ, ਪਰ ਉਹ ਤਕਰੀਬਨ 6-7 ਦਿਨ ਲੰਘਣ ਤੋਂ ਬਾਅਦ ਉਹ ਤਾਕਤ ਦੇਣਾ ਕਰਦੇ ਆ। ਰਸ ਪੀਣਾ ਕਰ ਲਈਏ, ਉਹ ਤਕਰੀਬਨ 24 ਜਾਂ 48 ਘੰਟੇ ਲੰਘਣ ਤੋਂ ਬਾਅਦ ਕਹਿਣ ਲੱਗੇ ਉਸ ਰਸ ਦੀ ਜਿਹੜੀ એનર્ਜੀ ਹੈ, ਜਿਹੜੀ ਤਾਕਤ ਹੈ, ਜਿਹੜੇ ਉਹਦੇ ਵਿੱਚ ਗੁਣ ਨੇ, ਜਿਹੜੇ ਉਹਦੇ ਵਿੱਚ ਵਿਟਾਮਿਨ ਨੇ, ਉਹ ਸਾਨੂੰ ਕਹਿਣ ਲੱਗੇ ਤਕਰੀਬਨ 24 ਜਾਂ 48 ਘੰਟਿਆਂ ਤੋਂ ਬਾਅਦ ਸਰੀਰ ਨੂੰ ਮਿਲਣਾ ਕਰਦੇ ਆ, ਤਾਕਤ ਮਿਲਣਾ ਕਰਦੀ ਹੈ। ਪਰ ਜਿਹੜੀ ਕਹਿਣ ਲੱਗੇ ਜ਼ਹਿਰ ਹੈ, ਜਿਹੜੀ ਵਿਖ ਹੈ, ਆਪਾਂ ਵੇਖਣਾ ਕਰਦੇ ਆ ਕੋਈ ਮਨੁੱਖ ਮਾੜੇ ਕਰਮਾਂ ਵਾਲਾ, ਭਾਗਾਂ ਵਾਲਾ, ਕੋਈ ਐਸਾ ਕਹਿਣ ਲੱਗੇ ਕੋਈ ਜ਼ਹਿਰ ਪੀਣਾ ਕਰ ਲਵੇ, ਕੋਈ ਗੋਲੀ ਖਾਣਾ ਕਰ ਲਵੇ ਐਟ ਏ ਟਾਈਮ ਤੇ ਮਿੰਟ 2-4 ਨਹੀਂ ਲੰਘਣ ਲੱਗਦੇ, ਉਸੇ ਵੇਲੇ ਕਹਿਣ ਲੱਗੇ ਮਨੁੱਖ ਮੂੰਹ ਦੇ ਵਿੱਚੋਂ ਝੱਗ ਤੇ ਇਸ ਧਰਤੀ ਤੇ ਡਿੱਗਣਾ ਕਰ ਜਾਂਦਾ ਹੈ। ਜ਼ਹਿਰ ਖਾਣ ਦੇ ਨਾਲ, ਪੀਣ ਦੇ ਨਾਲ ਕਹਿਣ ਲੱਗੇ ਮਿੰਟ 2-4 ਲੱਗਣਾ ਕਰਦੇ ਆ, ਉਸੇ ਵੇਲੇ ਅਸਰ ਕਰ ਜਾਂਦੀ ਹੈ ਕਿਉਂ ਜ਼ਹਿਰ ਹੈ ਤੇ ਪਰ ਰਸ ਹੈ ਜਿਹੜਾ
ਜਿਹੜਾ ਵਿਟਾਮਿਨ ਹੈ ਕਹਿਣ ਲੱਗੇ ਉਹ ਸਰੀਰ ਨੂੰ ਕੁਝ ਸਮਾਂ ਲੰਘਣ ਤੋਂ ਬਾਅਦ, ਕੁਝ ਦਿਨ ਲੰਘਣ ਤੋਂ ਬਾਅਦ ਤੇ ਫਿਰ ਤਾਕਤ ਦੇਣਾ ਕਰਦਾ। ਇਸੇ ਤਰ੍ਹਾਂ ਐ ਮਨੁੱਖ, ਐ ਮੇਰੇ ਮਨ, ਐ ਪ੍ਰਾਨੀ, ਆ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਸ਼ਬਦ ਹੈ ਕਹਿਣ ਲੱਗੇ ਇਹ ਇਸ ਤਰ੍ਹਾਂ ਸਮਝਣਾ ਕਰ ਲੈ ਵੀ ਤੇਰੇ ਮਨ ਨੂੰ ਤਾਕਤ ਦੇਣ ਵਾਸਤੇ ਵਿਟਾਮਿਨ ਹੈ। ਤੂੰ ਹੁਣ ਕਹਿਣ ਲੱਗੇ ਰਸ ਪੀਣਾ ਕਰਦਾ। ਪਾਤਸ਼ਾਹ ਜੀ ਨੇ ਰਾਮ ਰਸ ਵਰਤਿਆ ਸ਼ਬਦ, ਰਾਮ ਰਸ ਊਤਮ, ਕਹਿਣ ਲੱਗੇ ਸਾਰਿਆਂ ਦੇ ਨਾਲੋਂ ਜਿਹੜਾ ਪਰਮੇਸ਼ਰ ਦਾ ਰਸ ਹੈ, ਭਾਵ ਨਾਮ ਹੈ, ਇਹ ਸਾਰੇ ਰਸਾਂ ਦੇ ਨਾਲੋਂ ਉੱਪਰ ਰਸ ਹੈ। ਪਰ ਜਿਹੜੀਆਂ ਸੰਸਾਰਕ ਗੱਲਾਂ ਨੇ, ਜਿਹੜੇ ਗੰਦੇ ਗੀਤ ਨੇ, ਜਿਹੜੀਆਂ ਐਸੀਆਂ ਗੱਲਾਂ ਨੇ, ਉਹ ਮਨੁੱਖ ਨੂੰ ਉਸੇ ਵਕਤ ਭਰਮਾ ਲੈਂਦੀਆਂ ਨੇ, ਉਧਰ ਨੂੰ ਚੱਲਿਆ ਜਾਂਦਾ। ਪਰ ਇਧਰਲੇ ਰਸਤੇ ਤੇ ਚੱਲਣਾ ਕਹਿਣ ਲੱਗੇ ਬੜਾ ਔਖਾ। ਪਰ ਨਾ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਕਿਉਂ ਪਾਈਐ ਉਪਦੇਸ਼ ਜਨ ਕਰਹੁ। ਹੇ ਭਾਈ, ਤੂੰ ਫਿਰ ਇਹ ਦੱਸ, ਇਸ ਰਸ ਨੂੰ ਛੱਡਣਾ ਕਰਕੇ, ਇਸ ਗੁਣਾ ਨੂੰ ਛੱਡਣਾ ਕਰਕੇ ਕਹਿਣ ਲੱਗੇ ਆ ਤੂੰ ਔਗਣ ਵਾਲੇ ਕਿਉਂ ਅਪਣਾਉਣਾ ਕਰ ਲੈਨੇ। ਪਰ ਦੂਸਰੇ ਬੰਦ, ਇਸੇ ਬੰਦ ਦੇ ਅੰਦਰ ਦੂਸਰੀ ਪੰਕਤੀ ਹੈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਹਰ ਰਸ ਪੀਹੋ। ਪਰ ਜਦੋਂ ਦਰਸ਼ਨਾਂ ਦੀ ਗੱਲ ਆਉਂਦੀ ਹੈ ਨਾ, ਤੇ ਉਸ ਦਰਸ਼ਨਾਂ ਦੇ ਵਿੱਚ ਅਸੀਂ ਬੜਾ ਫਸ ਜਾਂਦੇ ਆ। ਪਰ ਦਰਸ਼ਨਾਂ ਦੀ ਗੱਲ ਆਉਂਦੀ ਹੈ ਤੇ ਅਸੀਂ ਜਿਸ ਤਰ੍ਹਾਂ ਕਹਿਣ ਲੱਗੀ ਆਮ ਮਨੁੱਖ ਨੇ ਸਾਨੂੰ ਭਰਮਾਉਣਾ ਕਰ ਲਿਆ, ਗੱਲ ਐਸੀ ਕਹਿ ਦਿੱਤੀ ਤੇ ਉਸੇ ਮਗਰ ਅਸੀਂ ਲੱਗਣਾ ਕਰ ਜਾਂਦੇ ਆ। ਇਸੇ ਤਰ੍ਹਾਂ ਇੱਕ ਘਟਨਾ ਆਉਂਦੀ ਹੈ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਹੈ ਜਿਹਦਾ ਨਾਮ ਹੈ ਭਾਈ ਤਰਲੋਕਾ। ਤੇ ਸਤਿਗੁਰੂ ਪਾਤਸ਼ਾਹ ਦੀ ਗੋਦ ਦੇ ਵਿੱਚ ਰਹਿੰਦਿਆਂ ਹੋਇਆਂ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਵਾਰਿਆ ਤੇ ਆਪਣੇ ਜੀਵਨ ਨੂੰ ਸਵਾਰ ਕੇ ਆਪਣੇ ਨਗਰ ਘਰ ਦੇ ਵਿੱਚ ਚਲਿਆ ਗਿਆ। ਸਤਿਗੁਰੂ ਪਾਤਸ਼ਾਹ ਜੀ ਨੇ ਭੇਜਣਾ ਕਰ ਦਿੱਤਾ, ਭਾਈ ਮੰਝ ਨੂੰ ਆਪਣੇ ਪਿੰਡ ਭੇਜਿਆ। ਭਾਈ ਬਹਿਲੋ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਪਿੰਡ ਭੇਜਿਆ। ਕਹਿਣ ਲੱਗੇ ਜਾ ਭਾਈ ਬਹਿਲੋ, ਤੇ ਹੁਣ ਤੂੰ ਆਪਣੇ ਘਰ ਚਲਿਆ ਜਾ, ਉੱਥੇ ਜਾ ਕੇ ਤੇ ਪ੍ਰਚਾਰ ਕਰਨਾ ਹੈ। ਭਾਈ ਮੰਝ ਨੂੰ ਭੇਜਿਆ ਗਿਆ, ਜਾ ਤੇਰੀ ਇੱਥੇ ਡਿਊਟੀ ਲੱਗਣਾ ਕਰ ਗਈ ਹੈ। ਪਰ ਕਦੋਂ ਭੇਜਿਆ? ਕਹਿਣ ਲੱਗੇ ਜਦੋਂ ਉਸ ਦਾ ਜੀਵਨ ਸਫਲ ਹੋਣਾ ਕਰ ਗਿਆ, ਜਦੋਂ ਉਸ ਨੂੰ ਸਿੱਖਿਆ ਮਿਲਣਾ ਕਰ ਗਈ। ਤੇ ਪਰ ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਹੈ ਭਾਈ ਤਰਲੋਕਾ, ਗੜ੍ਹ ਸ਼ੰਕਰ ਦੇ ਰਹਿਣ ਵਾਲਾ। ਤੇ ਉਸ ਵੇਲੇ ਉਸ ਦੀ ਸੇਵਾ ਜਿਹੜੀ ਉਹ ਸਫਲ ਹੋ ਗਈ ਹੈ, ਉਸ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਹੁਣ ਉਪਦੇਸ਼ ਤੇ ਸ਼ੁਰੂ ਹੋ ਗਿਆ। ਤੇ ਪਰ ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਤਰਲੋਕਿਆ ਤੇਰੀ ਸੇਵਾ ਜਿਹੜੀ ਉਹ ਸਫਲ ਹੈ, ਹੁਣ ਤੂੰ ਐਂ ਕਰ, ਤੇ ਹੁਣ ਤੇਰੀ ਡਿਊਟੀ ਹੈ ਤੂੰ ਆਪਣੇ ਘਰ ਚਲਿਆ ਜਾ, ਤੇ ਤੂੰ ਆਪਣੇ ਘਰ ਜਾ ਕੇ ਤੈਂ ਪ੍ਰਚਾਰ ਕਰਨਾ ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਦਾ। ਤੇ ਬੇਨਤੀ ਪ੍ਰਵਾਨ ਕੀਤੀ ਹੈ, ਗੁਰੂ ਪਾਤਸ਼ਾਹ ਦਾ ਹੁਕਮ ਮੰਨ ਲਿਆ। ਤੇ ਉਸ ਵੇਲੇ ਜਦੋਂ ਹੁਕਮ ਮੰਨ ਕੇ ਆਪਣੇ ਘਰ ਦੇ ਵਿੱਚ ਚਲਿਆ ਗਿਆ, ਆਪਣੇ ਘਰ ਦੇ ਵਿੱਚ ਰਹਿਣਾ ਕਰਦਾ ਹੈ, ਤੇ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਦੀ ਵਿਚਾਰ ਕਰਦਾ ਹੈ, ਸਿੱਖੀ ਨੂੰ ਫੈਲਾਉਣਾ ਕਰਦਾ ਹੈ। ਜਿਹੜਾ ਵੀ ਆਉਂਦਾ ਹੈ ਉਹਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਣਾਂ ਬਾਬਤ, ਬਾਣੀ ਦੇ ਬਾਬਤ ਸਿੱਖਿਆ ਦੇਣਾ ਕਰਦਾ ਹੈ, ਭਾਵ ਪ੍ਰਚਾਰਕ ਥਾਪਣਾ ਕਰ ਦਿੱਤਾ। ਤੇ ਉਸ ਗੜ੍ਹ ਸ਼ੰਕਰ ਦੇ ਵਿੱਚ ਆਪਣੇ ਘਰ ਦੇ ਵਿੱਚ ਰਹਿ ਰਿਹਾ, ਪਰ ਉੱਥੇ ਨਾਲ ਦੀ ਨਾਲ ਸਮਿਆਂ ਦੇ ਮੁਤਾਬਕ ਅੱਜ ਵੀ ਬਹੁਤ ਨੇ, ਤੇ ਉਹ ਸਮੇਂ ਵੀ ਡੇਰੇ ਹੋਇਆ ਕਰਦੇ ਸੀ। ਆਮ ਮਨੁੱਖ ਡੇਰਿਆਂ ਦੇ ਵਿੱਚ ਆ ਕੇ ਬੈਠਣਾ ਕਰਦੇ। ਸਾਰਿਆਂ ਦੀ ਗੱਲ ਨਹੀਂ ਹੈ, ਖਿਮਾ ਕਰਨੀ, ਮੈਂ ਪਖੰਡੀਆਂ ਦੀ ਗੱਲ ਕਰ ਰਿਹਾ, ਸੰਤਾਂ ਮਹਾਤਮਾ ਮਹਾਪੁਰਸ਼ਾਂ ਦੀ ਗੱਲ ਨਹੀਂ ਹੈ। ਤੇ ਆਪਣੇ ਨੇੜੇ ਦੇਖਣਾ ਕਰ ਲਈਏ, ਨਗਰ ਧੂਰਕੋਟ ਸ੍ਰੀ ਮਾਨ ਸੰਤ ਬਾਬਾ ਬਰਿਆਮ ਸਿੰਘ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਅਨੇਕਾਂ ਬੱਚਿਆਂ ਨੂੰ ਵਿਦਿਆ ਦੇ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੇਜਿਆ। ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਵਾਰਿਆ ਤੇ ਲੱਖਾਂ ਦੀ ਜ਼ਿੰਦਗੀ ਨੂੰ ਸਵਾਰਨਾ ਕੀਤਾ। ਉਹ ਸੰਤ ਜਾਣੇ ਆਪ ਜਪੈ ਅਬਰਾ ਨਾਮ ਜਪਾਵੈ, ਉਹ ਸੰਤ ਜਾਣੇ। ਪਰ ਜਿਹੜੇ ਉਹਨਾਂ ਦੀ ਉਸੇ ਤਰ੍ਹਾਂ ਵੇਖ ਲਿਆ ਵੀ ਇਹਨਾਂ ਦੇ ਵੀ ਲੋਕ ਪੁਜਾਰੀ ਬਣਨਾ ਕਰ ਗਏ, ਇਹ ਨਹੀਂ ਵੇਖਿਆ ਇਹਨਾਂ ਦੇ ਵਿੱਚ ਗੁਣ ਸਨ, ਨਹੀਂ। ਉਸੇ ਤਰ੍ਹਾਂ ਦੇਖ ਲਿਆ ਵੀ ਇਹਨਾਂ ਨੇ ਵੀ ਇੰਨਾ ਕੀਤਾ ਹੋਇਆ, ਆਪਾਂ ਵੀ ਇਸੇ ਤਰ੍ਹਾਂ ਕਰਕੇ ਆਪਣਾ ਤੋਰੀ ਫੁਲਕਾ ਚਲਾਉਣਾ ਕਰ ਲਈਏ, ਕਹਿਣ ਤੋਂ ਮੁਰਾਦ। ਪਰ ਉੱਥੇ ਰਹਿਣ ਵਾਲਾ ਤੇ ਇੱਕ ਜੋਗੀ ਜਨ ਹੈ, ਤੇ ਉਹ ਲੋਕਾਂ ਨੂੰ ਭਰਮ ਭੁਲੇਖੇ ਦੇ ਵਿੱਚ ਪਾਇਆ ਹੋਇਆ ਹੈ, ਜਿਸ ਦਾ ਨਾਮ ਹੈ ਸ਼ਿਵਨਾਥ। ਤੇ ਉੱਥੇ ਉਹ ਰਹਿਣਾ ਕਰਦਾ ਹੈ। ਤੇ ਪਰ ਉਸ ਵੇਲੇ ਉਹਨੇ ਵੇਖਿਆ, ਉਹ ਕਹਿਣ ਲੱਗਿਆ ਵੀ ਮੇਰਾ ਜਿਹੜਾ ਬੋਲਬਾਲਾ ਹੈ ਬਹੁਤ ਸੀ ਪਹਿਲਾਂ, ਪਰ ਜਿੱਦਾਂ ਦਾ ਆ ਤਰਲੋਕਾ ਆਉਣਾ ਕਰ ਗਿਆ ਅੰਮ੍ਰਿਤਸਰੋਂ ਨਾ, ਉਦੋਂ ਦਾ ਮੇਰਾ ਬੋਲਬਾਲਾ ਘਟਣਾ ਕਰ ਗਿਆ, ਤੇ ਮੇਰੇ ਕੋਲੇ ਘੱਟ ਆਉਂਦੇ ਨੇ ਤੇ ਉਹਦੇ ਕੋਲੇ ਵੱਧ ਜਾਣਾ ਕਰਦੇ ਨੇ। ਇਹ ਕੀ ਗੱਲ ਹੈ? ਕੁਛ ਦਿੰਦਾ ਨਹੀਂ, ਉਹ ਕਰਦਾ ਨਹੀਂ ਕੋਲੋਂ।
ਤੇ ਪਰ ਮੈਂ ਬੜਾ ਕੁਛ ਕਰਕੇ ਦਿੰਨਾ, ਕਿਸੇ ਨੂੰ ਭਭੂਤੀ ਕਰਕੇ ਦਿੰਨਾ, ਕਿਸੇ ਨੂੰ ਪਾਣੀ ਕਰਕੇ ਦਿੰਨਾ, ਕਿਸੇ ਨੂੰ ਕਹਿਣ ਲੱਗੇ ਲੈਂਚੀਆਂ ਕਰਕੇ ਦਿੰਨੇ ਆ, ਕਿਸੇ ਨੂੰ ਤਾਗੇ ਕਰਕੇ ਦੇਣਾ ਕਰਦੇ ਆ, ਅਨੇਕ ਚੀਜ਼ਾਂ ਦੇਣਾ ਕਰਦੇ ਆ, ਪਰ ਮੇਰੀ ਪਹਿਲਾਂ ਨਾਲੋਂ ਘਟਣਾ ਕਰ ਗਈ ਹੈ ਤੇ ਉਸ ਦੀ ਵਧਣਾ ਕਰ ਗਈ ਹੈ ਤੇ ਸ਼ਰੀਕ ਹੋ ਗਿਆ ਬਰਾਬਰ ਦਾ। ਕਹਿਣ ਤੋਂ ਮੁਰਾਦ ਤੇ ਉਸ ਵੇਲੇ ਸ਼ਿਵਨਾਥ ਜੋਗੀ ਨੇ ਇੱਕ ਪਖੰਡ ਰਚਨਾ ਕਰ ਲਿਆ। ਪਖੰਡ ਤੇ ਪਖੰਡ ਰਚ ਕੇ ਕੀ ਕਰਦਾ ਹੈ ਤੇ ਦੂਸਰਾ ਦਿਨ ਜਦੋਂ ਚੜ੍ਹਨਾ ਕਰਦਾ ਤੇ ਜਿਹੜਾ ਵੀ ਆਪਣਾ ਚੇਲਾ ਉਹ ਚੇਲੇ ਨੂੰ ਕਹਿਣ ਲੱਗਿਆ ਵੀ ਚੇਲਿਆ ਗੱਲ ਸੁਣ ਲੈ ਵੀ ਰਾਤ ਐਸੀ ਕਿਰਪਾ ਹੋਈ ਮੇਰੇ ਤੇ ਉਹ ਕਹਿਣ ਲੱਗਿਆ ਮਹਾਰਾਜ ਕੈਸੀ ਕਿਰਪਾ? ਕਹਿਣ ਲੱਗੇ ਰਾਤ ਸ਼ਿਵ ਜੀ ਚੱਲ ਕੇ ਆ ਗਿਆ। ਕਹਿਣ ਲੱਗਿਆ ਅੱਛਾ ਮਹਾਰਾਜ ਇੱਥੇ ਚੱਲ ਕੇ ਆ ਗਿਆ? ਕਹਿਣ ਲੱਗਿਆ ਹਾਂ, ਆਪਣੇ ਡੇਰੇ ਦੇ ਵਿੱਚ ਰਾਤ ਸ਼ਿਵ ਜੀ ਮਹਾਰਾਜ ਚੱਲ ਕੇ ਆਏ। ਤੇ ਕਹਿਣ ਲੱਗਿਆ ਫਿਰ ਮਹਾਰਾਜ ਕੀ ਕਹਿੰਦੇ? ਤੇ ਕਹਿੰਦੇ ਬਸ ਇਹ ਹੈ ਆਪਣੇ ਡੇਰੇ ਨੂੰ ਮੈਨੂੰ ਕਹਿਣ ਲੱਗੇ ਏਡੀ ਕੁ ਦਾਤ ਦੇਣਾ ਦੇ ਕੇ ਚਲੇ ਗਏ ਨੇ ਤੇ ਕਹਿਣ ਲੱਗੇ ਲੈ ਤੇ ਜਿਹੜਾ ਤੇਰੇ ਦਰਸ਼ਨ ਕਰ ਲੇਗਾ ਉਹ ਸਦਾ ਵਾਸਤੇ ਭਰਪੂਰ ਹੋ ਜਾਏਗਾ। ਤੇ ਮਹਾਰਾਜ ਐਸਾ ਕਿਸ ਤਰ੍ਹਾਂ? ਕਹਿਣ ਲੱਗੇ ਬਸ ਜਿਹੜਾ ਆਪਣੇ ਇੱਥੇ ਦਰ ਤੇ ਆ ਕੇ ਆਪਾਂ ਨੂੰ ਮੱਥਾ ਟੇਕਣਾ ਕਰੇਗਾ ਬਸ ਉਹਨੇ ਮੰਗਣਾ ਹੈ ਤੇ ਉਹਦੀ ਇੱਛਾ ਹੈ ਵੀ ਕਹਿਣ ਲੱਗੇ 6 ਮਹੀਨਿਆਂ ਦਾ ਸਵਰਗ ਮੰਗਣਾ ਕਰੇ, ਉਹ ਸਾਲ ਦਾ ਸਵਰਗ ਮੰਗਣਾ ਕਰੇ, 2 ਸਾਲ ਦਾ ਜਿੰਨਾ ਮਰਜ਼ੀ ਮੰਗਣਾ ਕਰੇਗਾ, ਸ਼ਿਵ ਜੀ ਦੇ ਵੱਲੋਂ ਇਹ ਦਾਤ ਮਿਲਣਾ ਕਰ ਗਈ ਹੈ। ਕਹਿਣ ਲੱਗੇ ਸ਼ਿਵ ਜੀ ਬੜਾ ਖੁਸ਼ ਹੋਇਆ ਸੀ, ਇਹ ਦਾਤ ਦੇਣਾ ਕਰ ਗਿਆ। ਕਹਿਣ ਲੱਗੇ ਤੂੰ ਦੱਸ ਦੇ ਲੋਕਾਂ ਨੂੰ ਜਾ ਕੇ ਫਿਰ ਵੀ ਜਿਨ੍ਹਾਂ ਨੇ ਸਵਰਗ ਲੈਣਾ ਜਿਹੜਾ ਪਹਿਲਾਂ ਆ ਜਾਏਗਾ ਉਹਨੂੰ ਬਹੁਤ ਵਧੀਆ ਜਗ੍ਹਾ ਮਿਲਣਾ ਕਰੇਗੀ। ਪਿਛਲੇ ਦਿਨੀ ਬੇਨਤੀ ਕੀਤੀ ਸੀ ਵੀ ਸਾਡੇ ਸੰਸਾਰ ਦੇ ਲੋਕਾਂ ਨੇ ਸਵਰਗ ਦੇ ਵਿੱਚ ਬੈੱਡ ਡਾਹੇ ਪਏ ਆ, ਬੜੇ ਸੋਹਣੇ ਸੋਹਣੇ ਕਮਰੇ ਬਣਾ ਕੇ ਸਵਰਗ ਦੇ ਵਿੱਚ ਰੱਖੇ ਪਏ ਨੇ। ਤੇ ਉਸ ਵੇਲੇ ਜੋਗੀ ਨੇ ਆਪਣਾ ਪਖੰਡ ਜਿਹੜਾ ਰਚਿਆ ਕਹਿਣ ਲੱਗੇ ਉਹ ਇਸ ਤਰ੍ਹਾਂ ਕਹਿ ਦਿੱਤਾ ਤੇ ਪਰ ਚੇਲਿਆਂ ਦਾ ਕੰਮ ਹੈ ਤੇ ਚੇਲਿਆਂ ਨੇ ਕਹਿਣ ਲੱਗੇ ਦੱਸਦਾ, ਜਿਹੜਾ ਇੱਕ ਆਵੇ ਉਹਨੂੰ ਦੱਸਦੇ, ਦੂਸਰਾ ਅੱਗੇ ਜਾ ਕੇ ਦੱਸੇ। ਤੇ ਉਸ ਵੇਲੇ ਕਹਿਣ ਤੋਂ ਮੁਰਾਦ ਲੈਣ ਲੱਗਣਾ ਕਰ ਗਈ, ਲੰਬੀ ਲੈਣ। ਜਿਹਨੂੰ ਪਤਾ ਲੱਗਦਾ ਉਹੀ ਕਹਿੰਦਾ ਵੀ ਇਹ ਤਾਂ ਕਿਤੇ ਇਹ ਦਾਤ ਧਰੀ ਪਈ ਹੈ, ਕਿਤੇ ਸਵਰਗ ਧਰਿਆ ਪਿਆ। ਤੇ ਉਹੀ ਉੱਠ ਕੇ ਕਹਿਣ ਲੱਗੇ ਸ਼ਿਵਨਾਥ ਜੋਗੀ ਦੇ ਡੇਰੇ ਨੂੰ ਚੱਲਦਾ ਤੇ ਜਾ ਕੇ ਲੈਣ ਦੇ ਵਿੱਚ ਲੱਗਣਾ ਕਰ ਜਾਂਦਾ, ਮੱਥਾ ਟੇਕਦਾ ਮਹਾਰਾਜ ਮੈਨੂੰ ਵੀ ਸਵਰਗ ਦੀ ਦਾਤ ਦੇ ਦੇ। ਦੂਸਰਾ ਕਹਿੰਦਾ ਮੈਨੂੰ ਵੀ ਸਵਰਗ ਦੀ ਦਾਤ ਦੇਣਾ ਕਰ ਦੇ। ਤੇ ਪਰ ਇਸੇ ਤਰ੍ਹਾਂ ਲੈਣਾ ਲੱਗੀਆਂ ਰਹੀਆਂ ਤੇ ਲੈਣਾ ਲੱਗੀਆਂ ਹੋਈਆਂ ਸਮਾਪਤ ਹੋ ਗਈਆਂ। ਸਾਰੇ ਨਗਰ ਦੇ ਲੋਕਾਂ ਨੇ ਆ ਕੇ ਸਵਰਗ ਲੈਣਾ ਕਰ ਲਿਆ ਇੱਕ ਪਖੰਡੀ ਤੋਂ, ਖਿਮਾ ਕਰਨੀ। ਤੇ ਜਦੋਂ ਸਾਰਿਆਂ ਨੇ ਆ ਕੇ ਲੈਣਾ ਕਰ ਲਿਆ, ਸਵਰਗ ਦੀ ਦਾਤ ਲੈਣਾ ਕਰ ਲਈ ਹੈ, ਸਾਰਿਆਂ ਨੂੰ ਸਵਰਗ ਦੇ ਵਿੱਚ ਕਹਿਣ ਲੱਗੇ ਬੈੱਡ ਦੇਣਾ ਕਰ ਦਿੱਤੇ, ਬੁੱਕ ਕਰ ਦਿੱਤੀਆਂ ਟਿਕਟਾਂ ਸਭ ਦੀਆਂ। ਤੇ ਪਰ ਉਸ ਵੇਲੇ ਸ਼ਿਵਨਾਥ ਜੋਗੀ ਪੁੱਛਣਾ ਕਰਦਾ ਚੇਲਿਆਂ ਨੂੰ, ਕਹਿਣ ਲੱਗੇ ਸਾਰਾ ਪਿੰਡ ਆ ਗਿਆ? ਕਹਿਣ ਲੱਗੇ ਹਾਂ ਮਹਾਰਾਜ ਆਣਾ ਕਰ ਗਿਆ, ਸਾਰੇ ਆ ਗਏ। ਕੋਈ ਹੁਣ ਹੋਰ ਦੇਖ ਲਓ, ਕਹਿਣ ਲੱਗੇ ਦੁਬਾਰੇ ਗੇੜਾ ਦੇਣਾ ਕਰ ਦਿਓ ਪਿੰਡ ਦੇ ਵਿੱਚ, ਕੋਈ ਐਸਾ ਨਾ ਹੋਵੇ ਜਿਹੜਾ ਕੋਈ ਮਾੜੇ ਭਾਗਾਂ ਵਾਲਾ ਰਹਿਣਾ ਕਰ ਜੇ। ਤੇ ਪਰ ਉਸ ਵੇਲੇ ਦੇਖਿਆ ਸਾਰੇ ਨਿਗਾਹ ਮਾਰੀ, ਕਹਿਣ ਲੱਗੇ ਨਹੀਂ ਜੀ ਇੱਕ ਆਇਆ। ਉਹ ਕਹਿਣ ਲੱਗਿਆ ਮਹਾਰਾਜ ਸਾਰੇ ਆ ਗਏ ਪਰ ਇੱਕ ਜਾਣਾ ਨਹੀਂ ਆਇਆ। ਕਹਿਣ ਲੱਗੀ ਐਸਾ ਕਿਹੜਾ ਮਾੜੇ ਭਾਗਾਂ ਵਾਲਾ ਜਿਹੜਾ ਆਇਆ ਨਹੀਂ? ਕਹਿਣ ਲੱਗੇ ਜੀ ਇੱਕ ਤਰਲੋਕੇ ਨਾਮ ਦਾ ਸਿੱਖ ਹੈ ਉਹ ਨਹੀਂ ਆਇਆ। ਕਹਿਣ ਲੱਗੇ ਉਹ ਹੋਰ ਸਾਰੇ ਆ ਗਏ। ਕਹਿਣ ਲੱਗੇ ਜਾਓ ਫਿਰ ਉਹਦੇ ਕੋਲੇ ਚਲੇ ਜਾਓ, ਉਹਨੂੰ ਜਾ ਕੇ ਸੁਨੇਹਾ ਦੇਣਾ ਕਰ ਦਿਓ ਵੀ ਸ਼ਿਵਨਾਥ ਜੋਗੀ ਨੂੰ ਸ਼ਿਵ ਜੀ ਦੇ ਦਰਸ਼ਨ ਹੋਏ ਨੇ, ਉਹਦੇ ਵੱਲੋਂ ਦਾਤ ਪ੍ਰਾਪਤ ਹੋਈ ਹੈ, ਵੀ ਤੂੰ ਕਿਉਂ ਰਹਿ ਗਿਆ? ਸਾਰਿਆਂ ਨੂੰ ਸਵਰਗ ਮਿਲਣਾ ਕਰ ਗਿਆ, ਸਾਰਾ ਨਗਰ ਤਰਨਾ ਕਰ ਗਿਆ, ਤੂੰ ਕਿਉਂ ਰਹਿਣਾ ਹੈ ਬਗਨ? ਤੇ ਉਹਨੂੰ ਜਾ ਕੇ ਸੁਨੇਹਾ ਦਿਓ ਵੀ ਆ ਤੇ ਤੂੰ ਵੀ ਹੁਣ ਸਵਰਗ ਲੈ ਲੈ। ਕਹਿਣ ਲੱਗੇ ਇੱਕ ਟਿਕਟ ਤੂੰ ਵੀ ਲੈ ਲੈ, ਭਾਵ ਜਾ ਕੇ ਉੱਥੇ ਮੰਜਾ ਤੂੰ ਵੀ ਬੁੱਕ ਕਰ ਲੈ ਬੈੱਡ। ਤੇ ਪਰ ਗਏ ਚੇਲਿਆਂ ਨੇ ਜਾ ਕੇ ਬਾਹਰ ਖੜਕਾਇਆ, ਤਰਲੋਕੇ ਦਾ ਬਾਹਰ ਖੁੱਲਿਆ ਤੇ ਅੱਗੇ ਭਾਈ ਤਰਲੋਕਾ ਬੈਠਾ। ਤੇ ਉਸ ਵੇਲੇ ਜਾ ਕੇ ਉਹ ਕਹਿਣ ਲੱਗੇ ਤੇ ਐ ਸਿੱਖਾ ਤੇ ਸਾਨੂੰ 5 ਦਿਨ ਹੋ ਗਏ, ਕਹਿਣ ਲੱਗੇ ਹੋਕੇ ਮਾਰਦੇ ਆ ਪਿੰਡ ਦੇ ਵਿੱਚ, ਢੰਡੋਰਾ ਫੇਰਦੇ ਆ ਤੇ ਸਾਰਾ ਪਿੰਡ ਸ਼ਿਵਨਾਥ ਜੋਗੀ ਦੇ ਚਰਨਾਂ ਦੇ ਵਿੱਚ ਜਾ ਕੇ ਸਵਰਗ ਦੀ ਦਾਤ ਪ੍ਰਾਪਤ ਕਰ ਲਈ ਹੈ ਤੇ ਪਰ ਤੂੰ ਕੱਲਾ ਰਹਿ ਗਿਆ, ਕੀ ਤੈਨੂੰ ਸੁਣਿਆ ਨਹੀਂ ਹੈ ਭਲਿਆ ਮਾਨਸਾ? ਤੇ ਉਹ ਕਹਿਣ ਲੱਗਿਆ ਕਿਹੜਾ ਸਵਰਗ? ਕਹਿਣ ਲੱਗੇ ਤੈਨੂੰ ਪਤਾ ਨਹੀਂ ਹੈ? ਉਹ ਕਹਿਣ ਲੱਗਿਆ ਮੈਨੂੰ ਨਹੀਂ ਪਤਾ। ਕਹਿਣ ਲੱਗੇ ਜੇ ਨਹੀਂ ਪਤਾ ਤੇ ਆ, ਤੂੰ ਇੱਥੇ ਕੱਲਾ ਜਾਣਾ ਬੈਠਾ, ਸਾਰੇ ਨਗਰ ਨੇ ਜਾ ਜਾ ਕੇ ਕਹਿਣ ਲੱਗੇ ਸਵਰਗ ਦੀ ਪ੍ਰਾਪਤੀ ਕਰ ਲਈ ਹੈ ਤੇ ਤੂੰ ਆਪਣੇ ਘਰ ਦੇ ਵਿੱਚ ਬੈਠਾ। ਤੇ ਉਹ ਕਹਿਣ ਲੱਗਿਆ ਮੈਨੂੰ ਤਾਂ ਲੋੜ ਨਹੀਂ ਸਵਰਗ ਦੀ। ਕਹਿਣ ਲੱਗੇ ਲੋੜ ਕਿਉਂ ਨਹੀਂ? ਉਹ ਭਲਿਆ ਮਾਨਸਾ ਸਵਰਗ ਨੂੰ ਤਾਂ ਹਰ ਇੱਕ ਮੰਗਣਾ ਕਰਦਾ ਹੈ ਤੇ ਤੂੰ ਐਸਾ ਕਿਹੜਾ ਮਨੁੱਖ ਹੋ ਗਿਆ ਜਿਹੜਾ ਸਵਰਗ ਨੂੰ ਵੀ ਕਹਿਣ ਲੱਗੇ ਜਵਾਬ ਦੇਣਾ ਕਰਦਾ? ਉਹ ਕਹਿਣ ਲੱਗਿਆ ਮੈਨੂੰ ਇਸ ਸਵਰਗ ਦੀ ਲੋੜ ਨਹੀਂ ਹੈ। ਕਹਿਣ ਲੱਗੇ ਜਵਾਬ ਦੇ ਦਿੱਤਾ, ਵਾਪਸ ਚਲੇ ਗਏ।
ਤੇ ਔਰ ਵਾਪਸ ਜਾ ਕੇ ਉਸ ਨੂੰ ਦੱਸਣਾ ਕਰ ਦਿੱਤਾ ਸਿਵਨਾਥ ਜੋਗੀ ਨੂੰ। ਕਹਿਣ ਲੱਗੇ ਮਹਾਰਾਜ ਉਸਨੇ ਜਵਾਬ ਦੇਣਾ ਕਰ ਦਿੱਤਾ, ਕਹਿੰਦਾ ਮੈਨੂੰ ਲੋੜ ਨਹੀਂ ਹੈ। ਤੇ ਕਹਿਣ ਲੱਗੇ ਐਸਾ ਕਿਵੇਂ ਹੋ ਸਕਦਾ? ਕਹਿਣ ਲੱਗੇ ਦੁਬਾਰੇ ਜਾਓ, ਹੋਰ ਭੇਜਤੇ ਸਿਆਣੇ, ਉਹਨਾਂ ਨੂੰ ਭੇਜਣਾ ਕਰ ਦਿੱਤਾ। ਕਹਿਣ ਲੱਗੇ ਲਿਆਓ, ਸਮਾਂ ਥੋੜਾ ਰਹਿੰਦਾ ਬਾਕੀ, ਤੇ ਉਦੋਂ ਬਾਅਦ ਦੇ ਵਿੱਚ ਬਖਸ਼ਿਸ਼ ਖਤਮ ਹੋ ਜਾਣੀ ਹੈ ਸ਼ਿਵ ਜੀ ਦੀ। ਤੇ ਪਰ ਜੇ ਉਹਨੇ ਸਮੇਂ ਦੇ ਅੰਦਰ ਆ ਗਿਆ ਤਾਂ ਉਹਨੂੰ ਸਵਰਗ ਮਿਲਣਾ ਕਰ ਜਾਵੇਗਾ। ਤੇ ਪਰ ਜਦੋਂ ਫੇਰ ਗਏ, ਕਹਿਣ ਲੱਗੇ ਉਸਨੇ ਫੇਰ ਬਾਹਰ ਆਉਣਾ, ਵਾਹਿਗੁਰੂ ਉਸਨੇ ਫੇਰ ਜਵਾਬ ਦੇਣਾ ਕਰ ਦਿੱਤਾ। ਤੇ ਜਵਾਬ ਦਿੱਤਾ ਤੇ ਫੇਰ ਵਾਪਸ ਚੱਲ ਕੇ ਆਏ। ਕਹਿਣ ਲੱਗੇ ਮੈਨੂੰ ਸਵਰਗ ਦੀ ਲੋੜ ਨਹੀਂ ਹੈ, ਮੇਰੇ ਕੋਲੇ ਸਵਰਗ ਹੈ, ਮੇਰੇ ਕੋਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦਾ ਸਵਰਗ ਹੈ। ਮੈਂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਂ, ਤੇ ਜਿਹੜਾ ਸਦਾ ਵਾਸਤੇ ਸਵਰਗ ਹੈ। ਤੇ ਉਸ ਵੇਲੇ ਜਦੋਂ ਇੰਨਾ ਹਟ ਵੇਖਣਾ ਕੀਤਾ, ਸਿਵਨਾਥ ਜੋਗੀ ਨੂੰ ਜਦੋਂ ਜਾ ਕੇ ਦੱਸਿਆ, ਸਿਵਨਾਥ ਜੋਗੀ ਸੋਚਦਾ, ਕਹਿਣ ਲੱਗੇ ਐਸਾ ਮਨੁੱਖ ਕਿਹੜਾ ਹੈ ਜਿਹੜਾ ਚੱਲ ਕੇ ਨਹੀਂ ਆਉਣਾ ਕਰਦਾ? ਮੇਰੇ ਕੋਲੇ ਸਾਰੇ ਆ ਗਏ, ਕੋਈ ਬੱਚਾ ਨਾ ਬੱਚੀ, ਕਹਿਣ ਲੱਗੇ ਕੋਈ ਨਾ ਬੁੱਢਾ ਨਾ ਬੱਚਾ ਨਾ ਬਜ਼ੁਰਗ, ਕੋਈ ਰਿਹਾ ਹੀ ਨਹੀਂ ਆਇਆ। ਤੇ ਉਸ ਵੇਲੇ ਸਿਵਨਾਥ ਜੋਗੀ ਕਹਿੰਦਾ ਫਿਰ ਆਪਾਂ ਚੱਲ ਪੈਨੇ ਆਪ। ਜੇ ਉਹ ਨਹੀਂ ਆਇਆ ਚੱਲ ਕੇ, ਕਹਿੰਦੇ ਆਪਾਂ ਵਕਤ ਚੱਲਦੇ ਆ, ਕੋਈ ਗੱਲ ਨਹੀਂ ਹੈ। ਤੇ ਉਸ ਵੇਲੇ ਸਿਵਨਾਥ ਜੋਗੀ ਕਹਿਣ ਲੱਗੇ ਆਪਣੇ ਚੇਲਿਆਂ ਨੂੰ ਲੈ ਕੇ ਚੱਲ ਪਿਆ। ਉਸ ਨੂੰ ਵੀ ਪਤਾ ਲੱਗ ਗਿਆ, ਤਰਲੋਕੇ ਨੂੰ ਪਤਾ ਲੱਗ ਗਿਆ ਵੀ ਸਿਵਨਾਥ ਜੋਗੀ ਆਪਣੇ ਚੇਲਿਆਂ ਨੂੰ ਲੈ ਕੇ ਆ ਰਹੇ ਆ। ਤੇ ਉਸ ਵੇਲੇ ਕਹਿਣ ਲੱਗੇ ਭਾਈ ਤਰਲੋਕਾ ਉੱਠਿਆ ਤੇ ਉੱਠ ਕੇ ਆਪਣੇ ਦਰਵਾਜ਼ਾ ਸੀ ਜਿਹੜਾ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ, ਕੁੰਡਾ ਲਾ ਦਿੱਤਾ। ਤੇ ਜਦੋਂ ਕੁੰਡਾ ਲਾਇਆ ਤੇ ਉਸ ਵੇਲੇ ਆਏ ਬਾਹਰ ਦੇ ਵਿੱਚ ਤੇ ਆ ਕੇ ਕੁੰਡਾ ਖੜਕਾਉਣਾ ਕਰਦੇ ਨੇ। ਕਹਿਣ ਲੱਗੇ ਭਾਈ ਤਰਲੋਕਿਆ ਬਾਹਰ ਖੋਲ, ਅਸੀਂ ਤੇਰੇ ਦਰ ਤੇ ਆਏ ਹਾਂ। ਕਹਿਣ ਲੱਗੇ ਕਿਵੇਂ? ਕਹਿਣ ਲੱਗੇ ਸਿਵਨਾਥ ਜੋਗੀ ਆਇਆ, ਤੂੰ ਦਰਸ਼ਨ ਕਰ ਲਾ, ਤੇਰੇ ਦਰ ਤੇ ਤੈਨੂੰ ਦਰਸ਼ਨ ਦੇਣ ਵਾਸਤੇ ਆਇਆ। ਲੋਕ ਇਹਦੇ ਡੇਰੇ ਤੇ ਦਰਸ਼ਨ ਕਰਨ ਵਾਸਤੇ ਗਏ ਨੇ, ਪਰ ਇਹ ਤੈਨੂੰ ਸਿੱਖ ਹੋਣ ਦੇ ਬਾਵਜੂਦ ਕਹਿਣ ਲੱਗੇ ਤੈਨੂੰ ਦਰਸ਼ਨ ਦੇਣ ਵਾਸਤੇ ਤੇਰੇ ਘਰ ਚੱਲ ਕੇ ਆਇਆ। ਤੇ ਤੇਰੇ ਕਹਿਣ ਲੱਗੇ ਵੱਡੇ ਭਾਗ ਨੇ, ਤੂੰ ਕੁੰਡਾ ਖੋਲੋ। ਕਹਿਣ ਲੱਗਿਆ ਮੈਨੂੰ ਹੋਏ ਨੇ, ਮੈਂ ਤਾਂ ਦਰਸ਼ਨ ਕੀਤੇ ਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ, ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ, ਮੈਨੂੰ ਇਹਨਾਂ ਦਰਸ਼ਨਾਂ ਦੀ ਲੋੜ ਨਹੀਂ ਹੈ। ਕਹਿਣ ਲੱਗੇ ਚਲੇ ਜਾਓ ਵਾਪਸ। ਪਰ ਉਸ ਵੇਲੇ ਜਦੋਂ ਇੰਨਾ ਕੁ ਹਟ ਦੇਖਿਆ ਤੇ ਇੰਨਾ ਕੁ ਹਟ ਦੇਖਣ ਦੇ ਬਾਵਜੂਦ ਕਹਿਣ ਲੱਗੇ ਸਿਵਨਾਥ ਜੋਗੀ ਜਿਹੜਾ ਲੋਕਾਂ ਨੂੰ ਸਵਰਗ ਵੰਡਣਾ ਕਰਦਾ ਸੀ ਨਾ, ਤੇ ਉਸ ਵੇਲੇ ਕਹਿੰਦਾ ਫਿਰ ਜੇ ਨਹੀਂ ਦਰਸ਼ਨ ਕਰਨੇ ਤੇ ਤੂੰ ਆਪ ਦਰਸ਼ਨ ਦੇਣਾ ਕਰ ਦੇ। ਕਹਿਣ ਲੱਗਿਆ ਐਸੀ ਨਹੀਂ ਹੈ, ਤੂੰ ਆਪ ਦਰਸ਼ਨ ਦੇਣਾ ਕਰ। ਤੇ ਪਰ ਕਹਿਣ ਲੱਗਿਆ ਮੇਰੇ ਦਰਸ਼ਨਾਂ ਦੀ ਲੋੜ ਨਹੀਂ ਸੀ। ਕਹਿਣ ਲੱਗਿਆ ਤੇ ਸਿਵਨਾਥ ਜੋਗੀ ਕਹਿੰਦਾ ਫਿਰ ਜੇ ਤੇਰਿਆਂ ਦੀ ਲੋੜ ਨਹੀਂ ਹੋਰ ਕਿਹਦੇ? ਤੂੰ ਐਸਾ ਦੱਸਣਾ ਕਰ ਦੇ ਜਿਸ ਦੇ ਤੈਂ ਦਰਸ਼ਨ ਕੀਤੇ ਨੇ, ਜਿਹੜਾ ਤੈਨੂੰ ਇੰਨਾ ਹੱਟ ਤੇ ਤਪ ਦਿੱਤਾ ਹੈ, ਜਿਸ ਨੇ ਤੇਰੇ ਤੇ ਏਡੀ ਵੱਡੀ ਕਿਰਪਾ ਕਰਕੇ ਤੇਰਾ ਵਿਸ਼ਵਾਸ ਦ੍ਰਿੜਤਾ ਤੇਰੀ ਬਣੀ ਹੋਈ ਹੈ। ਤੇ ਕਹਿਣ ਲੱਗੇ ਐਸਿਆਂ ਦੇ ਦਰਸ਼ਨ ਮੈਨੂੰ ਕਰਾ ਦੇ। ਤੇ ਜਦੋਂ ਕਹਿਣ ਲੱਗੇ ਸਿਵਨਾਥ ਜੋਗੀ ਤੇ ਇਧਰਲੇ ਪਾਸੇ ਆਪਣੇ ਹੰਕਾਰ ਦੇ ਵਿੱਚੋਂ ਢਲ ਕੇ ਇਧਰਲੇ ਪਾਸੇ ਆਉਣਾ ਕਰ ਗਿਆ। ਕਹਿਣ ਲੱਗੇ ਜਿਸ ਗੁਰੂ ਦਾ ਤੂੰ ਚੇਲਾ ਹੈ, ਜਿਹਦੇ ਵਿੱਚ ਏਡੀ ਵੱਡੀ ਸਮਰੱਥਾ, ਏਡਾ ਵੱਡਾ ਜਪ ਤੇ ਤਪ ਹੈ, ਏਡੀ ਵੱਡੀ ਦ੍ਰਿੜਤਾ ਵਿਸ਼ਵਾਸ ਹੈ, ਤੇ ਹਮੇਸ਼ਾ ਵਾਸਤੇ ਕਹਿਣ ਲੱਗੇ ਫਿਰ ਮੈਨੂੰ ਉਸ ਦੇ ਦਰਸ਼ਨ ਕਰਾ ਦੇ। ਤੇ ਉਸ ਵੇਲੇ ਕਹਿਣ ਤੋਂ ਮੁਰਾਦ ਭਾਈ ਤਰਲੋਕੇ ਨੇ ਆਪਣਾ ਦਰਵਾਜ਼ਾ ਖੋਲਿਆ, ਗੇਟ, ਤੇ ਸਿਵਨਾਥ ਜੋਗੀ ਅੰਦਰ ਗਿਆ। ਤੇ ਜਿੱਥੇ ਕਹਿਣ ਲੱਗੇ ਸਿਵਨਾਥ ਜੋਗੀ ਦੇ ਲੋਕ ਪੈਰੀ ਹੱਥ ਲਾਉਣਾ ਕਰਦੇ ਸੀ, ਸਵਰਗ ਦੀ ਮੰਗ ਕਰਦੇ ਸੀ, ਲੈਣਾ ਦੇ ਵਿੱਚ ਲੱਗੇ ਹੋਏ ਸੀ। ਤੇ ਅੱਜ ਉਹੀ ਸਿਵਨਾਥ ਜੋਗੀ ਕਹਿਣ ਲੱਗੇ ਤਰਲੋਕੇ ਦੇ ਘਰ ਜਾ ਕੇ ਉਹਦੇ ਚਰਨਾਂ ਤੇ ਟੈ ਢੇਰੀ ਹੋ ਗਿਆ। ਕਹਿਣ ਲੱਗਿਆ ਸਿੱਖਾ, ਇਹ ਤੇਰਾ ਜਿਹੜਾ ਵਿਸ਼ਵਾਸ ਹੈ, ਜਿਹੜਾ ਤੈਨੂੰ ਵਿਸ਼ਵਾਸ ਏਡਾ ਗੁਰੂ ਦੇ ਕੋਲੋਂ ਮਿਲਿਆ, ਤੇ ਉਸ ਗੁਰੂ ਦੇ ਮੈਨੂੰ ਵੀ ਦਰਸ਼ਨ ਕਰਾ ਦੇ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਆਇਆ, ਸਤਿਗੁਰ ਸੇਵ ਸਫਲ ਹਰ ਦਰਸ਼ਨ। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਦੀ ਸੇਵਾ ਕਰਕੇ ਫਲ ਮਿਲਣਾ ਕਰਦਾ, ਸਫਲਤਾ ਮਿਲਣਾ ਕਰਦੀ ਹੈ। ਕਾਸ ਦੇ ਨਾਲ ਕਹਿਣ ਲੱਗੇ ਹਰ ਦਰਸ਼ਨ, ਜਿਹੜਾ ਹਰੀ ਪਰਮਾਤਮਾ ਦੇ ਦਰਸ਼ਨ ਹੋਣਾ ਕਰਦੇ ਆ। ਤੇ ਉਸ ਵੇਲੇ ਸਿਵਨਾਥ ਜੋਗੀ ਕਹਿਣ ਲੱਗਿਆ ਫਿਰ ਮੈਨੂੰ ਲੈ ਕੇ ਚੱਲ। ਸੰਸਾਰ ਦੇ ਲੋਕ, ਨਗਰ ਦੇ ਲੋਕ ਵੇਖਣਾ ਕਰਦੇ ਨੇ। ਕਹਿਣ ਲੱਗੇ ਆ ਕੀ ਹੋ ਗਿਆ? ਉਲਟ ਆ ਗੰਗਾ ਉਲਟ ਬਹਿਣਾ ਕਰ ਗਈ ਹੈ। ਕਿੱਥੇ ਲੋਕ ਇਹਦੇ ਕਹਿਣ ਲੱਗੇ ਡੇਰੇ ਤੇ ਜਾ ਜਾ ਕੇ ਪੈਰੀ ਹੱਥ ਲਾਉਣਾ ਕਰਦੇ ਸੀ, ਤੇ ਪਰ ਅੱਜ ਇਹ ਇਹਦੇ ਘਰ ਦੇ ਵਿੱਚ ਜਾ ਕੇ ਪੈਰੀ ਹੱਥ ਲਾ ਰਿਹਾ। ਤੇ ਐਸਾ ਕੌਤਕ ਕਿਉਂ ਹੈ? ਕਹਿਣ ਲੱਗੇ ਐਸਾ ਕੌਤਕ ਤਾਂ ਹੈ
ਤੇ ਜਿਹੜਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਨਾਲ ਜੁੜਨਾ ਕਰ ਗਿਆ, ਉਹਦਾ ਵਿਸ਼ਵਾਸ ਏਡਾ ਕੁ ਬਣ ਜਾਂਦਾ ਹੈ, ਉਹਦਾ ਮਨ ਡੋਲਣਾ ਨਹੀਂ ਕਰਦਾ। ਕਹਿਣ ਲੱਗੇ ਕੋਈ ਐਸਾ ਕੰਮ ਹੋ ਜੇ, ਕਿਉਂਕਿ ਸਾਡਾ ਮਨ ਡੋਲਣਾ ਕਰਦਾ। ਗੱਡੀ ਲੈ ਕੇ ਜਾਂਦੇ ਹੋਈਏ, ਬਿੱਲੀ ਲੰਘ ਜੇ ਮੂਹਰ ਦੀ ਤੇ ਗੱਡੀ ਬੰਦ, ਟਾਕੀ ਖੋਲੀ, ਹੱਥ ਧੋਤੇ, ਮੂੰਹ ਧੋਤਾ, ਪੈਰ ਝਾੜੇ, ਜੁੱਤੀ ਲਾਹੀ, ਕਿਉਂਕਿ ਸਾਡਾ ਮਨ ਕਮਜ਼ੋਰ ਹੈ, ਸਾਡੀ ਆਤਮਾ ਕਮਜ਼ੋਰ ਹੈ, ਵਿਸ਼ਵਾਸ ਨਹੀਂ ਹੈ। ਤੇ ਹੋਰ ਵੀ ਘਰ ਦੀਆਂ ਗੱਲਾਂ ਨੇ। ਕਹਿਣ ਲੱਗੇ ਮੱਝ ਨਾ ਮਿਲੇ ਕੱਖ ਘਟ ਰਹਿ ਜਾਣ, ਦਾਣਾ ਘਟ ਰਹੇ ਜੇ, ਤੇ ਫਿਰ ਵੀ ਕਹਿਣ ਲੱਗੇ ਮੇਰੇ ਵਰਗੇ ਬੜੇ ਪਾਣੀ ਕਰਕੇ ਦੀ ਜਾਂਦੇ ਨੇ, ਤੇ ਫਿਰ ਜਾਂਦੇ ਆ ਵੀ ਜਾ ਤੂੰ ਬਾਬੇ ਕੋਲੇ ਵਗ ਜਾ, ਪਾਣੀ ਕਰਾ ਕੇ ਲਿਆ, ਕਿਉਂਕਿ ਵਿਸ਼ਵਾਸ ਨਹੀਂ ਹੈ ਸਾਨੂੰ। ਸਾਡਾ ਮਨ ਕਹਿਣ ਲੱਗੇ ਥਿੜਕਣਾ ਕਰਦਾ, ਡੋਲੇ ਖਾਣਾ ਕਰਦਾ, ਸਾਡੀ ਆਤਮਾ ਕਮਜ਼ੋਰ ਹੈ। ਐਸੀਆਂ ਕਹਾਣੀਆਂ ਸਾਨੂੰ ਅਨੇਕਾਂ ਮਿਲਣਾ ਕਰਦੀਆਂ ਨੇ। ਬਾਹਰ ਜਾਂਦੇ ਹੋਈਏ ਰਿਸ਼ਤੇਦਾਰੀ ਦੇ ਵਿੱਚ, ਸਾਡੀਆਂ ਭੈਣਾਂ ਘਰਾਂ ਦੇ ਵਿੱਚ ਕੰਮ ਕਰਦੀਆਂ, ਕੋਈ ਗੋਹਾ ਸੁੱਟਣ ਜਾਂਦਾ, ਕੋਈ ਕਹਿਣ ਲੱਗੇ ਕੁਛ ਕੰਮ ਕਰਦਾ, ਖਾਲੀ ਬੱਠਲ ਲੈ ਕੇ ਮਿਲ ਗਈ, ਕਹਿਣ ਲੱਗੇ ਤਾਂ ਵੀ ਬੁਰਾ ਕੰਮ ਹੈ। ਜੇ ਕਹਿਣ ਲੱਗੇ ਕੋਈ ਭੈਣ ਲੱਕੜਾਂ ਲੈ ਕੇ ਆਉਣਾ ਕਰਦੀ ਆ, ਤਾਂ ਵੀ ਕਹਿਣ ਲੱਗੇ ਸੁੱਕੀਆਂ ਲੱਕੜਾਂ ਮੱਥੇ ਲੱਗ ਗਈਆਂ, ਕੰਮ ਨਹੀਂ ਬਣਦਾ, ਤੇ ਬੇਸ਼ੱਕ ਪੈਸੇ ਨਾ ਮਿਲੇ। ਤੇ ਪਰ ਇਹ ਸਾਨੂੰ ਇਹ ਕਿਉਂ ਹੋਣਾ ਕਰਦਾ? ਕਹਿਣ ਲੱਗੇ ਸਾਡੀ ਆਤਮਾ ਕਮਜ਼ੋਰ ਹੈ, ਕਿਉਂਕਿ ਅਸੀਂ ਬਾਣੀ ਦੇ ਨਾਲ ਨਹੀਂ ਜੁੜੇ ਹੋਏ, ਸਾਨੂੰ ਗਿਆਨ ਨਹੀਂ ਮਿਲਿਆ ਹੋਇਆ। ਜੇ ਇਹ ਆਤਮਾ ਕਮਜ਼ੋਰ ਸੀ, ਕਹਿਣ ਲੱਗੇ ਇੱਕੋ ਆਵਾਜ਼ ਦੇ ਨਾਲ ਉਹ ਸਿਵਨਾਥ ਜੋਗੀ ਨੇ ਇੱਕ ਆਵਾਜ਼ ਦਿੱਤੀ ਤੇ ਲੋਕਾਂ ਨੇ ਲੈਣਾ ਲਾ ਲੀਆਂ। ਤੇ ਐਸੀ ਕੋਈ ਹੈ ਚੀਜ਼ ਜਿਹੜੀ ਕੋਈ ਕਿਸੇ ਨਾਲ ਮਿਲਦੀ ਹੋਵੇ? ਨਹੀਂ। ਇਹ ਸਵਰਗ ਤਾਂ ਕਹਿਣ ਲੱਗੇ ਤੇਰਾ ਆਪਣਾ ਆਬਦ ਹੈ, ਤੇਰੇ ਮਨ ਦਾ ਵਿਸ਼ਵਾਸ ਹੈ। ਸਵਰਗ ਕੀ ਹੈ ਕਹਿਣ ਤੋਂ ਮੁਰਾਦ ਜਿਸ ਵੇਲੇ ਤੂੰ ਗੁਣਾਂ ਦੇ ਨਾਲ ਜੁੜਨਾ ਕਰ ਗਿਆ, ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜਿਆ, ਤੇ ਆ ਤੂੰ ਆਪਣੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਸੁੱਖ ਦੇ ਨਾਲ ਜੀਵਨ ਬਤੀਤ ਕਰਦਾ। ਪਰਿਵਾਰ ਦੇ ਵਿੱਚ ਤੇਰੇ ਸੁੱਖ ਹੈ, ਕੋਈ ਲੜਾਈ ਝਗੜਾ ਨਹੀਂ ਹੈ। ਕਹਿਣ ਲੱਗੇ ਇਹ ਸਵਰਗ ਹੈ। ਜੇ ਘਰ ਦੇ ਵਿੱਚ ਕਹਿਣ ਲੱਗੇ ਸ਼ਾਮ ਨੂੰ ਭਾਂਡੇ ਖੜਕਣਾ ਕਰਦੇ ਨੇ, ਸ਼ਾਮ ਨੂੰ ਕਹਿਣ ਲੱਗੇ ਜਿੰਨ ਆਉਣਾ ਕਰਦੇ ਨੇ, ਤੇ ਤਾਂ ਹਮੇਸ਼ਾ ਵਾਸਤੇ ਨਰਕ ਹੈ। ਜਿੰਨ ਕੌਣ ਹੈ? ਖਿਮਾ ਕਰਨੀ। ਕੋਈ ਜਿੰਨ ਬਾਹਰੋਂ ਥੋੜੀ ਆਉਣਾ ਕਰਦਾ, ਕੋਈ ਪ੍ਰੇਤ ਬਾਹਰੋਂ ਥੋੜੀ ਆਉਣਾ ਕਰਦਾ ਹੈ। ਕਹਿਣ ਲੱਗੇ ਪ੍ਰੇਤ ਦਾ ਰੂਪ ਅਸੀਂ ਆਪ ਧਾਰਨਾ ਕਰ ਜਾਂਦੇ ਆ। ਜਦੋਂ ਕਹਿਣ ਲੱਗੇ ਨਸ਼ਾ ਸਾਡੇ ਅੰਦਰ ਚੱਲਿਆ ਜਾਂਦਾ, ਤੇ ਉਸ ਵੇਲੇ ਫਿਰ ਜਦੋਂ ਆਉਂਦਾ ਝੂਲਦਾ ਮਨੁੱਖ, ਖਿਮਾ ਕਰਨੀ, ਤੇ ਉਸ ਵੇਲੇ ਉਹ ਪ੍ਰੇਤ ਦਾ ਰੂਪ ਧਾਰਨਾ ਕਰ ਜਾਂਦਾ। ਫਿਰ ਮਾਂ ਕਹਿੰਦੀ ਹੈ ਤੇ ਪੁੱਤਰ ਪਰਾਂ ਹੋ ਜਾਓ, ਹੁਣ ਤੇਰਾ ਪਿਓ ਆਉਂਦਾ। ਕਹਿਣ ਲੱਗੇ ਆ ਗਿਆ ਪ੍ਰੇਤ। ਪਹਿਲਾਂ ਹੀ ਕੰਮਣ ਲੱਗ ਜਾਂਦੇ ਨੇ, ਸ਼ਾਮ ਹੋਣ ਤੋਂ ਰੋਟੀ ਖਾ ਪਹਿਲਾਂ ਹੀ ਕਹਿੰਦੇ ਆ ਵੀ ਛੇਤੀ ਰੋਟੀ ਖਾ ਲਈਏ, ਕਿਤੇ ਪ੍ਰੇਤ ਨਾ ਆ ਜੇ ਆਪਣੇ ਵਾਲਾ। ਘਰਾਂ ਦੇ ਵਿੱਚ ਬੋਲ ਵਾਲੇ ਨੇ ਸਾਡੇ, ਕੋਈ ਬਾਹਰੋਂ ਪ੍ਰੇਤ ਥੋੜੀ ਆਉਣਾ ਕਰਦਾ। ਇਹ ਕਹਿਣ ਲੱਗੇ ਕੀ ਹੈ? ਇਹ ਨਰਕ ਹੈ। ਤੇ ਜਦੋਂ ਸ਼ਾਮ ਨੂੰ ਕਹਿਣ ਲੱਗੇ ਸਾਰੇ ਪਰਿਵਾਰ ਨੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕ ਲਿਆ, ਬਾਣੀ ਪੜ੍ਹੀ, ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ, ਤੇ ਸਵਰਗ ਹੈ। ਤੇ ਜਿੱਥੇ ਕਹਿਣ ਲੱਗੇ ਸ਼ਾਮ ਨੂੰ ਸਾਰੇ ਬੱਚਿਆਂ ਨੂੰ ਗਾਲਾਂ, ਘਰ ਵਾਲੀ ਨੂੰ ਗਾਲਾਂ, ਮਾਤਾ ਪਿਤਾ ਨੂੰ ਗਾਲਾਂ, ਕਹਿਣ ਲੱਗੇ ਬਾਹਾਂ ਫੜ ਕੇ ਬਾਹਰ ਡਾਂਗ ਚੁੱਕੀ ਫਿਰਦਾ, ਰੋੜੇ ਮਾਰੀ ਜਾਂਦਾ, ਉਹ ਕੀ ਹੈ? ਕਹਿਣ ਲੱਗੇ ਨਰਕ, ਦੁੱਖ। ਪਰ ਇਹ ਸਾਡਾ ਵਿਸ਼ਵਾਸ ਨਹੀਂ ਬਣਿਆ। ਅਸੀਂ ਗੁਰੂ ਪਾਤਸ਼ਾਹ ਦੇ ਗੁਣਾਂ ਨੂੰ ਅਪਣਾਉਣਾ ਨਹੀਂ ਕੀਤਾ। ਤੇ ਪਰ ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਉਪਦੇਸ਼ ਦੇਣਾ ਕਰਦੇ ਆ, ਸੇਵਾ ਸਿਮਰਨ ਦੀ ਦਾਤ ਚੱਲਣਾ ਕਰਦੀ ਹੈ। ਪਰ ਉਸ ਵੇਲੇ ਭਾਈ ਤਰਲੋਕੇ ਨੂੰ ਕਹਿਣ ਲੱਗਿਆ ਸਿਵਨਾਥ ਜੋਗੀ, ਤੇ ਇਹ ਸਿੱਖਾ ਕਹਿਣ ਲੱਗੇ ਜਿਹੜਾ ਤੇਰਾ ਐਸਾ ਗੁਰੂ ਹੈ, ਜਿੰਨਾ ਤੇਰਾ ਐਸਾ ਵਿਸ਼ਵਾਸ ਬਣਿਆ, ਤੇਰੀ ਐਸੀ ਦ੍ਰਿੜਤਾ ਹੈ, ਤੇ ਸਦਾ ਵਾਸਤੇ ਤੂੰ ਡੋਲਣਾ ਨਹੀਂ ਕੀਤਾ, ਤੇ ਉਹਦੇ ਚਰਨਾਂ ਦੇ ਵਿੱਚ ਮੈਨੂੰ ਵੀ ਲੈ ਜਾ, ਤੇ ਮੈਨੂੰ ਵੀ ਉਸਦੇ ਦਰਸ਼ਨ ਕਰਾ ਦੇ। ਤੇ ਇਸੇ ਤਰ੍ਹਾਂ ਹੋਇਆ। ਕਹਿਣ ਲੱਗੇ ਫਿਰ ਭਾਈ ਤਰਲੋਕੇ ਨੇ ਸਿਵਨਾਥ ਜੋਗੀ ਨੂੰ ਆਪਣੇ ਨਾਲ ਲਿਆ, ਤੇ ਆਪਣੇ ਗੜ੍ਹ ਸ਼ੰਕਰ ਨਗਰ ਤੋਂ ਕਹਿਣ ਲੱਗੇ ਚੱਲ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਆਏ। ਤੇ ਆ ਕੇ ਗੜ੍ਹ ਸ਼ੰਕਰ ਤੋਂ ਤੇ ਉਸ ਭਾਈ ਤਰਲੋਕੇ ਨੇ ਕਹਿਣ ਲੱਗੇ ਸਿਵਨਾਥ ਜੋਗੀ ਨੂੰ ਬਾਹਰਲੇ ਪਾਸੇ ਬਿਠਾਉਣਾ ਕਰ ਦਿੱਤਾ, ਤੇ ਆਪ ਗੁਰੂ ਪਾਤਸ਼ਾਹ ਦੀ ਗੋਦ ਦੇ ਵਿੱਚ ਚਲਿਆ ਗਿਆ। ਤੇ ਜਾ ਕੇ ਫਿਰ ਆਗਿਆ ਲਈ ਪਾਤਸ਼ਾਹ ਤੋਂ ਮੱਥਾ ਟੇਕੇ। ਮਹਾਰਾਜ ਆਪ ਜੀ ਨੂੰ ਇੱਕ ਜੋਗੀ ਜਨ ਮਿਲਣ ਵਾਸਤੇ ਆਇਆ, ਦਰਸ਼ਨ ਕਰਨ ਵਾਸਤੇ ਆਇਆ, ਕਿਰਪਾ ਕਰੋ ਤੇ ਉਹਨਾਂ ਨੂੰ ਉਪਦੇਸ਼ ਦਰਸ਼ਨ ਬਖਸ਼ਣਾ ਕਰੋ। ਤੇ ਉਸ ਵੇਲੇ ਕਹਿਣ ਲੱਗੇ ਲਿਆ। ਫਿਰ ਭਾਈ ਤਰਲੋਕਿਆ ਜਦੋਂ ਤੂੰ ਲੈ ਕੇ ਆਇਆ, ਤੇਰੇ ਨਾਲ ਆਇਆ ਚੱਲ ਕੇ। ਕਹਿਣ ਲੱਗੇ ਸਿੱਖਾਂ ਦੀ ਇੰਨੀ ਕੁ ਹੈ, ਸਿੱਖਾਂ ਦੇ ਵਿੱਚ ਏਡੀ ਵੱਡੀ ਸਮਰੱਥਾ, ਜਿਹੜੇ ਸਿੱਖ ਦੇ ਵਿੱਚ ਏਡੀ ਵੱਡਾ ਵਿਸ਼ਵਾਸ, ਦ੍ਰਿੜਤਾ, ਕਹਿਣ ਲੱਗੇ ਉਸ ਦੇ ਆਖੇ ਗੁਰੂ ਲੱਗਣਾ ਕਰ ਜਾਂਦੇ ਆ। ਤੇ ਪਰ ਉਸ ਵੇਲੇ ਤੇ ਫਿਰ ਉਸ ਸਿਵਨਾਥ ਜੋਗੀ ਨੂੰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲੈ ਕੇ ਗਿਆ। ਤੇ ਜਾ ਕੇ ਸਿਵਨਾਥ ਜੋਗੀ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ, ਆਪਣੀ ਭੁੱਲ ਬਖਸ਼ਾਉਣਾ ਕੀਤੀ। ਮੇਰੇ ਪਾਤਸ਼ਾਹ ਜੀ ਨੇ ਸਿਰ ਤੇ ਉੱਪਰ ਮਿਹਰ ਭਰਿਆ ਹੱਥ ਰੱਖਣਾ ਕੀਤਾ,
ਤੇ ਪਰ ਜਿਹੜਾ ਉਹ ਜੋਗੀ ਪੁਣਾ ਸੀ, ਜਿਹੜਾ ਉਹ ਆਪਣਾ ਰਸਤਾ ਸੀ ਤੇ ਉਸ ਵੇਲੇ ਉਸ ਰਸਤੇ ਨੂੰ ਤਿਆਗਣਾ ਕਰ ਦਿੱਤਾ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਬਣਨਾ ਕਰ ਗਿਆ। ਕਹਿਣ ਲੱਗਿਆ ਮਹਾਰਾਜ ਮੈਨੂੰ ਕਿਰਪਾ ਕਰ ਦਿਓ, ਮੈਨੂੰ ਪਤਾ ਨਹੀਂ ਸੀ ਹੈ, ਮੈਨੂੰ ਤਾਂ ਇਸ ਭਾਈ ਤਰਲੋਕੇ ਨੇ ਰਸਤੇ ਪਾਉਣਾ ਕਰ ਦਿੱਤਾ ਤੇ ਨਹੀਂ ਤਾਂ ਮੇਰਾ ਇੰਨਾ ਕੁ ਪਖੰਡ ਚੱਲਣਾ ਕਰਦਾ ਸੀ, ਜੋ ਮੈਂ ਕਹਿ ਦਿੰਦਾ ਸੀ ਕਹਿਣ ਲੱਗੇ ਉਹੀ ਹੋਣਾ ਕਰਦਾ ਸੀ। ਅੱਜ ਵੀ ਇਸੇ ਤਰ੍ਹਾਂ ਹੀ ਹੈ। ਅੱਜ ਵੀ ਜਿਹੜਾ ਸਾਨੂੰ ਮਰਜ਼ੀ ਕਹਿ ਦੇਵੇ ਵੀ ਆਹ ਚੀਜ਼ ਤੁਹਾਨੂੰ ਪ੍ਰਾਪਤ ਹੋ ਜਾਏਗੀ, ਆਓ ਬਾਰ-ਬਾਰ ਕਹਿਣ ਲੱਗੇ ਟੈਲੀਵਿਜ਼ਨਾਂ ਤੇ, ਬਾਰ-ਬਾਰ ਕਹਿਣ ਲੱਗੇ ਮੋਬਾਈਲਾਂ ਦੇ ਉੱਤੇ ਐਡਾਂ ਆਉਣਾ ਕਰਦੀਆਂ ਨੇ, ਆਓ 24 ਘੰਟਿਆਂ ਦੇ ਅੰਦਰ ਹੱਲ, ਪੈਸੇ ਬਾਅਦ ਦੇ ਵਿੱਚ, ਬਾਰ-ਬਾਰ ਸਾਨੂੰ ਟੈਲੀਵਿਜ਼ਨ ਤੇ ਕਹਿਣ ਲੱਗੇ ਪ੍ਰੋਗਰਾਮ ਚੱਲਦਾ ਤੇ ਥੱਲੇ ਐਡਾਂ ਚੱਲਣਾ ਕਰਦੀਆਂ ਨੇ, ਆਪੋ ਆਪਣੇ ਨਾਮ ਨੰਬਰ ਦਿੱਤੇ ਹੋਏ ਨੇ, ਆਓ ਮੇਰੇ ਕੋਲੇ ਆਓ, ਮੈਂ ਦੂਜੇ ਨਾਲੋਂ ਪਹਿਲਾਂ, ਮੈਂ ਦੂਜੇ ਨਾਲੋਂ ਪਹਿਲਾਂ ਕੰਮ ਕਰਕੇ ਦੇਵਾਂਗਾ। ਪਰ ਹੈ ਕਿਸੇ ਕੋਲੇ ਕੁਛ ਨਹੀਂ। ਪਰ ਮੇਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਅੱਜ ਸ਼ਬਦ ਦੇ ਅੰਦਰ ਸਮਤ ਬਖਸ਼ਣਾ ਕਰਦੇ ਨੇ, ਸਤਿਗੁਰ ਸੇਵ ਸਫਲ ਹਰ ਦਰਸ਼ਨ। ਕਹਿਣ ਲੱਗੇ ਐ ਪ੍ਰਾਨੀ, ਐ ਮੇਰੇ ਮਨ, ਤੇ ਜੇ ਤੂੰ ਸਤਿਗੁਰੂ ਪਾਤਸ਼ਾਹ ਦੀ ਸੇਵਾ ਦੇ ਵਿੱਚ ਲੱਗਣਾ ਕਰ ਗਿਆ, ਤੇਰਾ ਜੀਵਨ ਹੈ ਸਫਲ ਹੋਣਾ ਕਰ ਜਾਵੇਗਾ। ਜਿਵੇਂ ਭਾਈ ਤਰਲੋਕੇ ਨੇ ਸੇਵਾ ਦੇ ਵਿੱਚ ਲੱਗਣਾ ਕਰਕੇ ਆਪਣਾ ਜੀਵਨ ਸਫਲ ਕੀਤਾ ਤੇ ਆਪਣਾ ਨਹੀਂ ਇਕੱਲੇ ਦਾ ਕੀਤਾ, ਤੇ ਕਹਿਣ ਲੱਗੇ ਹੋਰਾਂ ਸੰਗਤਾਂ ਨੂੰ ਉਪਦੇਸ਼ ਦਿੱਤਾ। ਸਿਵਨਾਥ ਜੋਗੀ ਭੁੱਲਿਆ ਹੋਇਆ ਸੀ, ਲੋਕਾਂ ਨੂੰ ਕਰਾਹੇ ਪਾਉਣਾ ਕਰਦਾ ਸੀ, ਕਹਿਣ ਲੱਗੇ ਉਸ ਨੂੰ ਵੀ ਗੁਰੂ ਦੀ ਗੋਦ ਦੇ ਵਿੱਚ ਲਿਜਾਣਾ ਕਰਕੇ ਜੀਵਨ ਸਵਾਰਨਾ ਕਰ ਦਿੱਤਾ। ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਹੋ। ਕਹਿਣ ਲੱਗੇ ਫਿਰ ਮਿਲਣਾ ਕਰਕੇ ਹਰੀ ਪਾਤਸ਼ਾਹ ਜੀ ਦਾ ਅੰਮ੍ਰਿਤ ਰਸ, ਕਹਿਣ ਲੱਗੇ ਨਾਮ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਕਹਿਣ ਲੱਗੇ ਫਿਰ ਆਹ ਦਾਤ ਪ੍ਰਾਪਤ ਹੋਣਾ ਕਰਦੀ ਹੈ। ਜਿਸ ਨੇ ਇਸ ਅੰਮ੍ਰਿਤ ਰੂਪੀ ਨਾਮ, ਕਹਿਣ ਲੱਗੇ ਇਸ ਜਹਾਜ਼ ਦੇ ਉੱਪਰ ਚੜ੍ਹਨਾ ਕਰ ਗਿਆ, ਉਸ ਦੀ ਆਤਮਾ ਪਰਮਾਤਮਾ ਦੇ ਵਿੱਚ ਮਿਲਣਾ ਕਰ ਜਾਂਦੀ ਹੈ। ਪਾਤਸ਼ਾਹ ਬਾਣੀ ਅੰਦਰ ਫਰਮਾਨ ਕਰਦੇ ਆ ਵੀ ਆਤਮਾ ਪਰਮਾਤਮਾ ਇੱਕੋ ਕਰੇ। ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਇਹੋ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਦੇਵੇ। ਇਹ ਦਾਤ ਮੇਰੇ ਪਾਤਸ਼ਾਹ ਦੇ ਦਰ ਤੋਂ ਮਿਲਣਾ ਕਰਦੀ ਹੈ। ਇਸ ਕਰਕੇ ਆਪਾਂ ਨੂੰ ਭਾਈ, ਆਪਾਂ ਨੂੰ ਸੰਤ ਜਨ ਮੇਰੇ ਪਾਤਸ਼ਾਹ ਜੀ ਨੇ ਸ਼ਬਦ ਵਰਤੇ ਹੈ। ਆਓ ਸਰਬੱਤ ਸਾਧ ਸੰਗਤ ਇਸ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰ ਲਈਏ ਵੀ ਮੇਰੇ ਪਾਤਸ਼ਾਹ ਨੇ ਆਪਾਂ ਨੂੰ ਕੀ ਸ਼ਬਦ ਵਰਤ ਕੇ ਬੁਲਾਉਣਾ ਕਰਦੇ ਹੈ। ਤੇ ਜਦੋਂ ਸਮਝ ਪੈ ਗਈ, ਸੋਝੀ ਆਉਣਾ ਕਰ ਗਈ, ਤੇ ਫਿਰ ਸਾਡਾ ਮਿਲਾਪ ਹੋਣਾ ਕਰ ਜਾਂਦਾ। ਇਸ ਕਰਕੇ ਆਓ ਸਮਾਂ ਹੋਣਾ ਕਰ ਗਿਆ, ਸਮੇਂ ਦੇ ਮੁਤਾਬਕ ਇੱਥੇ ਸਮਾਪਤੀ। ਹੋਈਆਂ ਭੁੱਲਾਂ ਦੀ ਖਿਮਾ। ਸਰਬੱਤ ਸੰਗਤਾਂ ਦਾ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨਵਾਦ, ਜਿਨ੍ਹਾਂ ਦੀ ਕਿਰਪਾ ਸਦਕਾ ਆਪਾਂ ਹਰ ਰੋਜ਼ ਗੁਰੂ ਦੀ ਗੋਦ ਦੇ ਵਿੱਚ ਬੈਠਣਾ ਕਰਕੇ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਦੀ ਵਿਚਾਰ ਦਾ ਆਨੰਦ ਮਾਣਨਾ ਕਰਦੇ ਹਾਂ। ਆਓ 6 ਪੌੜੀਆਂ ਆਨੰਦ ਸਾਹਿਬ ਉਪਰੰਤ ਅਰਦਾਸ ਦੇ ਵਿੱਚ ਜੁੜਨਾ ਕਰੀਏ। ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਜੀਆਂ ਵਧਾਈਆਂ।